PTN 24 ਨਾਲ ਜੁੜ ਚੁੱਕੇ ਸਾਰੇ ਪਰਿਵਾਰ ਦਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਤੁਹਾਡਾ ਸੁਖਵਿੰਦਰ ਸਿੰਘ ਚੰਦੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਭਗਤ ਦੇ ਮੁੱਦੇ। ਇਹ ਪ੍ਰੋਗਰਾਮ ਮੰਡੇ ਟੂ ਫਰਾਈਡੇ ਸ਼ਾਮ ਨੂੰ 8:30 ਤੋਂ 9:30 ਵਜੇ ਤੱਕ PTN 24 ਤੇ ਦੇਖਦੇ ਹੋ। ਤੇ ਆਪਣੇ ਨਾਲ ਪੰਜਾਬ ਭਰ ਤੋਂ ਹੁੰਦੇ ਨੇ ਸਰਦਾਰ ਬਖਤੌਰ ਸਿੰਘ ਜੀ ਢਿੱਲੋਂ। ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰੀਦੀਆਂ ਜੀ। ਤਾਂ ਆਪਣੀ ਲਾਈਨ ਇਸ ਟਾਈਮ ਜਿਹੜੀ ਆ ਉਹ ਬਠਿੰਡੇ ਜੁੜ ਚੁੱਕੀ ਆ। ਸਵਾਗਤ ਕਰਦੇ ਹਾਂ ਜੀ ਢਿੱਲੋਂ ਸਾਹਿਬ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਆਨ ਧੰਨਵਾਦ ਜੀ, ਮਿਹਰਬਾਨੀ। ਸਾਰੇ ਹੀ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ, ਆਪਾਂ ਚੱਲਦੇ ਹਾਂ ਖਬਰ ਦੇ ਉੱਤੇ। ਜਿਹੜੀ ਮੇਨ ਖਬਰ ਆਈ ਆ, ਕਿਆਸਰਾਈਆਂ ਲਾਈਆਂ ਜਾ ਰਹੀਆਂ ਸੀਗੀਆਂ ਜੋ ਭਾਰਤ ਦੇ ਵਿੱਚ ਸੰਵਿਧਾਨ ਆ, ਇੱਕ ਪਾਰਟੀ ਦੇ ਦੋ ਸੰਵਿਧਾਨ। ਖਾਸ ਕਰਕੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲੇ ਤੋਂ ਧਾਰਮਿਕ ਜਥੇਬੰਦੀ ਬਣਦੀ ਆ ਤੇ ਨਾਲ ਰਾਜਨੀਤਿਕ ਪੰਜਾਬੀ ਜਥੇਬੰਦੀ ਬਣਦੀ, ਪੰਜਾਬੀਆਂ ਦੀ ਪਾਰਟੀ ਆ। ਉਹ ਬੜੇ ਵਿਵਾਦਾਂ ਦੇ ਵਿੱਚ ਰਹਿੰਦੀ ਜੀ ਹਮੇਸ਼ਾ ਹੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣੀ ਬੜੀ ਵਡੇਰੀ ਉਮਰ ਦੇ ਵਿੱਚ ਆ। ਚਲੋ ਪਰਮਾਤਮਾ ਉਹਨਾਂ ਨੂੰ ਸਿਹਤਯਾਬ ਕਰੇ। ਉਹ ਸਾਰਾ ਕੁਝ ਭਰਿਆ ਭਰਾਇਆ ਜੋ ਵੀ ਆ ਉਹਨਾਂ ਦਾ ਦੇਖ ਕੇ ਜਾਣ ਵੀ ਕੀ ਅਸੀਂ ਕੌਮ ਦੇ ਵਾਸਤੇ ਕੀਤਾ, ਕਿੰਨੀ ਕੌਮ ਦਾ ਅਸੀਂ ਭਲਾ ਕੀਤਾ ਹੋਇਆ, ਉਹ ਸਾਰਾ ਕੁਝ ਅੱਖੀਂ ਦੇਖਣ। ਪਰ ਜਿਹੜੀਆਂ ਕਿਆਸਰਾਂ ਲਾਈਆਂ ਜਾ ਰਹੀਆਂ ਸੀਗੀਆਂ ਕਿਆਸਰਾਈਆਂ, ਪਰ ਉਦੋਂ ਉਲਟ ਹੋਇਆ। ਪਤਾ ਨਹੀਂ ਕਿਹੜੀ ਕਮੀ ਰਹਿ ਗਈ, ਜਾਂ ਅਦਾਲਤਾਂ ਦਬਾਅ ਦੇ ਵਿੱਚ ਆ ਜਾਂਦੀਆਂ, ਜਾਂ ਕੀ ਹੋ ਗਿਆ, ਜਾਂ ਕੋਈ ਵਕੀਲ ਚੰਗਾ ਕਰ ਲਿਆ। ਪਰ ਬਾਦਲ ਅਕਾਲੀ ਦਲ ਨੂੰ ਜਿਹੜਾ ਸੁਪਰੀਮ ਕੋਰਟ ਨੇ ਦਿੱਲੀ ਕਮੇਟੀ ਦੀ ਚੋਣ ਲੜਨ ਦੀ ਜਿਹੜੀ ਇਜਾਜ਼ਤ ਦੇ ਦਿੱਤੀ ਹੈ ਜੀ। ਬਿਲਕੁਲ ਜੀ। ਅਸਲ ਦੇ ਵਿੱਚ ਮੈਂ ਥੋੜਾ ਜਿਹਾ ਦਰੁਸਤ ਕਰਦੇ ਹਾਂ। ਸੁਪਰੀਮ ਕੋਰਟ ਨਹੀਂ, ਇਹ ਦਿੱਲੀ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਜੀ, ਜਿਹੜਾ 2 ਜੱਜਾਂ ਤੇ ਆਧਾਰਿਤ ਬੈਂਚ ਹੁੰਦਾ ਹੈ, ਉਹਨੇ ਇਹ ਇਜਾਜ਼ਤ ਦਿੱਤੀ ਹੈ ਜੀ। ਜੇ ਅਸੀਂ ਇਸ ਕਹਾਣੀ ਦੇ ਪਿਛੋਕੜ ਵਿੱਚ ਜਾਈਏ ਕਿ ਰੌਲਾ ਕੀ ਹੈ, ਅਸਲ ਦੇ ਵਿੱਚ ਭਾਰਤ ਦੇ ਚੋਣ ਕਮਿਸ਼ਨ ਨੇ ਇੱਕ ਹੁਕਮ ਜਾਰੀ ਕੀਤਾ ਸੀ ਕਿ ਉਹ ਪਾਰਟੀ ਜਿਹੜੀ ਧਰਮ ਆਧਾਰਿਤ ਹੋਊਗੀ ਉਹ ਚੋਣਾਂ ਨਹੀਂ ਲੜ ਸਕਦੀ। ਇਸ ਲਈ ਸਾਰੀਆਂ ਪਾਰਟੀਆਂ ਨੂੰ ਇਹ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਆਪਣੀ ਸਥਿਤੀ ਸਪਸ਼ਟ ਕਰਨ। ਜਿਹੜੀਆਂ ਚੋਣਾਂ ਲੜਨ ਵਾਲੀਆਂ ਪਾਰਟੀਆਂ ਕਿ ਉਹ ਧਾਰਮਿਕ ਪਾਰਟੀਆਂ ਜਾਂ ਉਹ ਰਾਜਨੀਤਿਕ ਪਾਰਟੀਆਂ, ਸੈਕੂਲਰ ਪਾਰਟੀਆਂ। ਇਹਦੇ ਵਾਸਤੇ ਇੱਕ ਹਲਫੀਆ ਬਿਆਨ ਦੇਣਾ ਪੈਂਦਾ, ਆਪਣਾ ਸੰਵਿਧਾਨ ਜਿਹੜਾ ਹੈਗਾ ਭਾਰਤ ਦੇ ਚੋਣ ਕਮਿਸ਼ਨ ਨੂੰ ਦੇਣਾ ਪੈਂਦਾ ਹੈ। ਸੋ ਸ਼੍ਰੋਮਣੀ ਅਕਾਲੀ ਦਲ, ਜਿਵੇਂ ਤੁਸੀਂ ਦੱਸਿਆ ਸ਼ੁਰੂ ਦੇ ਵਿੱਚ, ਆਪਾਂ ਜਦੋਂ ਦੇਖਦੇ ਹਾਂ 1920 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਇਆ ਸੀ, ਉਸ ਵੇਲੇ ਜਦੋਂ ਸਾਡੇ ਗੁਰੂ ਘਰਾਂ ਦੇ ਉੱਤੇ ਮਹੰਤਾਂ ਦਾ ਕਬਜ਼ਾ ਸੀ। ਮਹੰਤਾਂ ਤੋਂ ਗੁਰੂ ਘਰਾਂ ਨੂੰ ਮੁਕਤ ਕਰਵਾਉਣ ਵਾਸਤੇ ਬਹੁਤ ਵੱਡੀ ਜਦੋਜਹਿਦ ਚੱਲੀ ਸੀ। ਇਸ ਜਦੋਜਹਿਦ ਦਾ ਜਿਹੜਾ ਪਹਿਲਾ ਦਸਤਾ ਸੀ, ਹਰਾਵਲ ਦਸਤਾ ਜਿਹੜਾ ਨੂੰ ਅਸੀਂ ਕਹਿ ਦਿੰਦੇ ਹਾਂ, ਉਹ ਕੁਝ ਲੋਕਾਂ ਨੇ ਬਲਾਕ ਪੱਧਰ ਦੇ ਉੱਤੇ, ਜ਼ਿਲ੍ਹਾ ਪੱਧਰ ਦੇ ਉੱਤੇ, ਇਲਾਕਿਆਂ ਦੇ ਪੱਧਰ ਦੇ ਉੱਤੇ ਜਥੇ ਬਣਾ ਲਏ ਸੀ। ਔਰ ਜਥੇ ਬਣਾ ਕੇ ਉਹ ਜਦੋਜਹਿਦ ਕਰਦੇ ਹੁੰਦੇ ਸੀ। ਉਹਨਾਂ ਨੂੰ ਅਕਾਲੀ ਜਥੇ ਕਿਹਾ ਜਾਂਦਾ ਸੀ। ਫਿਰ ਉਸ ਵੇਲੇ ਦੇ ਜਿਹੜੇ ਸਿੱਖ ਆਗੂ ਸੀ, ਬੜੇ ਬੁੱਧੀਜੀਵੀ ਸੀ, ਪੜ੍ਹੇ ਲਿਖੇ ਸੀ, ਉਹਨਾਂ ਨੇ ਮਹਿਸੂਸ ਕੀਤਾ ਕਿ ਇਸ ਤਰ੍ਹਾਂ ਜਿਹੜੀ ਹੈਗੀ ਹੈ ਅਨਾਰਕੀ ਫੈਲ ਜਾਣੀ ਹੈ, ਆਪਾ ਤਾਪੀ ਫੈਲ ਜਾਣੀ ਹੈ। ਇਹਨਾਂ ਸਾਰਿਆਂ ਨੂੰ ਸੂਤਰਬੱਧ ਕੀਤਾ ਜਾਵੇ ਤੇ ਇੱਕ ਜਥੇਬੰਦੀ ਬਣਾਈ ਜਾਵੇ ਜਿਹੜੀ ਗੁਰਧਾਮਾਂ ਨੂੰ ਮਹੰਤਾਂ ਤੋਂ ਆਜ਼ਾਦ ਕਰਾਉਣ ਲਈ ਕੰਮ ਕਰਨ। ਤੇ ਫਿਰ ਉਹ ਜਥੇਬੰਦੀ ਬਣੀ ਸੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਕਹਿ ਸਕਦੇ ਹਾਂ ਆਪਾਂ ਨੂੰ। ਇਹ 1920 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਣਿਆ ਸੀ। ਉਦੋਂ ਤੋਂ ਹੀ ਅਕਾਲੀ ਦਲ ਆਪਣੇ ਆਪ ਨੂੰ ਸਿੱਖਾਂ ਦੀ ਪਾਰਟੀ, ਇੱਕ ਪ੍ਰਤੀਨਿਧ ਪਾਰਟੀ ਦੇ ਤੌਰ ਦੇ ਉੱਤੇ ਪੇਸ਼ ਕਰਦਾ ਰਿਹਾ ਹੈ। ਕੋਈ ਸ਼ੱਕ ਨਹੀਂ ਕਿ ਅਕਾਲੀ ਦਲ ਬਹੁਤ ਲੰਬੇ ਸਮੇਂ ਤੱਕ ਸਿੱਖਾਂ ਦੀ ਪ੍ਰਤੀਨਿਧਤਾ ਕਰਦਾ ਰਿਹਾ। ਲੇਕਿਨ ਇਹ ਵਕਤ 1995-96 ਦਾ ਹੈ। 1995-96 ਤੋਂ ਪਹਿਲਾਂ ਤੁਸੀਂ ਦੇਖੋ ਕਿ ਇੱਕ ਅਜਿਹਾ ਸਮਾਂ ਆਇਆ ਸੀ ਜਦੋਂ ਪੰਜਾਬ ਦੇ ਵਿੱਚ ਬਹੁਤ ਹੀ ਭਿਆਨਕ ਹਾਲਾਤ ਸੀ। ਲੰਬਾ ਸਮਾਂ ਇੱਥੇ ਚੋਣ ਨਹੀਂ ਸੀ ਹੋਈ। 1985 ਚੋਣ ਹੋਈ ਸੀ ਤੇ ਫਿਰ 85 ਤੋਂ ਲੈ ਕੇ ਲਗਾਤਾਰ ਰਾਸ਼ਟਰਪਤੀ ਰਾਜ ਦੇ ਵਿੱਚ ਵਾਧਾ ਹੁੰਦਾ ਰਿਹਾ। ਅਖੀਰ 1991 ਦੇ ਵਿੱਚ ਆ ਕੇ ਜੋ ਸਾਰੇ ਦੇਸ਼ ਭਰ ਦੇ ਵਿੱਚ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ, ਪੰਜਾਬ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਵੀ ਉਸ ਵੇਲੇ ਐਲਾਨ ਹੋ ਗਿਆ ਸੀ। ਸੋ ਉਹਨਾਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਕੈਂਡੀਡੇਟ ਖੜੇ ਕੀਤੇ ਸੀ। ਔਰ ਅਕਾਲੀ ਦਲ ਅੰਮ੍ਰਿਤਸਰ ਜਿਹੜਾ ਉਸ ਵੇਲੇ ਇੱਕ ਵੱਡੀ ਤਾਕਤ ਦੇ ਰੂਪ ਵਿੱਚ ਉੱਭਰਿਆ ਸੀ, ਕਿਉਂਕਿ 1999 ਦੇ ਵਿੱਚ ਜਿਹੜੀਆਂ ਚੋਣਾਂ ਹੋਈਆਂ ਸੀ, ਉਹਨਾਂ ਚੋਣਾਂ ਦੇ ਜ਼ਰੀਏ ਕਈ ਲੋਕ ਜਿਹੜੇ ਹੈਗੇ, ਜਿਹੜੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਅਸਲ ਰਵਾਇਤੀ ਅਕਾਲੀ ਦਲ ਆ, ਇਹਦੇ ਉਲਟ ਵਿਚਾਰਧਾਰਾ ਵਾਲੇ ਸੀ, ਥੋੜੀ ਜਿਹੀ ਗਰਮ ਵਿਚਾਰਧਾਰਾ ਵਾਲੇ ਸੀ, ਕਾਫੀ ਲੋਕ ਜਿਹੜੇ ਆ ਪਾਰਲੀਮੈਂਟ ਦੇ ਮੈਂਬਰ ਬਣ ਗਏ ਸੀ। ਸੋ ਅਕਾਲੀ, ਫਿਰ ਬਾਅਦ ਦੇ ਵਿੱਚ ਉਹ ਅਕਾਲੀ ਦਲ ਅੰਮ੍ਰਿਤਸਰ ਬਣਦਾ ਹੈ। ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਮਾਨ ਉਦੋਂ ਵੀ ਸੀ ਤੇ ਅੱਜ ਵੀ ਸੀ। ਉਹ ਇੱਕ ਸ਼ਕਤੀ ਦੇ ਰੂਪ ਵਿੱਚ ਉੱਭਰੇ ਸੀ। ਤੇ ਉਸ ਵੇਲੇ ਦੀ ਜਿਹੜੀ ਕੇਂਦਰੀ ਸਰਕਾਰ ਹੈ, ਖਾਸ ਕਰਕੇ ਚੰਦਰ ਸ਼ੇਖਰ ਦੀ ਜਿਹੜੀ ਕੰਮ ਚਲਾਊ ਸਰਕਾਰ ਸੀ, ਉਹ ਸਰਕਾਰ ਵੀ ਇਹ ਚਾਹੁੰਦੀ ਸੀ ਕਿ ਪੰਜਾਬ ਦੇ ਮਾਹੌਲ ਨੂੰ ਸ਼ਾਂਤ ਕਰਨ ਵਾਸਤੇ ਇੱਕ ਵਾਰੀ ਜੇ ਪਾਵਰ
ਰੈਡੀਕਲ ਸਿੱਖਾਂ ਦੇ ਹੱਥਾਂ ਦੇ ਵਿੱਚ ਆ ਜਾਵੇ, ਗੁਰਮੁਖਰ ਵਾਲੇ ਹੱਥਾਂ ਦੇ ਵਿੱਚ ਆ ਜਾਵੇ ਤਾਂ ਗੱਲ ਬਣ ਸਕਦੀ ਹੈ। ਉਸ ਵੇਲੇ ਦੇ ਇਹ ਸਮਝ ਬਣ ਗਈ ਸੀ ਕਿ ਸਿਮਰਜੀਤ ਸਿੰਘ ਮਾਨ ਜੇ ਸਰਕਾਰ ਬਣਾਉਣ ਦੇ ਸਮਰੱਥ ਹੈ ਤਾਂ ਇਹਨਾਂ ਨੂੰ ਸਰਕਾਰ ਬਣਾਉਣ ਦੇਣੀ ਚਾਹੀਦੀ ਹੈ। ਲੇਕਿਨ ਲਾਸਟ ਮੂਵਮੈਂਟ ਦੇ ਉੱਤੇ ਤੁਸੀਂ ਦੇਖਿਆ ਹੋਣਾ, ਜਦੋਂ ਪੰਜਾਬ ਦੀਆਂ ਚੋਣਾਂ ਹੋਣ ਵਾਲੀਆਂ ਸੀ ਔਰ ਕਾਂਗਰਸ ਪਾਰਟੀ ਦੀ ਮਤਲਬ ਜਿਹੜੀ ਹੈਗੀ ਹੈ ਬਣ ਗਈ ਸੀਗੀ, ਸਰਕਾਰ ਬਣਨ ਵਾਲੇ ਪਾਸੇ ਨੂੰ ਤੁਰ ਪਈ ਸੀ, ਨਰਸਿਮਹਾ ਰਾਓ ਦੀ ਪ੍ਰਧਾਨ ਮੰਤਰੀ ਲਈ ਰਸਤਾ ਬਿਲਕੁਲ ਸਾਫ਼ ਹੋ ਗਿਆ ਸੀ। ਉਦੋਂ ਲਾਸਟ ਮੂਵਮੈਂਟ ਦੇ ਉੱਤੇ ਫਿਰ ਉਹ ਚੋਣਾਂ ਕੈਂਸਲ ਹੋ ਗਈਆਂ ਸੀ। ਉਹਨਾਂ ਦਾ ਨਤੀਜਾ ਇਹ ਹੋਇਆ ਕਿ ਅਕਾਲੀ ਦਲ ਦੇ ਭਾਵੇਂ 20 ਕੈਂਡੀਡੇਟ ਮਰੇ ਸੀ ਪਰ ਉਹ ਚੋਣਾਂ ਨਹੀਂ ਸੀ ਹੋ ਸਕੀਆਂ। ਫਿਰ ਹੁੰਦੀ ਹੈ 1992 ਦੇ ਵਿੱਚੋਂ 1992 ਦੀ ਚੋਣ ਦੇ ਵਿੱਚ ਅਕਾਲੀ ਦਲ ਨੇ ਬਾਈਕਾਟ ਕਰਤਾ ਸੀ। ਇਹ ਹੁਣ ਸਮਝ ਨਹੀਂ ਅੱਜ ਤੱਕ ਆ ਰਹੀ ਕਿ ਉਦੋਂ ਅਕਾਲੀ ਦਲ ਨੇ ਬਾਈਕਾਟ ਪ੍ਰੈਸ਼ਰ ਥੱਲੇ ਆ ਕੇ ਕੀਤਾ, ਕੱਲਾ ਆਪ ਨਹੀਂ ਬਾਈਕਾਟ ਕੀਤਾ, ਸਗੋਂ ਮਾਨ ਦਲ ਤੋਂ ਵੀ ਬਾਈਕਾਟ ਕਰਵਾਤਾ ਸੀ, ਅੰਮ੍ਰਿਤਸਰ ਅਕਾਲੀ ਦਲ ਤੋਂ। ਇਹਦੇ ਨਤੀਜੇ ਵਜੋਂ ਇੱਕ ਰਾਹ ਖੁੱਲ ਗਿਆ ਅਜਿਹੀ ਸਰਕਾਰ ਦਾ ਜਿਹੜੀ ਸਰਕਾਰ ਨੂੰ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਸੀ, ਲੇਕਿਨ ਬੇਅੰਤ ਸਿੰਘ ਦੀ ਸਰਕਾਰ ਨੂੰ ਧੱਕੇ ਧੁੱਕੇ ਨਾਲ ਜਿਹੜੀਆਂ 10% ਦੀ ਵੋਟਾਂ ਪਈਆਂ ਸੀ, ਟੋਟਲ 10% ਦੀ ਵੋਟਾਂ ਪਈਆਂ ਸੀ, ਉਹ 10% ਦੀ ਵੋਟਾਂ ਵਾਲੀ ਸਰਕਾਰ ਹੈ ਜਿਹੜੀ ਪੰਜਾਬ ਦੇ ਲੋਕਾਂ ਦੇ ਉੱਤੇ ਠੋਸ ਦਿੱਤੀ ਸੀ। ਔਰ ਉਸ ਸਰਕਾਰ ਦੇ ਦੌਰ ਦੇ ਵਿੱਚ ਫਿਰ ਜਿਹੜੀਆਂ ਜ਼ਿਆਦਤੀਆਂ ਹੋਈਆਂ, ਜਿਹੜੇ ਧੱਕੇ ਹੋਏ ਆ, ਜਿਹੜਾ ਖੂਨ ਡੁੱਲਿਆ, ਉਹ ਆਪਾਂ ਨੂੰ ਸਭ ਨੂੰ ਪਤਾ ਹੀ ਹੈ। ਉਹਦੀ ਬਾਤ ਪਾਉਣ ਦੀ ਕੋਈ ਲੋੜ ਨਹੀਂ। ਉਸ ਸਰਕਾਰ ਦੇ ਦੌਰ ਦੇ ਵਿੱਚ ਇਹ ਮੰਨਿਆ ਜਾਂਦਾ ਕਿ ਬਹੁਤ ਜ਼ਿਆਦਾ ਜਿਹੜਾ ਹੈਗਾ ਜ਼ੁਲਮ ਤਸ਼ੱਦਦ ਹੋਇਆ ਸੀ। ਤਾਂ ਫਿਰ 1995-96 ਦੇ ਅਕਾਲੀ ਦਲ ਦੀ ਇੱਕ ਕਾਨਫਰੰਸ ਹੁੰਦੀ ਹੈ, ਮੋਗਾ ਕਾਨਫਰੰਸ। ਉਸ ਕਾਨਫਰੰਸ ਦੇ ਵਿੱਚ ਅਕਾਲੀ ਦਲ ਨੂੰ ਇਹ ਕਹਿ ਦਿੱਤਾ ਕਿ ਇਹ ਸਿੱਖਾਂ ਦੀ ਪਾਰਟੀ ਨਾ ਹੋ ਕੇ ਇਹ ਇੱਕ ਪੰਜਾਬੀ ਪਾਰਟੀ ਹੈ ਜਿਹੜੀ ਪੁਆੜੇ ਦੀ ਜੜ ਹੈ। ਜਦੋਂ ਪੰਜਾਬੀ ਪਾਰਟੀ ਨੂੰ ਬਣਾ ਲਿਆ ਤੇ ਨਾਲ ਦੀ ਨਾਲ ਇਹਨਾਂ ਨੇ ਆਪਣਾ ਐਫੀਡੈਵਿਟ ਵੀ ਦੇ ਦਿੱਤਾ ਕਿ ਸਾਡੀ ਪਾਰਟੀ ਇੱਕ ਸੈਕੂਲਰ ਪਾਰਟੀ ਹੈ, ਪੰਜਾਬੀ ਪਾਰਟੀ ਹੈ ਤੇ ਸਾਨੂੰ ਜਿਹੜੀਆਂ ਆਮ ਚੋਣਾਂ ਲੜਨ ਦੇ ਵਿੱਚ ਜਿਹੜੀ ਹੈ ਸਾਨੂੰ ਫੈਸਿਲਿਟੇਟ ਕੀਤਾ ਜਾਵੇ ਔਰ ਚੋਣਾਂ ਲੜਨ ਲੱਗੇ। ਇਸੇ ਸਮੇਂ ਦੇ ਦੌਰਾਨ ਹੀ ਜਿਹੜੀਆਂ ਤੁਹਾਡੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਗਾਹੇ ਵਗਾਹੇ ਹੁੰਦੀਆਂ ਰਹੀਆਂ, ਚਾਹੇ ਉਹ ਪੰਜਾਬ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ, ਚਾਹੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਦੀਆਂ ਚੋਣਾਂ ਹੁੰਦੀਆਂ ਰਹੀਆਂ। ਤੇ ਉਹਨਾਂ ਚੋਣਾਂ ਵਾਸਤੇ ਕਿਉਂਕਿ ਕਾਨੂੰਨ ਇਹ ਐਕਟ ਇਹ ਹੈ ਕਿ ਉਹ ਚੋਣਾਂ ਲੜਨ ਦੇ ਲਈ, ਦਿੱਲੀ ਦੀਆਂ ਚੋਣਾਂ ਲੜਨ ਲਈ ਤੁਹਾਨੂੰ ਇਹ ਦੱਸਣਾ ਪੈਣਾ ਕਿ ਤੁਹਾਡੀ ਪਾਰਟੀ ਸਿਆਸੀ ਪਾਰਟੀ ਨਹੀਂ, ਧਾਰਮਿਕ ਪਾਰਟੀ ਹੈ। ਔਰ ਇਹਨਾਂ ਨੇ ਇੱਕ ਜਿਹੜਾ ਹੈਗਾ ਉੱਥੇ ਲਿਖ ਕੇ ਦਿੱਤਾ ਤੇ ਨਾਲ ਸੰਵਿਧਾਨ ਉਹੀ ਹੈ, ਇੱਕ ਸੰਵਿਧਾਨ ਦੇ ਵਿੱਚ ਲਿਖ ਦਿੱਤਾ ਕਿ ਸਾਡੀ ਪਾਰਟੀ ਸੈਕੂਲਰ ਪਾਰਟੀ ਹੈ, ਜਿਹੜਾ ਭਾਰਤ ਦੇ ਚੋਣ ਕਮਿਸ਼ਨ ਨੂੰ ਦਿੱਤਾ ਹੈ। ਦਿੱਲੀ ਦੀਆਂ ਚੋਣਾਂ ਲੜਨ ਵਾਸਤੇ ਜਿਹੜਾ ਵਿਧਾਨ ਦਿੱਤਾ ਹੈ ਉਹਦੇ ਦਿੱਤਾ ਗੁਰਦੁਆਰਾ ਡਾਇਰੈਕਟੋਰੇਟ ਨੂੰ, ਉਹਦੇ ਵਿੱਚ ਕਹਿ ਦਿੱਤਾ ਕਿ ਸਾਡੀ ਪਾਰਟੀ ਧਾਰਮਿਕ ਪਾਰਟੀ ਹੈ। ਇਸ ਮੁੱਦੇ ਨੂੰ ਸੋਸ਼ਲਿਸਟ ਆਗੂ ਬਲਵੰਤ ਸਿੰਘ ਖੇੜਾ ਨੇ ਉਠਾਇਆ। ਖੇੜਾ ਨੇ ਦੋਨੇ ਵਿਧਾਨ ਲੈ ਲਏ ਔਰ ਦੋਨੇ ਵਿਧਾਨ ਲੈ ਕੇ ਉਹਨੇ ਕੇਸ ਦਾਇਰ ਕਰਤੇ। ਉਹ ਬੁੜਾ ਬੰਦਾ, ਬਜ਼ੁਰਗ ਬੰਦਾ ਹੈ, ਇਸ ਵੇਲੇ ਉਹਦੀ ਬਹੁਤ ਵੱਡੀ ਉਮਰ ਹੈ, ਪਰ ਇਹਦੇ ਬਾਵਜੂਦ ਵੀ ਉਹ ਲਗਾਤਾਰ ਲੜਾਈ ਲੜ ਰਿਹਾ। ਹੁਸ਼ਿਆਰਪੁਰ ਦੀ ਅਦਾਲਤ ਦੇ ਵਿੱਚ ਜਿਹੜਾ ਹੈਗਾ ਸਮਨ ਵੀ ਹੋ ਗਿਆ, ਅਕਾਲੀ ਦਲ ਦੇ ਲੀਡਰ ਪ੍ਰਕਾਸ਼ ਸਿੰਘ ਬਾਦਲ ਵੀ ਸਮਨ ਹੋਇਆ, ਉਹਦੇ ਵਿੱਚ ਸਾਰੇ ਲੋਕ ਸਮਨ ਹੋ ਗਏ। ਸਮਨ ਹੋਣ ਦੇ ਬਾਵਜੂਦ ਉਹ ਕੇਸ ਕਿਉਂ ਨਹੀਂ ਤੁਰਦਾ? ਹੁਣ ਪਤਾ ਲੱਗਿਆ ਕਿ ਉੱਥੇ ਵੀ ਜਿਹੜੀ ਹੈਗੀ ਹੈ, ਜਿਹੜੀਆਂ ਜਿਵੇਂ ਆਪਾਂ ਕਹਿੰਦੇ ਨੇ ਅਦਾਲਤਾਂ ਦੇ ਵਿੱਚੋਂ ਰਿਲੀਫ ਕਿਵੇਂ ਮਿਲ ਜਾਂਦਾ ਹੈ, ਕੋਈ ਨਾ ਕੋਈ ਬਹਾਨਾ ਕੱਢ ਲੈਂਦੇ, ਕਿਉਂਕਿ ਕਿਸੇ ਵੀ ਪਾਰਟੀ ਦਾ ਜਿਹੜਾ ਰਿਕਾਰਡ ਹੈ ਉਹ ਰਿਕਾਰਡ ਜਿਹੜਾ ਪੇਸ਼ ਕਰਨਾ ਹੁੰਦਾ, ਜਿਹੜਾ ਆਰਗੇਨਾਈਜੇਸ਼ਨ ਨਾਲ ਸੰਬੰਧਿਤ ਜਨਰਲ ਸੈਕਟਰੀ ਹੈ ਉਹਨੇ ਕਰਨਾ ਹੁੰਦਾ ਹੈ। ਇਹ ਕੀ ਕਰਦੇ ਕਿ ਜਦੋਂ ਪੇਸ਼ੀ ਆ ਗਈ, ਪੇਸ਼ੀ ਤੋਂ ਪਹਿਲਾਂ ਜਨਰਲ ਸੈਕਟਰੀ ਨਵਾਂ ਲਾਤਾ, ਉਹ ਜਨਰਲ ਸੈਕਟਰੀ ਆਪਦਾ ਤੱਥ ਮਾਮਲਾ ਲੈ ਕੇ ਪਹੁੰਚ ਜਾਂਦਾ ਹੈ, ਜਾ ਕੇ ਫਤਿਹ ਬੁਲਾਉਂਦਾ ਹੈ। ਉਹ ਕਹਿ ਦਿੰਦਾ, ਉਹਦਾ ਵਕੀਲ ਕਹਿ ਦਿੰਦਾ ਜੀ ਸਾਡੇ ਜਨਰਲ ਸੈਕਟਰੀ ਸਾਹਿਬ ਤਾਂ ਨਵੇਂ ਬਣੇ ਨੇ ਤੇ ਜੇ ਰਿਕਾਰਡ ਦੇਖੇ ਹੀ ਨਹੀਂ। ਅਦਾਲਤ ਕੀ ਮੰਗਦੀ ਹੈ, ਇਹਨਾਂ ਨੂੰ ਪਹਿਲਾਂ ਰਿਕਾਰਡ ਦੇਖ ਲੈਂਦੇ, ਘੋਖ ਪੜਤਾਲ ਕਰਕੇ ਤੇ ਫਿਰ ਆਪਣਾ ਰਿਕਾਰਡ ਜਿਹੜਾ ਤੁਹਾਨੂੰ ਚਾਹੀਦਾ ਉਹ ਪੇਸ਼ ਕਰ ਦੇਣਗੇ। ਅਦਾਲਤ ਪੇਸ਼ੀ ਦੇ ਦਿੰਦੀ ਹੈ, ਉਹ ਪੇਸ਼ੀਦਰ ਪੇਸ਼ੀ ਇਸ ਤਰ੍ਹਾਂ ਸਾਲ ਡੇਢ ਸਾਲ ਟੱਪ ਜਾਂਦਾ ਹੈ। ਜਦੋਂ ਦੁਬਾਰਾ ਅਦਾਲਤ ਕੋਈ ਸਖਤ ਹੁਕਮ ਕਰਦੀ ਹੈ ਤੇ ਉਦੋਂ ਨੂੰ ਫਿਰ ਜਨਰਲ ਸੈਕਟਰੀ ਬਦਲ ਜਾਂਦਾ ਤੇ ਨਵਾਂ ਜਨਰਲ ਸੈਕਟਰੀ ਆ ਜਾਂਦਾ ਹੈ। ਇਹ ਸਾਰਾ ਸਿਲਸਿਲਾ ਜਿਹੜਾ ਚੱਲਦਾ ਦਲਜੀਤ ਸਿੰਘ ਚੀਮੇ ਤੋਂ ਲੈ ਕੇ ਚਰਨਜੀਤ ਸਿੰਘ ਬਰਾੜ ਤੱਕ, ਇਹ ਐਂ ਭੰਬਲ ਭੂਸੇ ਦੇ ਵਿੱਚ ਪਿਆ ਹੋਇਆ। ਸੋ ਉਹ ਮਾਮਲਾ ਕਿਸੇ ਸਿਰੇ ਨਹੀਂ ਲੱਗਿਆ। ਹੁਣ ਦਿੱਲੀ ਦੀਆਂ ਕਮੇਟੀ ਦੀਆਂ ਚੋਣਾਂ ਫੇਰ ਆ ਗਈਆਂ। ਦਿੱਲੀ ਦੀਆਂ ਕਮੇਟੀ ਦੀਆਂ ਚੋਣਾਂ ਦੇ ਵਿੱਚ ਡਾਇਰੈਕਟੋਰੇਟ ਦੇ ਸਾਹਮਣੇ ਫੇਰ ਆ ਗਿਆ ਕਿ ਕਿਹੜੀਆਂ ਪਾਰਟੀਆਂ ਜਿਹੜੀਆਂ ਧਾਰਮਿਕ ਪਾਰਟੀਆਂ ਤੇ ਜਿਹੜਾ ਦਿੱਲੀ ਦੀ ਸਰਕਾਰ ਹੈ, ਕੇਜਰੀਵਾਲ ਦੀ ਸਰਕਾਰ, ਆਮ ਆਦਮੀ ਪਾਰਟੀ ਦੀ ਸਰਕਾਰ, ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲੇ ਪੜਾਅ ਦੇ ਵਿੱਚ ਇਹ ਕਹਿ ਦਿੱਤਾ ਕਿ ਅਕਾਲੀ ਦਲ ਬਾਦਲ ਇੱਕ ਧਾਰਮਿਕ ਪਾਰਟੀ ਹੈ ਔਰ ਉਹਨਾਂ ਨੇ ਇਹਦੇ ਵਾਸਤੇ ਮਤਲਬ ਇਹਨਾਂ ਨੂੰ ਰਜਿਸਟਰ ਕਰ ਲਿਆ ਕਿ ਇਹ ਚੋਣ ਲੜ ਸਕਦੇ। ਇਸ ਮੁੱਦੇ ਨੂੰ ਇੱਕ ਜਿਹੜੇ ਹੈਗੇ ਆਪ ਅਕਾਲੀ ਦਲ ਦੇ ਇੱਕ ਲੀਡਰ ਨੇ HS ਫੂਲਕਾ ਦੇ ਜ਼ਰੀਏ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ। ਦਿੱਲੀ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਕੇਸ ਦਾਇਰ ਕਰ ਦਿੱਤਾ ਕਿ ਇਹ ਪਾਰਟੀ ਜਿਹੜੀ ਚੋਣਾਂ ਲੜਦੀ ਹੈ, ਚੋਣਾਂ ਲੜਨ ਵਾਲੀ ਪਾਰਟੀ ਨੂੰ ਧਾਰਮਿਕ ਪਾਰਟੀ ਕਿਉਂ ਮੰਨਿਆ ਜਾਂਦਾ ਹੈ? ਇਕੱਲਾ ਇਹਦੇ ਖਿਲਾਫ ਨਹੀਂ ਪਾਰਟੀ, ਜਿਹੜਾ ਸਰਨਾ ਅਕਾਲੀ ਦਲ ਹੈ ਦਿੱਲੀ ਅਕਾਲੀ ਦਲ, ਉਹਦੇ ਖਿਲਾਫ ਵੀ ਪਾਰਟੀ ਵੀ ਇਹ ਵੀ ਅਕਾਲੀ ਦਲ ਹੈ।
ਇਹਨਾਂ ਨੂੰ ਇਹ ਧਾਰਮਿਕ ਪਾਰਟੀਆਂ ਨਹੀਂ, ਇਹ ਸਿਆਸੀ ਪਾਰਟੀਆਂ, ਇਹਨਾਂ ਨੂੰ ਚੋਣਾਂ ਲੜਨ ਦੀ ਇਜਾਜ਼ਤ ਨਾ ਦਿੱਤੀ ਜਾਵੇ। ਸੋ ਸਰਨੇ ਨੇ ਤਾਂ ਜਾ ਕੇ ਇਹ ਗੱਲ ਕਹਿ ਦਿੱਤੀ ਜੀ ਸਾਡੀ ਪਾਰਟੀ ਦਾ ਨਾਂ ਅਕਾਲੀ ਦਲ ਜ਼ਰੂਰ ਹੈ, ਦਿੱਲੀ ਅਕਾਲੀ ਦਲ ਹੈ, ਪਰ ਅਸੀਂ ਤਾਂ ਕਦੇ ਚੋਣ ਲੜੀ ਨਹੀਂ, ਨਾ ਅਸੀਂ ਕਦੇ ਮਿਊਨਿਸਪਲ ਕਮੇਟੀ ਦੀ ਚੋਣ ਲੜੀ ਹੈ, ਨਾ ਵਿਧਾਨ ਸਭਾ ਦੀ ਚੋਣ ਲੜੀ ਹੈ, ਨਾ ਅਸੀਂ ਲੋਕ ਸਭਾ ਦੀ ਚੋਣ ਲੜੀ ਹੈ, ਅਸੀਂ ਤਾਂ ਗੁਰਦੁਆਰਾ ਸੇਵਾ 'ਚ ਲੱਗੇ ਹੋਏ। ਉਹਨਾਂ ਨੂੰ ਅਦਾਲਤ ਨੇ ਕਹਿਤਾ ਕਿ ਤੁਸੀਂ ਜਾਓ ਤੇ ਜਾ ਕੇ ਤੁਸੀਂ ਆਪਣਾ ਰਜਿਸਟਰ ਕਰਵਾਓ। ਅਕਾਲੀ ਦਲ ਨੂੰ ਕਹਿ ਦਿੱਤਾ ਕਿ ਕਿਉਂਕਿ ਤੁਸੀਂ ਚੋਣਾਂ ਲੜਦੇ, ਤੁਹਾਡੇ ਸੰਵਿਧਾਨ ਦੋ ਹੈ, ਇਸ ਲਈ ਤੁਹਾਨੂੰ ਇਜਾਜ਼ਤ ਜਿਹੜੀ ਹੈਗੀ ਹੈ ਅਸੀਂ ਨਹੀਂ ਦੇ ਸਕਦੇ। ਜੇ ਤੁਸੀਂ ਰਿਲੀਫ ਲੈਣਾ ਤਾਂ ਤੁਸੀਂ ਗੁਰਦੁਆਰਾ ਡਾਇਰੈਕਟੋਰੇਟ ਦੇ ਕੋਲੇ ਜਾਓ ਜਿਹੜਾ ਦਿੱਲੀ ਦਾ ਬਣਾਇਆ ਹੋਇਆ ਹੈ, ਉੱਥੇ ਤੁਸੀਂ ਆਪਣੇ ਆਪ ਨੂੰ ਸਾਬਤ ਕਰੋ ਕਿ ਤੁਸੀਂ ਧਾਰਮਿਕ ਪਾਰਟੀ ਹੋ, ਸਿਆਸੀ ਪਾਰਟੀ ਨਹੀਂ। ਉਹ ਤੁਹਾਨੂੰ ਜੇ ਨਿਸ਼ਾਨ ਅਲਾਟ ਕਰ ਦਿੰਦੇ, ਸਾਨੂੰ ਕੋਈ ਇਤਰਾਜ਼ ਨਹੀਂ। ਲੇਕਿਨ ਕੱਲ ਜਦੋਂ ਚੋਣਾਂ ਦਾ ਐਲਾਨ ਹੁੰਦਾ, ਪਰਸੋਂ ਚੋਣਾਂ ਦਾ ਐਲਾਨ ਹੋਇਆ, ਪਰਸੋਂ ਚੋਣਾਂ ਦਾ ਐਲਾਨ ਹੋ ਗਿਆ, 25 ਨੂੰ ਹੋਣੀਆਂ, ਅਪ੍ਰੈਲ ਨੂੰ ਚੋਣਾਂ ਹੋਣੀਆਂ, 28 ਅਪ੍ਰੈਲ ਨੂੰ ਜਿਹੜੀ ਹੈਗੀ ਹੈ ਆਉਣੀ ਹੈ ਤੁਹਾਡੀ ਰਿਜ਼ਲਟ ਆਉਣੇ, ਤਾਂ ਉਹਦੇ ਵਿੱਚ ਅਕਾਲੀ ਦਲ ਬਾਦਲ ਦਾ ਨਾਂ ਹੈ ਨਹੀਂ ਸੀ। ਉਹਨਾਂ ਨੇ ਕਹਿ ਦਿੱਤਾ ਕਿ ਇਹ ਤਾਂ ਪੋਲੀਟੀਕਲ ਪਾਰਟੀ ਹੈ, ਡਾਇਰੈਕਟੋਰੇਟ ਨੇ ਕਹਿਤਾ ਅਸੀਂ ਇਹਨਾਂ ਨੂੰ ਚੋਣਾਂ ਲੜਨ ਦੀ ਇਜਾਜ਼ਤ ਨਹੀਂ ਦਿੱਤੀ। ਇਹਦੇ ਤੋਂ ਬਹੁਤ ਜਿਹੜੀ ਹੈਗੀ ਹੈ ਬੁਖਲਾਹਟ ਪੈਦਾ ਹੋ ਗਈ, ਸਿਆਸੀ ਹਲਕਿਆਂ ਦੇ ਵਿੱਚ ਤਰਥੱਲੀ ਮਚ ਗਈ। ਕੱਲ ਸਾਰਾ ਦਿਨ ਇਸ ਗੱਲ ਦੇ ਉੱਤੇ ਚਰਚਾ ਹੁੰਦੀ ਰਹੀ ਹੈ ਕਿ ਅਕਾਲੀ ਦਲ ਬਾਦਲ ਐਤਕੀ ਚੋਣ ਨਹੀਂ ਲੜ ਸਕਦਾ ਔਰ ਇਹ ਦਿੱਲੀ ਦੀ ਕਮੇਟੀ ਦੀ ਚੋਣ ਤੋਂ ਬਾਹਰ ਹੋ ਗਿਆ। ਕੈਸੇ ਲਾਉਣ ਲੱਗ ਪਏ ਲੋਕ ਵੀ ਕੀ ਹੋਊਗਾ, ਕੈਸੇ ਲੱਗਣ ਲੱਗ ਪਏ ਕਿ ਇਹਨਾਂ ਦੇ ਕੋਲੇ ਪੈਸਾ ਬਹੁਤ ਹੈ ਤੇ ਇਹ ਕਿਸੇ ਛੋਟੀ ਪਾਰਟੀ ਜਿਹਦੇ ਕੋਲੇ ਨਿਸ਼ਾਨ ਹੋਵੇ ਉਹਦੇ ਨਿਸ਼ਾਨ ਤੇ ਆਪਣੇ ਬੰਦੇ ਖੜੇ ਕਰ ਸਕਦੇ ਹੈ। ਕੁਝ ਲੋਕਾਂ ਦਾ ਇਹ ਵੀ ਮੰਨਣਾ ਸੀ ਕਿ ਇੰਡੀਪੈਂਡੈਂਟ ਬੰਦੇ ਖੜੇ ਕਰ ਸਕਦੇ ਹੈ। ਐਚ.ਐਸ. ਫੂਲਕਾ ਸਾਹਿਬ ਜਿਹੜੇ ਹੈਗੇ ਉਹ ਲਾਈਵ ਹੋ ਗਏ, ਉਹਨਾਂ ਨੇ ਲਾਈਵ ਹੋ ਕੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਵੀ ਕੀਤਾ ਤੇ ਉਹਨਾਂ ਨੇ ਕਿਹਾ ਜੀ ਇਹ ਸਾਡੀ ਇੱਕ ਵਿਕਟਰੀ ਹੈ, ਅਸੀਂ ਜਿਹੜੇ ਗੁਰਦੁਆਰਾ ਪ੍ਰਬੰਧ ਹੈ ਇਹਦੇ ਵਿੱਚੋਂ ਸਿਆਸਤ ਨੂੰ ਖਤਮ ਕਰਨ ਦੇ ਰਾਹ ਤੁਰੇ ਹੋਏ ਹਾਂ। ਦਿੱਲੀ 'ਚ ਸਾਨੂੰ ਸਫਲਤਾ ਮਿਲ ਗਈ ਹੈ ਤੇ ਅਸੀਂ ਹੁਣ ਇਸੇ ਰਾਹ ਦੇ ਉੱਤੇ ਪੰਜਾਬ 'ਚ ਵੀ ਜਾਵਾਂਗੇ। ਸੁਖਬੀਰ ਸਿੰਘ ਬਾਦਲ ਨੇ, ਕਿਉਂਕਿ ਤੁਹਾਨੂੰ ਪਤਾ ਉਹ ਬਿਮਾਰ ਹੋ ਗਏ ਸੀ ਪਿਛਲੇ ਦਿਨਾਂ 'ਚ, ਉਹਨਾਂ ਨੂੰ ਕਰੋਨਾ ਹੋ ਗਿਆ ਸੀ, ਕਰੋਨਾ 'ਚੋਂ ਬਾਹਰ ਨਿਕਲੇ ਸੀ, ਉਹਨਾਂ ਨੇ ਨਾਲ ਦੀ ਨਾਲ ਹੀ ਆਪਣੀ ਪਾਰਟੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਬੁਲਾ ਲਈ ਸੀ 3 ਅਪ੍ਰੈਲ ਨੂੰ, ਵੀ 3 ਅਪ੍ਰੈਲ ਨੂੰ ਆਓ ਜੀ ਤੇ ਆਪਾਂ ਮੀਟਿੰਗ ਕਰਨੀ ਹੈ। ਲੇਕਿਨ ਉਸੇ ਸਮੇਂ ਦੌਰਾਨ ਜਿਹੜਾ ਇਹ ਸਿੰਗਲ ਬੈਂਚ ਦਾ ਫੈਸਲਾ ਸੀ, ਸਿੰਗਲ ਬੈਂਚ ਦੇ ਫੈਸਲੇ ਦੇ ਖਿਲਾਫ ਉਹ ਡਬਲ ਬੈਂਚ ਕੋਲੇ ਚਲੇ ਗਏ। ਉਹਨਾਂ ਨੇ ਕਹਿ ਦਿੱਤਾ ਜੀ ਗੁਰਦੁਆਰਾ ਡਾਇਰੈਕਟੋਰੇਟ ਨੇ ਜਿਹੜਾ ਸਾਨੂੰ ਇਹ ਰੋਕਿਆ ਇਹ ਬੜੀ ਮਾੜੀ ਗੱਲ ਕੀਤੀ ਹੈ ਔਰ ਇਹਦੇ ਤੇ ਕੁਛ। ਹੁਣ ਦਿੱਲੀ ਦੀ ਜਿਹੜੀ ਹਾਈ ਕੋਰਟ ਹੈ ਉਹਦੇ ਡਿਵੀਜ਼ਨ ਬੈਂਚ ਨੇ ਇਹ ਫੈਸਲਾ ਇਹਨਾਂ ਦੇ ਹੱਕ ਵਿੱਚ ਦਿੱਤਾ ਕਿ ਇਹ ਚੋਣ ਲੜ ਸਕਦੇ ਹੈ। ਇਹਨਾਂ ਦਾ ਜਿਹੜਾ ਚੋਣ ਨਿਸ਼ਾਨ ਬਾਲਟੀ ਆ ਉਹ ਇਹਨਾਂ ਦੇ ਕੋਲੇ ਰਹੂਗਾ। ਦਿੱਲੀ ਦੇ ਵਿੱਚ ਇਹਨਾਂ ਦੇ ਕੋਲੇ ਚੋਣ ਨਿਸ਼ਾਨ ਬਾਲਟੀ ਹੈ ਔਰ ਬਾਲਟੀ ਦੇ ਚੋਣ ਨਿਸ਼ਾਨ ਦੇ ਉੱਤੇ ਆਪਣੀ ਚੋਣ ਲੜ ਸਕਦੇ ਹੈ। ਨਾਲ ਇਹ ਗੱਲ ਕਹੀ ਹੈ ਹਾਈ ਕੋਰਟ ਨੇ ਦਿੱਲੀ ਦੇ ਜਿਹੜਾ ਡਿਵੀਜ਼ਨ ਬੈਂਚ ਹੈ ਕਿ ਇਹਦੇ ਲਈ ਜਿਹੜਾ ਐਨ ਮੌਕੇ ਤੇ ਇਨਕਾਰ ਨਹੀਂ ਸੀ ਕੀਤਾ ਜਾ ਸਕਦਾ, ਸਗੋਂ ਇਹਦੇ ਲਈ ਇਹਨਾਂ ਨੂੰ ਪਹਿਲਾਂ ਕਹਿਣਾ ਚਾਹੀਦਾ ਸੀ ਕਿ ਤੁਸੀਂ ਕੋਈ ਚਾਰਾਜੋਈ ਕਰ ਸਕਦੇ। ਸੋ ਇੱਕ ਵਾਰੀ ਇਹਨਾਂ ਨੂੰ ਰਾਹਤ ਮਿਲ ਗਈ ਹੈ। ਇਹਦੇ ਤੇ ਸੋਸ਼ਲ ਮੀਡੀਆ ਦੇ ਜ਼ਰੀਏ ਜਿਹੜਾ ਪ੍ਰਤੀਕਰਮ ਆਇਆ ਸੁਖਬੀਰ ਸਿੰਘ ਬਾਦਲ ਦਾ, ਉਹ ਇਹ ਗੱਲ ਕਹਿ ਰਹੇ ਹੈ ਜੀ ਇਹ ਦੇਖੋ ਇਹ ਸਾਰਾ ਕੁਝ ਜਿਹੜੀ ਮੋਦੀ ਸਰਕਾਰ ਤੇ ਕੇਜਰੀਵਾਲ ਦੀ ਸਰਕਾਰ ਨੇ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਲੜਨ ਤੋਂ ਰੋਕਣ ਦੀ ਇੱਕ ਸਾਜ਼ਿਸ਼ ਰਚੀ ਸੀ। ਤੇ ਫਿਰ ਉਹ ਕਹਿੰਦੇ ਜੀ ਕਾਨੂੰਨ ਜਿਹੜੀ ਹੈਗੀ ਕਾਨੂੰਨ ਨੇ ਇਹਨਾਂ ਦੀ ਸਾਜ਼ਿਸ਼ ਅਸਫਲ ਬਣਾ ਦਿੱਤੀ ਹੈ। ਇੱਥੇ ਮੈਂ ਇਹ ਜ਼ਿਕਰ ਕਰਨਾ ਚਾਹੂੰਗਾ ਕਿ ਅਸਲ ਦੇ ਵਿੱਚ ਕੇਜਰੀਵਾਲ ਨੇ ਤਾਂ ਇਜਾਜ਼ਤ ਦੇ ਦਿੱਤੀ ਸੀ ਇਹਨਾਂ ਨੂੰ ਕਿ ਤੁਸੀਂ ਚੋਣਾਂ ਲੜ ਲਓ। ਤੁਹਾਡੀ ਯਾਦ ਹੋਣਾ ਆਪਾਂ ਉਹ ਖਬਰ ਡਿਸਕਸ ਵੀ ਕੀਤੀ ਸੀ, ਉਹਦੇ ਵਿੱਚ ਆਪਾਂ ਇਹ ਗੱਲ ਵੀ ਕਹੀ ਸੀ ਕਿ ਸ਼ਾਇਦ ਜਿਹੜੀ ਸਾਂਝ ਅੰਦਰ ਖਾਤੇ ਕੋਈ ਹੋਰ ਹੈ ਕੇਜਰੀਵਾਲ ਦੀ ਤੇ ਬਾਦਲਾਂ ਦੀ, ਕਿਉਂਕਿ ਜਿਹੜੀ ਬਿਕਰਮ ਸਿੰਘ ਮਜੀਠੀਆ ਨੇ ਕੇਜਰੀਵਾਲ ਦੇ ਖਿਲਾਫ ਇੱਕ ਕੇਸ ਕੀਤਾ ਹੋਇਆ ਸੀ ਮਾਨਹਾਨੀ ਦਾ, ਉਸ ਕੇਸ ਦੇ ਵਿੱਚ ਸਮਝੌਤਾ ਹੋ ਗਿਆ ਸੀ, ਮਾਫੀਨਾਮਾ ਦਿੱਤਾ ਸੀ ਕੇਜਰੀਵਾਲ ਨੇ ਔਰ ਉਹ ਕੇਸ ਵਾਪਸ ਹੋ ਗਿਆ ਸੀ। ਉਦੋਂ ਆਪਾਂ ਜ਼ਿਕਰ ਕੀਤਾ ਸੀ ਕਿ ਸ਼ਾਇਦ ਉਹਦਾ ਕਰਕੇ ਇਹਨਾਂ ਨੂੰ ਇਜਾਜ਼ਤ ਦੇ ਦਿੱਤੀ ਹੈ। ਲੇਕਿਨ ਇਹ ਤਾਂ ਫੂਲਕਾ ਹੋਣਾ ਨੇ ਜਿਹੜਾ ਕੇਸ ਹਾਈ ਕੋਰਟ ਦੇ ਵਿੱਚ ਲੜਿਆ ਹੈ ਉਸ ਕੇਸ ਦੀ ਵਜ੍ਹਾ ਕਾਰਨ ਇਹਨਾਂ ਨੂੰ ਨਾ ਹੋਈ ਸੀ। ਹੁਣ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਇਹਨਾਂ ਨੂੰ ਰਿਲੀਫ ਦੇ ਦਿੱਤੀ ਹੈ ਤੇ ਇਹ ਚੋਣ ਲੜਨਗੇ ਜੀ। ਵਾਕਿਆ ਗੱਲ ਸਹੀ ਹੈ ਜੀ, ਕਿਉਂਕਿ ਅਦਾਲਤਾਂ ਦੇ ਫੈਸਲੇ ਆ ਤਾਂ ਆਪਾਂ ਕਿੰਤੂ ਪਰੰਤੂ ਵੀ ਨਹੀਂ ਕਰ ਸਕਦੇ ਜਿਹੜੇ, ਪਰ ਇਹ ਇਦਾਂ ਦਾ ਹੁੰਦਾ ਨਹੀਂਗਾ ਵੀ ਇੱਕ ਪਾਰਟੀ ਦੇ ਦੋ ਸੰਵਿਧਾਨ ਹੋਣ। ਚਲੋ ਕੋਰਟ ਦਾ ਫੈਸਲਾ ਜੀ, ਆਪਾਂ ਕੁਝ ਨਹੀਂ ਕਰ ਸਕਦੇ ਇਸ ਗੱਲ ਤੇ। ਢਿੱਲੋਂ ਸਾਹਿਬ 10 ਕਰੋੜ ਰੁਪਏ ਦੀ ਫਰੌਤੀ ਦੇ ਕੇਸ ਦੇ ਵਿੱਚ ਮੁਖਤਾਰ ਅੰਸਾਰੀ ਨੂੰ ਮੋਹਾਲੀ ਦੀ ਇੱਕ ਅਦਾਲਤ ਨੇ ਦਿੱਤੀ ਚਾਰਜ ਸ਼ੀਟ ਦੀ ਕਾਪੀ, ਤੇ ਪਰ ਉਧਰ ਸੁਪਰੀਮ ਕੋਰਟ ਦਾ ਹੁਕਮ ਸੀਗਾ ਵੀ ਮੁਖਤਾਰ ਅੰਸਾਰੀ ਨੂੰ ਜਿਹੜਾ ਯੂਪੀ ਪੁਲਿਸ ਦੇ ਹਵਾਲੇ ਕੀਤਾ ਜਾਵੇ, ਉੱਥੇ ਉਹਨੂੰ ਲੋੜੀਂਦਾ ਆ। ਕੁਛ ਲੱਗਦਾ ਨਹੀਂ ਇਹਦੇ 'ਚ ਕੋਈ ਘਾਲਾ ਵਾਲਾ ਜੀ? ਦੇਖੋ ਮੁਖਤਾਰ ਅੰਸਾਰੀ ਦੇ ਖਿਲਾਫ ਜਿਹੜਾ ਕੇਸ ਸੀ ਉਹ ਇੱਕ ਬਿਲਡਰ ਨੇ ਦਰਜ ਕਰਾਇਆ ਸੀ ਮੋਹਾਲੀ ਦੇ ਵਿੱਚ ਜੀ, ਔਰ ਉਸ ਬਿਲਡਰ ਦਾ ਇਲਜ਼ਾਮ ਇਹ ਸੀ ਕਿ ਮੁਖਤਾਰ ਅੰਸਾਰੀ ਮੈਥੋਂ 10 ਕਰੋੜ ਰੁਪਏ ਦੀ ਮੰਗ ਕਰ ਰਿਹਾ ਹੈ।
2019 ਦਾ ਇਹ ਕੇਸ ਹੈ ਤੇ ਮੁਖਤਾਰ ਅੰਸਾਰੀ ਨੂੰ ਉਸ ਕੇਸ ਦੀ ਵਜ੍ਹਾ ਕਾਰਨ ਮੋਹਾਲੀ ਦੀ ਇੱਕ ਅਦਾਲਤ ਤੋਂ ਪੁਲਿਸ ਨੇ ਲਿਆ ਪ੍ਰੋਡਕਸ਼ਨ ਵਾਰੰਟ ਔਰ ਉਸ ਪ੍ਰੋਡਕਸ਼ਨ ਵਾਰੰਟ ਦੇ ਆਧਾਰ ਦੇ ਉੱਤੇ ਉਹਨਾਂ ਨੇ ਯੂਪੀ ਦੀ ਜੇਲ੍ਹ ਦੇ ਵਿੱਚੋਂ ਚੰਡੀਗੜ੍ਹ ਆਪਣੀ ਜਿਹੜੀ ਸੀ ਸਾਡੀ ਮੋਹਾਲੀ ਦੀ ਪੁਲਿਸ ਨੂੰ ਲੈ ਕੇ ਤੇ ਇੱਥੇ ਆ ਗਈ। ਇੱਥੇ ਆ ਕੇ ਅਦਾਲਤ ਦੇ ਵਿੱਚ ਉਹਨੂੰ ਪੇਸ਼ ਕੀਤਾ। ਪੇਸ਼ ਕਰਨ ਤੋਂ ਬਾਅਦ ਉਹਦਾ ਰਿਮਾਂਡ ਹਾਸਲ ਕੀਤਾ ਤੇ ਫਿਰ ਉਹਨੂੰ ਜੇਲ੍ਹ ਭੇਜਤਾ ਸੀ। ਲਗਭਗ 2019 ਤੋਂ ਉਹ ਰੋਪੜ ਦੀ ਜੇਲ੍ਹ ਵਿੱਚ ਬੰਦ ਹੈ। ਉਹਦੀਆਂ ਪੇਸ਼ੀਆਂ ਜਿਹੜੀਆਂ ਉਹ ਪੇਸ਼ੀਆਂ ਇਹਦੇ ਰਾਹੀਂ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਉਹ ਭੁਗਤਾ ਰਿਹਾ, ਲੇਕਿਨ ਉਹਦੇ ਖਿਲਾਫ ਚਾਰਜ ਸ਼ੀਟ ਦਾਇਰ ਨਹੀਂ ਸੀ ਕੀਤੀ। ਫਿਰ ਇਹ ਮਾਮਲਾ ਜਿਹੜਾ ਹੈਗਾ ਯੂਪੀ ਦੀ ਪੁਲਿਸ ਦੇ ਧਿਆਨ ਵਿੱਚ ਆਇਆ ਤੇ ਯੂਪੀ ਦੀ ਪੁਲਿਸ ਨੇ ਕਿਹਾ ਕਿ ਮੁਖਤਾਰ ਅੰਸਾਰੀ ਦੇ ਖਿਲਾਫ ਕਈ ਕੇਸ ਚੱਲਦੇ ਹੈ ਔਰ ਉਹ ਕੇਸ ਐਮਐਲਏ ਤੇ ਐਮਪੀਆਂ ਦੇ ਜਿਹੜੇ ਮੁਕੱਦਮਿਆਂ ਲਈ ਸਪੈਸ਼ਲ ਅਦਾਲਤ ਬਣੀ ਹੈ ਉਸ ਅਦਾਲਤ ਵਿੱਚ ਚੱਲਦੇ ਹੈ। ਇਸ ਕਰਕੇ ਇਹਨੂੰ ਉੱਥੇ ਜਿਹੜੀ ਹੈ ਪੇਸ਼ੀ ਭੁਗਤਾਉਣੀ ਜ਼ਰੂਰੀ ਹੈ ਤੇ ਇਹਨੂੰ ਲੈ ਕੇ ਜਾਣਾ ਹੈ। ਉਹ ਵਾਰ-ਵਾਰ ਉਹਨੂੰ ਲਿਜਾਣ ਵਾਸਤੇ ਆਉਂਦੇ ਰਹੇ, ਲੇਕਿਨ ਸਾਡਾ ਜੇਲ੍ਹ ਪ੍ਰਸ਼ਾਸਨ ਦੇਣ ਤੋਂ ਇਨਕਾਰ ਕਰਦਾ ਰਿਹਾ ਤੇ ਬਹਾਨਾ ਜੇਲ੍ਹ ਪ੍ਰਸ਼ਾਸਨ ਦੇ ਕੋਲ ਇਹ ਹੁੰਦਾ ਸੀ ਕਿ ਇਸ ਬੰਦੇ ਨੂੰ ਜਿਹੜੀ ਹੈਗੀ ਬਹੁਤ ਸਾਰੀਆਂ ਤਕਲੀਫਾਂ ਹੈ, ਇਹ ਸਫਰ ਨਹੀਂ ਕਰ ਸਕਦਾ, ਇਹਨੂੰ ਟ੍ਰੀਟਮੈਂਟ ਦੀ ਲੋੜ ਆ। ਡਾਕਟਰਾਂ ਦੇ ਸਰਟੀਫਿਕੇਟ ਵਾਰੀ-ਵਾਰੀ ਦਿਖਾ ਦਿੰਦੇ ਸੀ ਜਾਂ ਲੋ ਸਰਟੀਫਿਕੇਟ ਤੇ ਉਹ ਵਾਪਸ ਚਲੇ ਜਾਂਦੇ ਸੀ। ਇਹ ਮਾਮਲਾ ਕਾਫੀ ਰਿੜਕਿਆ ਜਾਣ ਲੱਗ ਪਿਆ ਕਿਉਂਕਿ ਜਦੋਂ ਆਪਾਂ ਮੁਖਤਾਰ ਅੰਸਾਰੀ ਦੀ ਗੱਲ ਕਰਦੇ ਹਾਂ, ਮੁਖਤਾਰ ਅੰਸਾਰੀ ਇਕੱਲਾ ਗੈਂਗਸਟਰ ਨਹੀਂ, ਇਹ ਇੱਕ ਰਾਜਨੀਤਿਕ ਹਸਤੀ ਵੀ ਹੈ। ਹਸਤੀ ਮੈਂ ਇਸ ਕਰਕੇ ਕਹਿਣਾ ਕਿ ਬੜੇ ਲੰਬੇ ਸਮੇਂ ਤੋਂ ਇਹ ਬੰਦਾ ਜੇਲ੍ਹ ਦੇ ਵਿੱਚ ਹੋਣ ਦੇ ਬਾਵਜੂਦ ਵੀ ਆਪਣੇ ਵਿਧਾਨ ਸਭਾ ਹਲਕੇ ਤੋਂ ਐਮਐਲਏ ਬਣਦਾ ਆਉਂਦਾ ਹੈ। ਪਰਿਵਾਰ ਦਾ ਪਿਛੋਕੜ ਵੀ ਇਹਨਾਂ ਦਾ ਪੋਲੀਟੀਕਲ ਹੈ। ਇਹਦਾ ਜਿਹੜਾ ਹੈਗਾ ਦਾਦਾ ਉਹ ਆਲ ਇੰਡੀਆ ਕਾਂਗਰਸ ਕਮੇਟੀ ਦਾ ਪ੍ਰਧਾਨ ਰਿਹਾ ਹੈ ਤੇ ਸਾਡੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਰਹੇ ਹੈ ਮਿਸਟਰ ਅੰਸਾਰੀ, ਉਹ ਵੀ ਇਹਨਾਂ ਦੇ ਖਾਨਦਾਨ ਦੇ ਵਿੱਚੋਂ ਇਹਨਾਂ ਦੇ ਰਿਸ਼ਤੇਦਾਰ ਹੈ। ਸੋ ਇਹ ਪਰਿਵਾਰ ਕਾਫੀ ਲੰਬੇ ਸਮੇਂ ਤੋਂ ਰਾਜਨੀਤੀ ਦੇ ਨਾਲ ਜੁੜਿਆ ਹੋਇਆ ਹੈ। ਕਦੇ ਇਹ ਇੰਡੀਪੈਂਡੈਂਟ ਚੋਣ ਜਿੱਤਦਾ ਹੁੰਦਾ ਤੇ ਕਦੇ ਇਹ ਬੰਦਾ ਬਹੁਜਨ ਸਮਾਜ ਪਾਰਟੀ ਵੱਲੋਂ ਚੋਣ ਜਿੱਤਦਾ ਹੁੰਦਾ। ਇਸ ਵੇਲੇ ਇਹ ਬਹੁਜਨ ਸਮਾਜ ਪਾਰਟੀ ਦਾ ਐਮਐਲਏ ਹੈ। ਇਹ ਜਿਹੜੀ ਇਹਦੇ ਖਿਲਾਫ ਜਿਹੜੇ ਇਲਜ਼ਾਮ ਕਾਫੀ ਹੈ, ਲੇਕਿਨ ਜਿਹੜਾ ਸਭ ਤੋਂ ਵੱਡਾ ਇਲਜ਼ਾਮ ਹੈ ਇਹ ਹੈ ਕਿ ਕ੍ਰਿਸ਼ਨਾਨੰਦ ਰਾਏ ਨਾਂ ਦਾ ਇੱਕ ਐਮਐਲਏ ਸੀ। ਉਸ ਐਮਐਲਏ ਦਾ ਬੜੀ ਦਰਿੰਦਗੀ ਦੇ ਨਾਲ ਕਤਲ ਹੋਇਆ ਸੀ ਯੂਪੀ ਦੇ ਵਿੱਚ ਔਰ ਕ੍ਰਿਸ਼ਨਾਨੰਦ ਰਾਏ ਭਾਰਤੀ ਜਨਤਾ ਪਾਰਟੀ ਦਾ ਐਮਐਲਏ ਹੁੰਦਾ ਸੀ। ਹਾਲਾਂਕਿ ਉਸ ਵੇਲੇ ਮੁਖਤਾਰ ਅੰਸਾਰੀ ਖੁਦ ਜੇਲ੍ਹ ਦੇ ਵਿੱਚ ਸੀ, ਪਰ ਕੇਸ ਇਹ ਬਣਿਆ ਸੀ ਕਿ ਮੁਖਤਾਰ ਅੰਸਾਰੀ ਨੇ ਆਪਣੇ ਬੰਦਿਆਂ ਰਾਹੀਂ ਆਪਣਾ ਜਿਹੜਾ ਗੈਂਗ ਹੈ ਉਸ ਗੈਂਗ ਰਾਹੀਂ ਉਹਦਾ ਕਤਲ ਕਰਵਾਇਆ ਸੀ। ਇਸ ਲਈ ਉਹ ਇਹਦੇ ਤੇ ਕੇਸ ਚੱਲਿਆ, ਬਹੁਤ ਲੰਬੇ ਸਮੇਂ ਤੋਂ ਕੇਸ ਚੱਲਦਾ ਰਿਹਾ। ਕੇਸ ਹੋਰ ਵੀ ਇਹਦੇ ਤੇ ਕਾਫੀ ਚੱਲੀ ਹੈ। ਫਿਰ ਇੱਕ ਮਾਮਲਾ ਇਹ ਵੀ ਆਇਆ ਕਿ ਇਹਦੇ ਗੈਂਗਸਟਰ ਹੈ ਉਹਨਾਂ ਦੇ ਨਾਲ ਬਰਜੇਸ਼ ਸਿੰਘ ਵਗੈਰਾ ਉਹਨਾਂ ਦੇ ਨਾਲ ਇਹਦੀ ਕਾਫੀ ਅਣਬਣ ਹੈ। ਸੋ ਜੋਗੀ ਆਦਿੱਤਿਆਨਾਥ ਹੋਰਾਂ ਦੀ ਸਮਝ ਇਹਨਾਂ ਨੂੰ ਲਿਆ ਕੇ ਇਹਨਾਂ ਦੀ ਇੱਥੇ ਟ੍ਰਾਇਲ ਕਰਵਾਈ ਜਾਵੇ। ਕਾਗਜ਼ਾਂ ਪੱਤਰਾਂ ਦੇ ਵਿੱਚ ਉਹ ਕਹਿੰਦੇ ਟ੍ਰਾਇਲ ਕਰਾਉਣਾ ਕਿਉਂਕਿ ਅਦਾਲਤ ਨੂੰ ਬੰਦੇ ਦੀ ਲੋੜ ਹੈ, ਲੇਕਿਨ ਮੁਖਤਾਰ ਅੰਸਾਰੀ ਤੇ ਉਹਦੇ ਸਮਰਥਕਾਂ ਦਾ ਇਹ ਮੰਨਣਾ ਹੈ ਕਿ ਅਸਲ ਦੇ ਵਿੱਚ ਇਹ ਟ੍ਰਾਇਲ ਨਹੀਂ ਕਰਾਉਣਾ ਚਾਹੁੰਦੇ, ਮੁਕੱਦਮੇ ਦਾ ਇਹ ਫੈਸਲਾ ਨਹੀਂ ਕਰਵਾਉਣਾ ਚਾਹੁੰਦੇ, ਇਹਦਾ ਪੱਕਾ ਫੈਸਲਾ ਕਰਨਾ ਚਾਹੁੰਦੇ ਆ ਮੁਖਤਾਰ ਅੰਸਾਰੀ ਦਾ। ਇਹਨੂੰ ਖਤਮ ਕਰਨਾ ਚਾਹੁੰਦੇ ਹੈ, ਇਹਨੂੰ ਕਤਲ ਕਰਨਗੇ, ਮੁਕਾਬਲੇ ਵਿੱਚ ਮਾਰਨਗੇ ਕਿਉਂਕਿ ਇਹ ਬੀਜੇਪੀ ਦੀਆਂ ਅੱਖਾਂ ਦੇ ਵਿੱਚ ਰੜਕਦਾ ਹੈ। ਕਾਰਨ ਉਹਦੇ ਦੋ ਹੈ ਵੀ ਇੱਕ ਤਾਂ ਉਹ ਬੰਦਾ ਹੈਗਾ ਜਿਹੜਾ ਮੁਸਲਮਾਨ ਹੈ, ਦੂਸਰਾ ਜਿਹੜਾ ਹੈਗਾ ਉਹ ਬੰਦਾ ਉਹਨਾਂ ਦੇ ਲਈ ਇੱਕ ਚੁਣੌਤੀ ਉੱਥੇ ਬਣਿਆ, ਤੀਸਰਾ ਇਹ ਹੈ ਕਿ ਉਹਦੇ ਖਿਲਾਫ ਇਹ ਇਲਜ਼ਾਮ ਹੈ ਕਿ ਉਹਨੇ ਭਾਰਤੀ ਜਨਤਾ ਪਾਰਟੀ ਦੇ ਇੱਕ ਐਮਐਲਏ ਦਾ ਕਤਲ ਕਰਵਾਇਆ ਹੈ। ਤੇ ਹੁਣ ਜਦੋਂ ਭਾਰਤੀ ਜਨਤਾ ਪਾਰਟੀ ਦੀ ਆਪਣੀ ਸਰਕਾਰ ਹੈ ਤੇ ਮੁੱਖ ਮੰਤਰੀ ਜੋਗੀ ਆਦਿੱਤਿਆਨਾਥ ਉਹ ਹੈ ਜਿਹੜੇ ਮੁੱਖ ਮੰਤਰੀ ਦੇ ਖਿਲਾਫ ਇਹ ਇਲਜ਼ਾਮ ਲੱਗਦਾ ਕਿ ਉਹ ਆਪਣੇ ਵਿਰੋਧੀਆਂ ਦਾ ਜਾਤੀ ਤੌਰ ਤੇ ਸਫਾਇਆ ਕਰਵਾ ਰਿਹਾ ਹੈ। ਉਹਦੇ ਤੇ ਇਹ ਇਲਜ਼ਾਮ ਲੱਗਿਆ ਪਹਿਲਾਂ ਕਿ ਉਹਨੇ ਕੁਝ ਜਿਹੜੇ ਹੈਗੇ ਆ ਲੋਕਾਂ ਨੂੰ ਡਕੈਤਾਂ ਦੇ ਰੂਪ ਦੇ ਵਿੱਚ ਖਤਮ ਕਰਵਾਇਆ, ਕੁਝ ਲੋਕਾਂ ਨੂੰ ਉਹਨੇ ਗੈਂਗਸਟਰਾਂ ਦੇ ਰੂਪ ਦੇ ਵਿੱਚ ਖਤਮ ਕਰਵਾਇਆ। ਫਿਰ ਵਿਕਾਸ ਦੂਬੇ ਵਰਗੇ ਬੰਦੇ ਜਿਹੜੇ ਉਹਨਾਂ ਨੇ ਆਪ ਹੀ ਪੈਦਾ ਕੀਤੇ ਸੀ ਤੇ ਜਦੋਂ ਉਹਨਾਂ ਲਈ ਚੁਣੌਤੀ ਬਣ ਗਈ ਤੇ ਫਿਰ ਤੁਹਾਨੂੰ ਪਤਾ ਹੈ ਕਿ ਉਹਦਾ ਕਾਨਪੁਰ ਦੇ ਕੋਲੇ ਕਿਵੇਂ ਐਨਕਾਊਂਟਰ ਹੋਇਆ ਸੀ ਮੀਡੀਆ ਦੀਆਂ ਗੱਡੀਆਂ ਨੂੰ ਰੋਕਣ ਵਾਸਤੇ ਜਿਹੜੀਆਂ ਮੱਧ ਪ੍ਰਦੇਸ਼ ਉਹਦੇ ਨਾਲ ਆ ਰਹੀਆਂ ਸੀ, ਕਿਸ ਤਰ੍ਹਾਂ ਟੋਲ ਪਲਾਜ਼ਾ ਵਾਲੇ ਗੇਟ ਬੰਦ ਕੀਤੇ ਗਏ ਔਰ ਬਾਅਦ ਦੇ ਵਿੱਚ ਇਹ ਕਿਹਾ ਗਿਆ ਕਿ ਜੀ ਉਹ ਬੰਦਾ ਜਿਹੜਾ ਹੈਗਾ ਪੁਲਿਸ ਦੀ ਉਹਦੀ ਗੱਡੀ ਉਲਟ ਗਈ ਤੇ ਕਸਟਡੀ ਦੇ ਵਿੱਚੋਂ ਭੱਜ ਗਿਆ ਸੀ ਰਾਈਫਲ ਲੈ ਕੇ, ਤੇ ਜਦੋਂ ਉਹਨੂੰ ਰੋਕਣ ਦਾ ਯਤਨ ਕੀਤਾ ਉਹਨੇ ਪੁਲਿਸ ਦੇ ਉੱਤੇ ਗੋਲੀਆਂ ਵਗੈਰਾ ਚਲਾਤੀਆਂ ਸੀ। ਫਿਰ ਇਹ ਇਲਜ਼ਾਮ ਵੀ ਲੱਗੇ ਉੱਥੇ ਦੀ ਜਿਹੜੀ ਬ੍ਰਾਹਮਣ ਲਾਬੀ ਹੈ, ਬ੍ਰਾਹਮਣ ਲਾਬੀ ਨੇ ਇਲਜ਼ਾਮ ਲਾਏ ਕਿ ਇਹ ਰਾਜਪੂਤ ਜਾਂ ਜਿਹੜੇ ਆਪਾਂ ਠਾਕੁਰ ਭਾਈਚਾਰੇ ਨਾਲ ਸੰਬੰਧਿਤ ਹੋਣ ਕਰਕੇ ਠਾਕਰਾਂ ਨੂੰ ਪ੍ਰਮੋਟ ਕਰਦੇ ਆ ਜੋਗੀ ਆਦਿੱਤਿਆਨਾਥ ਤੇ ਬਾਕੀ ਲੋਕਾਂ ਨੂੰ ਮਾਰਦੇ ਆ। ਜੇ ਆਪਾਂ ਹਿੰਦੂਤਵ ਦੀ ਗੱਲ ਕਰੀਏ ਤਾਂ ਹਿੰਦੂਤਵ ਦੇ ਵਿੱਚ ਜਿਹੜੀ ਸਭ ਤੋਂ ਉੱਪਰਲੀ ਜਾਤੀ ਗਿਣੀ ਜਾਂਦੀ ਹੈ ਉਹ ਬ੍ਰਾਹਮਣ ਗਿਣੇ ਜਾਂਦੀ ਹੈ।
ਤੇ ਜੇ ਬ੍ਰਾਹਮਣ ਵੀ ਇਹ ਇਲਜ਼ਾਮ ਲਾਉਂਦੇ ਆ ਤਾਂ ਫਿਰ ਮੁਖਤਾਰ ਅਨਸਾਰੀ ਦੇ ਸਮਰਥਕਾਂ ਦਾ ਇਹ ਮੁਖਤਾਰ ਅਨਸਾਰੀ ਨੂੰ ਖਤਮ ਕੀਤਾ ਜਾ ਸਕਦਾ ਹੈ, ਕਿਸੇ ਹੱਦ ਤੱਕ ਠੀਕ ਲੱਗਦਾ ਸੀ। ਔਰ ਕਿਉਂਕਿ ਲਿੰਕ ਤੁਹਾਨੂੰ ਪਤਾ ਪੋਲੀਟੀਕਲ ਬੰਦਿਆਂ ਦੇ ਹੁੰਦੇ ਬੜੇ ਇਹਦਾ ਬੇਟਾ ਜਿਹੜਾ ਹੈਗਾ ਸ਼ੂਟਰ ਹੈ ਬਹੁਤ ਤਕੜਾ, ਉਹ ਸ਼ੂਟਿੰਗ ਜਿਹੜੀ ਰਾਈਫਲ ਐਸੋਸੀਏਸ਼ਨ ਆ ਉਹਦੇ ਲਿੰਕ ਵਗੈਰਾ ਵੀ ਲੋਕਾਂ ਨੇ ਜੋੜੇ ਨਾਲ ਕੇ ਜੀ ਉਹਦਾ ਕਰਕੇ ਪੰਜਾਬ ਦੇ ਵਿੱਚ ਕਾਂਗਰਸੀ ਸਰਕਾਰ ਹੈ ਜਿਹੜੀ ਇਹਨੂੰ ਪ੍ਰੋਟੈਕਸ਼ਨ ਉਹਨਾਂ ਨੇ ਮੁਹੱਈਆ ਕੀਤੀ ਹੋਈ ਹੈ ਜੇਲ੍ਹ ਦੇ ਵਿੱਚ ਰੱਖ ਕੇ। ਇਸੇ ਤਰੀਕੇ ਕ੍ਰਿਸ਼ਨਾਨੰਦ ਰਾਏ ਦੀ ਜਿਹੜੀ ਵਾਈਫ ਹੈ ਉਹਨੇ ਪ੍ਰਿੰਕਾ ਗਾਂਧੀ ਵਾਡਰਾ ਜਿਹੜੀ ਜਨਰਲ ਸੈਕਟਰੀ ਹੈ ਕਾਂਗਰਸ ਦੀ ਔਰ ਇੰਚਾਰਜ ਹੈ ਯੂਪੀ ਦੀ, ਉਹਨੂੰ ਵੀ ਉਹਨੇ ਟਵੀਟ ਵਗੈਰਾ ਕੀਤੇ, ਚਿੱਠੀਆਂ ਲਿਖੀਆਂ, ਪੁੱਛਿਆ ਕਿ ਤੁਹਾਡੀ ਸਰਕਾਰ ਜਿਹੜੀ ਹੈਗੀ ਇੱਕ ਗੈਂਗਸਟਰ ਨੂੰ ਰੱਖੀ ਬੈਠੀ ਹੈ, ਇਹਦੇ ਬਾਰੇ ਤੁਹਾਡਾ ਕੀ ਨਜ਼ਰੀਆ ਵਗੈਰਾ ਹੁੰਦਾ ਰਿਹਾ। ਅਲਟੀਮੇਟਲੀ ਫਿਰ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਯੋਗੀ ਆਦਿੱਤਿਆਨਾਥ ਦੀ ਸਰਕਾਰ ਨੇ ਕਿ ਜੀ ਇਹ ਗੈਂਗਸਟਰ ਸਾਨੂੰ ਚਾਹੀਦੇ ਤੇ ਪੰਜਾਬ ਦੀ ਜਿਹੜੀ ਹੈਗੀ ਹੈ ਪੁਲਿਸ ਸਾਡੇ ਸਪੁਰਦ ਨਹੀਂ ਕਰਦੀ, ਜੇਲ੍ਹ ਡਿਪਾਰਟਮੈਂਟ ਸਪੁਰਦ ਨਹੀਂ ਕਰਦਾ। ਪਿਛਲੇ ਦਿਨਾਂ ਦੇ ਵਿੱਚ ਫੈਸਲਾ ਹੋ ਗਿਆ ਸੀ ਕਿ ਹਾਂ ਇਹਨੂੰ ਯੂਪੀ ਦੀ ਪੁਲਿਸ ਦੇ ਹਵਾਲੇ ਕੀਤਾ ਜਾਵੇ। ਉਸ ਫੈਸਲੇ ਦੇ ਵਿੱਚ ਜਿਹੜੀ ਗੱਲ ਮੁੱਖ ਤੌਰ ਦੇ ਉੱਤੇ ਲਿਖੀ ਹੈ, ਚੰਦੀ ਸਾਹਿਬ ਨੇ ਲਿਖਿਆ ਸੀ ਕਿ 2 ਸਾਲਾਂ ਤੋਂ ਬੰਦਾ ਜੇਲ੍ਹ 'ਚ ਹੈ ਪਰ ਉਹਦੇ ਖਿਲਾਫ ਚਾਰਜ ਸ਼ੀਟ ਦਾਇਰ ਨਹੀਂ ਕੀਤੀ ਗਈ। ਹੁਣ ਪਿਛਲੇ ਦਿਨਾਂ ਦੇ ਵਿੱਚ ਮੋਹਾਲੀ ਦੀ ਪੁਲਿਸ ਨੇ ਅਦਾਲਤ ਦੇ ਵਿੱਚ ਇੱਕ ਚਾਰਜ ਸ਼ੀਟ ਦਾਇਰ ਕਰਤੀ ਮੁਖਤਾਰ ਅਨਸਾਰੀ ਦੇ ਖਿਲਾਫ। ਕੱਲ ਮੁਖਤਾਰ ਅਨਸਾਰੀ ਨੂੰ ਮੋਹਾਲੀ ਦੀ ਕੋਰਟ ਦੇ ਵਿੱਚ ਲਿਆਇਆ ਗਿਆ ਔਰ ਲਿਜਾਣ ਵਾਸਤੇ ਬੜੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸੀ। ਜਿਹੜੀ ਐਂਬੂਲੈਂਸ ਦੇ ਵਿੱਚ ਲੈ ਕੇ ਗਈ ਹੈ ਪੁਲਿਸ, ਉਸ ਐਂਬੂਲੈਂਸ ਦੇ ਉੱਪਰ ਲੱਗਿਆ ਹੋਇਆ ਸੀ ਯੂਪੀ ਦਾ ਨੰਬਰ ਔਰ ਖਬਰ ਏਜੰਸੀਆਂ ਨੇ ਟੈਲੀਵਿਜ਼ਨਾਂ ਨੇ ਇਹ ਕੰਮ ਚੱਕਤਾ ਕਿ ਜੀ ਯੂਪੀ ਦੀ ਪੁਲਿਸ ਨੂੰ ਲੈਣ ਵਾਸਤੇ ਆ ਗਈ ਤੇ ਅੱਜ ਮੁਖਤਾਰ ਅਨਸਾਰੀ ਨੂੰ ਯੂਪੀ ਨੂੰ ਟ੍ਰਾਂਸਫਰ ਕਰ ਦਿੱਤਾ ਜਾਊਗਾ। ਲੇਕਿਨ ਜਦੋਂ ਮੁਖਤਾਰ ਅਨਸਾਰੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਤਾਂ ਉਹ ਵੀਲ ਚੇਅਰ ਦੇ ਉੱਤੇ ਬੈਠਾ ਸੀ। ਪੁਲਿਸ ਵਾਲੇ ਉਹਨੂੰ ਸਿਕਿਉਰਿਟੀ ਵੀ ਪ੍ਰੋਵਾਈਡ ਕਰ ਰਹੇ ਸੀ ਤੇ ਪੁਲਿਸ ਵਾਲੇ ਉਹਦੀ ਜਿਹੜੀ ਵੀਲ ਚੇਅਰ ਢੱਕ ਕੇ ਵੀ ਅਦਾਲਤ ਵੱਲ ਲੈ ਜਾਂਦੇ ਸੀ। ਅਦਾਲਤ ਨੇ ਉਹਨੂੰ ਚਾਰਜ ਸ਼ੀਟ ਦੀ ਕਾਪੀ ਦਿੱਤੀ ਔਰ ਉਹ ਤੋਂ ਬਾਅਦ 12 ਅਪ੍ਰੈਲ ਲਈ ਉਹਨੂੰ ਫਿਰ ਦੁਬਾਰਾ ਜੇਲ੍ਹ ਦੇ ਵਿੱਚ ਭੇਜਤਾ। ਅਗਲੀ ਪੇਸ਼ੀ 12 ਅਪ੍ਰੈਲ ਦਿੱਤੀ ਹੈ। ਹੁਣ ਕਿਸੇ ਵੇਲੇ ਵੀ ਯੂਪੀ ਪੁਲਿਸ ਉਹਨੂੰ ਲਿਜਾਣ ਵਾਸਤੇ ਆ ਸਕਦੀ ਹੈ ਔਰ ਪੰਜਾਬ ਸਰਕਾਰ ਨੂੰ ਉਹਨੂੰ ਯੂਪੀ ਦੀ ਪੁਲਿਸ ਦੇ ਸਪੁਰਦ ਕਰਨਾ ਪੈਣਾ ਹੈ। ਲੇਕਿਨ ਇਹਦੇ ਨਾਲ ਹੀ ਇੱਕ ਘਟਨਾ ਹੋਰ ਵਾਪਰ ਗਈ। ਮੁਖਤਾਰ ਅਨਸਾਰੀ ਦੀ ਵਾਈਫ ਨੇ ਇੱਕ ਚਿੱਠੀ ਲਿਖ ਦਿੱਤੀ ਦੇਸ਼ ਦੇ ਰਾਸ਼ਟਰਪਤੀ ਨੂੰ ਤੇ ਨਾਲ ਹੀ ਉਸ ਚਿੱਠੀ ਦਾ ਇੱਕ ਉਤਾਰਾ ਭੇਜ ਦਿੱਤਾ ਜਿਹੜਾ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਆ ਸਾਡਾ, ਉਹਨੇ ਖਦਸ਼ਾ ਪ੍ਰਗਟ ਕੀਤਾ ਕਿ ਜਦੋਂ ਮੁਖਤਾਰ ਅਨਸਾਰੀ ਨੂੰ ਰੋਪੜ ਦੀ ਜੇਲ੍ਹ ਤੋਂ ਲੈ ਕੇ ਯੂਪੀ ਦੇ ਵਿੱਚ ਲਿਆਂਦਾ ਜਾਊਗਾ, ਮੈਨੂੰ ਇਹ ਖਦਸ਼ਾ ਕਿ ਰਾਹ ਦੇ ਵਿੱਚ ਮੁਖਤਾਰ ਅਨਸਾਰੀ ਦਾ ਐਨਕਾਊਂਟਰ ਕਰ ਦਿੱਤਾ ਜਾਊ। ਉਹਨੇ ਕੁਝ ਗੈਂਗਸਟਰਾਂ ਦੇ ਨਾਂ ਲਏ ਆ ਜਿਨ੍ਹਾਂ ਦੇ ਵਿੱਚੋਂ ਇੱਕ ਗੈਂਗਸਟਰ ਬੀਜੇਪੀ ਵੱਲੋਂ ਯੂਪੀ ਦੀ ਵਿਧਾਨ ਪਰਿਸ਼ਦ ਦਾ ਮੈਂਬਰ ਹੈ। ਉਹ ਕਹਿੰਦੀ ਵੀ ਉਹ ਜਿਹੜਾ ਉੱਥੋਂ ਦਾ ਯੂਪੀ ਦਾ ਪ੍ਰਸ਼ਾਸਨ ਹੈ, ਸਰਕਾਰ ਆ, ਉਹਦੇ ਨਾਲ ਉਹਦੀ ਮਿਲੀ ਭੁਗਤ ਹੈ ਔਰ ਪ੍ਰਸ਼ਾਸਨ ਜਿਹੜਾ ਹੈਗਾ ਤੇ ਗੈਂਗਸਟਰ ਮਿਲ ਕੇ ਮੁਖਤਾਰ ਅਨਸਾਰੀ ਦਾ ਕਤਲ ਕਰ ਸਕਦੇ ਹੈ। ਸੋ ਉਹਨੇ ਮੰਗ ਕੀਤੀ ਹੈ ਕਿ ਮੁਖਤਾਰ ਅਨਸਾਰੀ ਨੂੰ ਜਦੋਂ ਪੰਜਾਬ ਤੋਂ ਸ਼ਿਫਟ ਕਰ ਰਹੇ ਇਹਦੇ ਲਈ ਇਹ ਪ੍ਰਬੰਧ ਕੀਤਾ ਜਾਵੇ ਕਿ ਯੂਪੀ ਦੀ ਪੁਲਿਸ ਦੀ ਬਜਾਏ ਪਾਰਾਮਿਲਟਰੀ ਫੋਰਸਸ CRP ਜਾਂ BSF ਦੀ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਵੇ, ਉਹ ਲੈ ਕੇ ਆਉਣ। ਔਰ ਉਹਨੇ ਕਿਹਾ ਕਿ ਮੈਂ ਬਹੁਤ ਬੁਰੀ ਤਰ੍ਹਾਂ ਡਰੀ ਹੋਈ ਹੈ। ਜਿਹੜੀ ਉਹਨੇ ਚਿੱਠੀ ਲਿਖੀ ਹੈ ਉਹ ਚਿੱਠੀ ਕੱਲ ਮੁਖਤਾਰ ਅਨਸਾਰੀ ਦੇ ਭਰਾ ਨੇ ਮੀਡੀਆ ਦੇ ਨਾਂ ਤੇ ਜਾਰੀ ਕੀਤੀ ਹੈ। ਮੀਡੀਆ ਨੂੰ ਉਹਨੇ ਉਹ ਦਿਖਾਈ ਹੈ ਕਿ ਉਸ ਚਿੱਠੀ ਦੇ ਵਿੱਚ ਆਹ ਕੁਛ ਲਿਖਿਆ ਹੋਇਆ। ਸੋ ਇਹ ਯੂਪੀ ਦੀ ਪੋਲਿਟਿਕਸ ਹੈ ਜੀ। ਯੂਪੀ ਦੀ ਪੋਲਿਟਿਕਸ ਦੇ ਵਿੱਚ ਬੜਾ ਕੁਛ ਚੱਲਦਾ ਹੈ ਲੇਕਿਨ ਸਾਨੂੰ ਇਹ ਗੱਲ ਮੰਨਣੀ ਪੈਣੀ ਹੈ ਕਿ ਮੁਖਤਾਰ ਅਨਸਾਰੀ ਜੇ ਜੇਲ੍ਹ ਦੇ ਵਿੱਚ ਬੈਠਾ MLA ਬਣਦਾ ਹੈ, ਇੱਕ ਪਾਸੇ ਉਹ ਆਪਣੇ ਵਿਰੋਧੀਆਂ ਦੇ ਲਈ ਖੂੰਖਾਰ ਗੈਂਗਸਟਰ ਹੈ, ਇੱਕ ਬੜਾ ਵੱਡਾ ਜਿਹੜਾ ਹੈਗਾ ਅਪਰਾਧੀ ਹੈ, ਲੇਕਿਨ ਜਿਹੜੇ ਆਮ ਲੋਕ ਆ ਉੱਥੋਂ ਦੇ ਉਹਨਾਂ ਦੇ ਲਈ ਉਹ ਇੱਕ ਜਿਹੜਾ ਹੈਗਾ ਰੋਬਨ ਹੁੱਡ ਹੈ। ਉੱਥੋਂ ਦੇ ਲੋਕ ਜਿਹੜੇ ਉਹਨੂੰ ਵੋਟਾਂ ਪਾਉਂਦੇ ਉਹ ਸਮਝਦੇ ਆ ਕਿ ਜਿਹੜੇ ਪੈਸਾ ਕਮਾਉਂਦਾ 2 ਨੰਬਰ ਦੇ ਧੰਦੇ ਰਾਹੀਂ, ਚਾਹੇ ਉਹ ਫਰੋਤੀਆਂ ਦੇ ਰਾਹੀਂ ਕਮਾਉਂਦਾ, ਚਾਹੇ ਉਹ ਠੇਕੇਦਾਰੀ ਦੇ ਰਾਹੀਂ, ਮਾਈਨਿੰਗ ਦੇ ਰਾਹੀਂ ਕੁਛ ਵੀ ਕਮਾਉਂਦਾ, ਉਹ ਪੈਸਾ ਜਿਹੜਾ ਹੈਗਾ ਉਹ ਗਰੀਬ ਗੁਰਬੇ ਦੀ ਭਲਾਈ ਵਾਸਤੇ ਖਰਚ ਕਰ ਦਿੰਦਾ ਹੈ। ਇਹ ਵੀ ਗੱਲਾਂ ਆ ਰਹੀਆਂ ਹੁਣ ਅਖਬਾਰਾਂ ਦੇ ਵਿੱਚ ਆ ਰਹੀਆਂ, ਮੈਗਜ਼ੀਨਾਂ ਦੇ ਵਿੱਚ ਆ ਰਹੀਆਂ ਕਿ ਜਿਹੜੇ ਉਹਦੇ ਹਲਕੇ ਦੇ ਵਿਕਾਸ ਦੇ ਕੰਮ ਹੈ ਉਹਨਾਂ ਵਿਕਾਸ ਕੰਮਾਂ ਲਈ ਸਰਕਾਰ ਜਿੰਨਾ ਪੈਸਾ ਦਿੰਦੀ ਹੈ, ਸਰਕਾਰ ਨਾਲੋਂ ਵੱਧ ਪੈਸਾ ਉਹ ਆਪਣੇ ਕੋਲੋਂ ਜਿਹੜਾ ਹੈਗਾ ਉਹਦੇ ਤੇ ਖਰਚ ਕਰ ਦਿੰਦਾ ਹੈ। ਸੋ ਇੱਕ ਜਿਹੜੀ ਹੈਗੀ ਹੈ ਇਹ ਬੜੀ ਦੁਬਿਧਾ ਹੈਗੀ ਹੈ ਕਿ ਇੱਕ ਪਾਸੇ ਉਹ ਸਿਰੇ ਦਾ ਗੈਂਗਸਟਰ ਹੈ, ਦੂਜੇ ਪਾਸੇ ਉਹਨੂੰ ਜਿਹੜੇ ਹੈਗੇ ਉਹਦੇ ਹਲਕੇ ਦੇ ਲੋਕ ਇਹ ਮੰਨਦੇ ਆ ਕਿ ਇਹਦੇ ਨਾਲ ਦਾ ਭਲਾ ਬੰਦਾ ਹੀ ਕੋਈ ਨਹੀਂ। ਪਰ ਕਿਉਂਕਿ ਜਿਸ ਕਿਸਮ ਦਾ ਮਾਹੌਲ ਹੈ ਯੂਪੀ ਦਾ ਤੇ ਜਿਵੇਂ ਚੱਲਦਾ ਆਪਾਂ ਵੇਖਿਆ ਪਿਛਲੇ ਸਮੇਂ ਦੇ ਵਿੱਚ ਕਿ ਯੂਪੀ ਦੇ ਵਿੱਚ ਜਿਹੜੇ ਰਾਜਸੀ ਵਿਰੋਧੀ ਆ, ਰਾਜਸੀ ਵਿਰੋਧੀਆਂ ਦਾ ਸਫਾਇਆ ਉਹ ਗੈਂਗਸਟਰਾਂ ਦੇ ਰੂਪ ਵਿੱਚ ਹੁੰਦਾ ਹੈ। ਹੁਣ ਦੇਖਣਾ ਇਹ ਹੈ ਕਿ ਮੁਖਤਾਰ ਅਨਸਾਰੀ ਦਾ ਅੰਤ ਕਿਹੋ ਜਿਹਾ ਹੁੰਦਾ ਹੈ। ਮੁਖਤਾਰ ਕਿਉਂਕਿ ਜਿਹੜੀ ਇਲੈਕਸ਼ਨ ਹੈ ਯੂਪੀ ਦੀ ਇਲੈਕਸ਼ਨ ਪੰਜਾਬ ਦੇ ਨਾਲ ਹੀ ਹੋਣੀ ਹੈ 2022 ਦੇ ਵਿੱਚ, ਲਗਭਗ 1 ਸਾਲ ਰਹਿ ਗਿਆ
ਇੱਕ ਸਾਲ ਜਿਹੜਾ ਹੈਗਾ ਇਹ ਬੜਾ ਮਤਲਬ ਉਹਦੇ ਲਈ ਆਪਾਂ ਕਹਾਂਗੇ ਅਗਨੀ ਪ੍ਰੀਖਿਆ ਹੈ। ਇਹਦੇ ਵਿੱਚ ਯੂਪੀ ਦੇ ਵਿੱਚ ਕਿਉਂਕਿ ਯੋਗੀ ਆਦਿੱਤਿਆਨਾਥ ਹੈ ਤੇ ਯੋਗੀ ਆਦਿੱਤਿਆਨਾਥ ਬਾਰੇ ਇਹ ਉਹ ਮੰਨ ਕੇ ਤੁਰਦਾ ਕਿ ਯੋਗੀ ਆਦਿੱਤਿਆਨਾਥ ਦੀ ਸਰਕਾਰ ਨੇ ਮੈਨੂੰ ਸ਼ਰਧਾਣੀ ਖਤਮ ਕਰ ਦੇਣਾ ਹੈ। ਉਹਨੇ ਦੇਸ਼ ਦੀ ਸੁਪਰੀਮ ਕੋਰਟ, ਦੇਸ਼ ਦਾ ਰਾਸ਼ਟਰਪਤੀ, ਮਨੁੱਖੀ ਅਧਿਕਾਰ ਕਮਿਸ਼ਨ, ਉਹਨਾਂ ਦੇ ਧਿਆਨ ਦੇ ਵਿੱਚ ਜਦੋਂ ਉਹਦੀ ਵਾਈਫ ਨੇ ਸਾਰਾ ਕੁਝ ਲੈ ਆਂਦਾ ਹੈ ਤਾਂ ਦੇਖਣਾ ਇਹ ਹੈ ਕਿ ਇੱਕ ਨਾਗਰਿਕ ਭਾਵੇਂ ਉਹ ਕਿੱਡਾ ਹੀ ਮਾੜਾ ਹੈ, ਕਿਉਂਕਿ ਅਸੀਂ ਇਹ ਮੰਨਦੇ ਹਾਂ ਕਿ ਬੰਦਾ ਕਿੱਡਾ ਹੀ ਮਾੜਾ ਭਾਵੇਂ ਉਹਦੇ 100 ਕਤਲਾਂ ਦਾ ਕੇਸ ਹੋਵੇ, ਉਹਨੂੰ ਜਿਹੜੀ ਸਜ਼ਾ ਦੇਣੀ ਹੈ ਉਹ ਪੁਲਿਸ ਪ੍ਰਸ਼ਾਸਨ ਜਾਂ ਸਰਕਾਰਾਂ ਨੇ ਨਹੀਂ ਦੇਣੀ, ਉਹ ਅਦਾਲਤਾਂ ਨੇ ਦੇਣੀ ਹੈ। ਉਹਨੂੰ ਕਾਨੂੰਨ ਦੇ ਹਵਾਲੇ ਕਰਨਾ ਚਾਹੀਦਾ। ਉਹ ਚਾਹੇ ਪੰਜਾਬ ਦੇ ਹੋਣ, ਜੇ ਅਸੀਂ ਦੂਜੇ ਲੋਕਾਂ ਦੀ ਗੱਲ ਕਰਦੇ ਤਾਂ ਪੰਜਾਬ ਦੀ ਵੀ ਅਸੀਂ ਇਹੀ ਗੱਲ ਕਰਦੇ ਹਾਂ ਕਿ ਪੰਜਾਬ ਦੇ ਜਿਹੜੇ ਲੋਕ ਜਿਹੜੇ ਐਨਕਾਊਂਟਰ ਕੀਤੇ, ਕਿਉਂ ਐਨਕਾਊਂਟਰ ਕੀਤੇ, ਐਨਕਾਊਂਟਰ ਕਰਨ ਦੀ ਲੋੜ ਕੀ ਸੀਗੀ? ਉਹਨਾਂ ਲੋਕਾਂ ਨੂੰ ਅਦਾਲਤਾਂ 'ਚ ਪੇਸ਼ ਕਿਉਂ ਨਹੀਂ ਕੀਤਾ ਗਿਆ? ਕੋਈ ਵੀ ਅਪਰਾਧੀ ਹੈ ਜਿਹੜਾ ਕੌਮਾਂਤਰੀ ਕਾਨੂੰਨ ਵੀ ਇਹ ਗੱਲ ਕਹਿੰਦਾ ਕਿ ਇਹ ਕੰਮ ਅਦਾਲਤ ਦਾ ਹੈ, ਪਰ ਜੇ ਅਦਾਲਤ ਦੇ ਬਾਹਰ ਇਹ ਕੰਮ ਪੁਲਿਸ ਵੱਲੋਂ ਕੀਤਾ ਜਾਂਦਾ ਹੈ ਤਾਂ ਫਿਰ ਜਿਹੜਾ ਭਾਰਤੀ ਸ਼ਾਸਨ ਪ੍ਰਸ਼ਾਸਨ ਤੇ ਇੱਥੋਂ ਦੀ ਨਿਆਂ ਪ੍ਰਣਾਲੀ ਹੈ ਉਹਦੀ ਕਾਰਗੁਜ਼ਾਰੀ ਦੇ ਸਾਹਮਣੇ ਇੱਕ ਬਹੁਤ ਵੱਡਾ ਸਵਾਲ ਹੋਊਗਾ ਕਿ ਉਹ ਆਪਣੇ ਨਾਗਰਿਕ ਨੂੰ ਬਚਾਉਣ ਦੇ ਵਿੱਚ ਸਫਲ ਹੋਏ ਜਾਂ ਨਹੀਂ ਹੋਏ। ਜੀ ਹਾਂ, ਵਾਕਿਆ ਗੱਲ ਸਹੀ ਹੈ ਢਿੱਲੋਂ ਸਾਹਿਬ। ਜਦੋਂ ਮੁਖਤਾਰ ਅੰਸਾਰੀ ਦੀ ਗੱਲ ਆਉਂਦੀ ਆ ਤੇ ਇੱਕ ਹੋਰ ਯੂਪੀ ਦੀ ਘਟਨਾ ਵਾਪਰੀ ਹੈ ਜੀ। ਕਹਿੰਦੇ ਯੋਗੀ ਆਦਿੱਤਿਆਨਾਥ ਦੇ ਮੰਚ ਤੋਂ ਯੂਪੀ ਦੇ ਇੱਕ ਗੈਂਗਸਟਰ ਦੀ ਮੌਜੂਦਗੀ ਤੇ ਸਾਬਕਾ IAS ਸੂਰਿਆ ਪ੍ਰਤਾਪ ਸਿੰਘ ਨੇ ਉਠਾਇਆ ਸਵਾਲ। ਬਿਲਕੁਲ ਜੀ, ਸੂਰਿਆ ਪ੍ਰਤਾਪ ਸਿੰਘ ਇੱਕ ਸਾਬਕਾ IAS ਹੈ ਤੇ ਬਹੁਤ ਚੰਗੇ IAS ਮੰਨੇ ਗਏ। ਉਹਨਾਂ ਦੇ ਬਾਰੇ ਜਿਹੜੀ ਉਹਨਾਂ ਦਾ ਲੇਟੈਸਟ ਟਵੀਟ ਹੈ ਤੇ ਉਸ ਟਵੀਟ ਦੇ ਜ਼ਰੀਏ ਉਹਨਾਂ ਨੇ ਨੈਸ਼ਨਲ ਮੀਡੀਆ ਦੇ ਸਾਹਮਣੇ ਇੱਕ ਬਹੁਤ ਵੱਡਾ ਸਵਾਲ ਉਠਾਇਆ ਹੈ ਕਿ ਨੈਸ਼ਨਲ ਮੀਡੀਆ ਕੀ ਸੱਚਮੁੱਚ ਮੀਡੀਆ ਦਾ ਰੋਲ ਅਦਾ ਕਰ ਰਿਹਾ ਹੈ ਜਾਂ ਇਹ ਮੀਡੀਆ ਜਿਹੜਾ ਹੈਗਾ ਸਿਰਫ ਤੇ ਸਿਰਫ BJP ਦਾ ਹੱਥ ਠੋਕਾ ਬਣਿਆ ਹੋਇਆ ਹੈ। ਨਰਿੰਦਰ ਮੋਦੀ ਹੋਣ, ਯੋਗੀ ਆਦਿੱਤਿਆਨਾਥ ਹੋਣ, BJP ਦਾ ਕੋਈ ਵੀ ਬੰਦਾ ਕੁਝ ਵੀ ਕਰੇ ਉਹ ਗੱਲ ਸਾਹਮਣੇ ਨਹੀਂ ਆਉਂਦੀ। ਹੋਇਆ ਕੀ ਹੈ ਜੀ, ਇਹ ਪਿਛਲੇ ਦਿਨਾਂ ਦੇ ਵਿੱਚ ਯੋਗੀ ਆਦਿੱਤਿਆਨਾਥ ਹੋਣੀ ਇੱਕ ਮੰਚ ਤੇ ਸੀ। ਉਹ ਮੰਚ ਦੇ ਉੱਤੇ ਕੋਈ ਭਾਸ਼ਣ ਕਰ ਰਹੇ ਸੀ ਔਰ ਇਹ ਮੰਚ ਕਿੱਥੇ ਦਾ ਸੀ ਜੀ? ਇਹ ਬਹਿਰੀਚ ਦੇ ਵਿੱਚ ਸੀ। ਯੂਪੀ ਦੇ ਵਿੱਚ ਤੁਹਾਨੂੰ ਪਤਾ ਬਹਿਰੀਚ ਦਾ ਇਲਾਕਾ ਇੱਕ ਬੜਾ ਮੰਨਿਆ ਪਰਮੰਨਿਆ ਜਿਹਾ ਇਲਾਕਾ ਹੈ ਔਰ ਇਹਦੇ ਵਿੱਚ ਜਿਹੜੇ ਹੈਗੇ ਆ ਉਹ ਗੈਂਗਸਟਰ ਕਹਿ ਦਈਏ, ਆਪਾਂ ਬਾਹੂਬਲੀ ਕਹਿ ਦਈਏ, ਇਹਨਾਂ ਦਾ ਬੋਲਬਾਲਾ ਵੀ ਹੈ। ਬਹਿਰੀਚ ਦੇ ਵਿੱਚ ਕਿਸੇ ਜ਼ਮਾਨੇ ਦੇ ਵਿੱਚ ਤੁਹਾਨੂੰ ਪਤਾ ਵੀ ਡਕੈਤਾਂ ਦਾ ਵੀ ਬੋਲਬਾਲਾ ਹੁੰਦਾ ਸੀ। ਉੱਥੋਂ ਦਾ ਇੱਕ ਸ਼ਖਸ ਹੈ ਜਿਹਦਾ ਨਾਂ ਹੈਗਾ ਦਵਿੰਦਰ ਸਿੰਘ ਗੱਬਰ। ਦਵਿੰਦਰ ਸਿੰਘ ਗੱਬਰ ਦੇ ਖਿਲਾਫ ਇਲਜ਼ਾਮ ਇਹ ਹੈ ਕਿ ਉਹਨੇ ਕਈ ਬੈਂਕਾਂ ਦੇ ਵਿੱਚ ਡਕੈਤੀ ਕੀਤੀ ਹੈ। ਅਰਾਣਾ ਜੁਐਲਰਸ ਜਿਹੜਾ ਹੈਗਾ ਇੱਕ ਉੱਥੇ ਬਹਿਰੀਚ ਦੇ ਵਿੱਚ, ਉੱਥੇ ਉਹਨੇ ਲੁੱਟ ਦੀ ਵਾਰਦਾਤ ਨੂੰ ਵੀ ਅੰਜਾਮ ਦਿੱਤਾ ਸੀ। ਕਤਲਾਂ ਦੇ ਦੋਸ਼ ਵੀ ਉਹਦੇ ਤੇ ਔਰ ਉਸ ਬੰਦੇ ਨੂੰ ਜਿਹੜਾ ਹੈਗਾ ਜੇਲ੍ਹ ਦੇ ਵਿੱਚ ਵੀ ਭੇਜ ਦਿੱਤਾ ਸੀ। ਜੇਲ੍ਹ ਦੇ ਵਿੱਚ ਵੀ ਰਿਹਾ, ਸ਼ਾਇਦ ਅੱਜ ਕੱਲ ਉਹ ਜ਼ਮਾਨਤ ਵਗੈਰਾ ਤੇ ਆਇਆ ਹੋਵੇ। ਇਹ ਕਿਹਾ ਗਿਆ ਕਿ ਉਹ ਇੱਕ ਹਿਸਟਰੀ ਸ਼ੀਟਰ ਵੀ ਹੈ, ਉਹਦੀ ਹਿਸਟਰੀ ਸ਼ੀਟ ਵੀ ਖੋਲੀ ਹੋਈ ਹੈ। ਲੇਕਿਨ ਜਦੋਂ ਯੋਗੀ ਆਦਿੱਤਿਆਨਾਥ ਉਸ ਇਲਾਕੇ ਦੇ ਵਿੱਚ ਜਾਂਦੇ ਹੈ ਤੇ ਉੱਥੇ ਉਹ ਸੱਜਣ ਵੀ ਆਉਂਦੇ ਹੈ ਤੇ ਉਹ ਸੱਜਣ ਜਿਹੜੇ ਹੈਗੇ ਇਕੱਲੇ ਆਉਂਦੇ ਨਹੀਂ, ਜਿੱਥੇ ਯੋਗੀ ਆਦਿੱਤਿਆਨਾਥ ਬੈਠਾ, ਯੋਗੀ ਆਦਿੱਤਿਆਨਾਥ ਦੇ ਨਾਲ ਬੈਠਾ ਹੈ। ਉਹਦੀਆਂ ਵੀਡੀਓਜ਼ ਵੀ ਬਣ ਗਈਆਂ, ਉਹਦੀਆਂ ਤਸਵੀਰਾਂ ਵੀ ਵਾਇਰਲ ਹੋ ਗਈਆਂ। ਲੇਕਿਨ ਇਹ ਖਬਰ ਅਜੇ ਤੱਕ ਕਿਸੇ ਵੀ ਨੈਸ਼ਨਲ ਮੀਡੀਆ ਦੇ ਉੱਤੇ ਨਹੀਂ ਆਈ। ਕਿਸੇ ਨੇ ਇਹਨੂੰ ਦਿਖਾਉਣ ਦੀ ਜ਼ਰੂਰਤ ਨਹੀਂ ਕੀਤੀ। ਇਹਦੇ ਤੇ ਹੁਣ ਜਿਹੜੇ ਰਿਟਾਇਰਡ IAS ਹੈ ਸੂਰਿਆ ਪ੍ਰਕਾਸ਼ ਹੋਣੀ, ਉਹਨਾਂ ਨੇ ਸਵਾਲ ਉਠਾਇਆ। ਸੂਰਿਆ ਪ੍ਰਤਾਪ ਸਿੰਘ ਨੇ ਕਿਹਾ ਕਿ ਨੈਸ਼ਨਲ ਮੀਡੀਆ ਨੇ ਇਸ ਮੁੱਦੇ ਨੂੰ ਦਿਖਾਇਆ ਕਿਉਂ ਨਹੀਂ ਤੇ ਉਹਨਾਂ ਨੇ ਡਿਮਾਂਡ ਕੀਤੀ ਹੈ ਕਿ ਜੇ ਇਸ ਦੇਸ਼ ਦੇ ਵਿੱਚ ਸੱਚਮੁੱਚ ਹੀ ਲੋਕਤੰਤਰ ਜਿੰਦਾ ਹੈ ਤਾਂ ਫਿਰ ਇਸ ਮੁੱਦੇ ਨੂੰ ਲੈ ਕੇ ਨੈਸ਼ਨਲ ਮੀਡੀਆ ਜਿਹੜਾ ਪ੍ਰਾਈਮ ਟਾਈਮਸ ਦੇ ਉੱਤੇ ਬੜਾ ਲੰਬਾ ਸਮਾਂ ਖਰਚ ਕਰਦਾ ਹੈ ਔਰ ਇਹ ਕਹਿੰਦਾ ਵਾਰੀ ਇਹ ਆਪਣਾ ਕਿ ਜੀ ਅਸੀਂ ਦੇਸ਼ ਨੂੰ ਬਚਾਉਣ ਵਾਸਤੇ ਕੰਮ ਕਰ ਰਹੇ ਹਾਂ, ਬੜੀ ਵੱਡੀ ਭੂਮਿਕਾ ਨਿਭਾ ਰਿਹਾ ਹੈ। ਔਰ ਇਹ ਪ੍ਰਾਈਮ ਟਾਈਮ ਦੇ ਵਿੱਚ ਜਿਹੜੀ ਹਿੰਦੂ ਮੁਸਲਮਾਨ ਮੁੱਦਿਆਂ ਨੂੰ ਲੈ ਕੇ ਤਾਂ ਬਹੁਤ ਕੁਝ ਕੀਤਾ ਜਾਂਦਾ ਹੈ, ਲੇਕਿਨ ਇਹੋ ਜਿਹੇ ਮੁੱਦੇ ਦੇ ਉੱਤੇ ਜਿੱਥੇ ਮੁੱਖ ਮੰਤਰੀ ਦੇ ਨਾਲ ਇੱਕ ਗੈਂਗਸਟਰ ਬੈਠਾ ਹੋਵੇ, ਕਿ ਹਿਸਟਰੀ ਸ਼ੀਟਰ ਬੈਠਾ ਹੋਵੇ ਮੰਚ ਦੇ ਉੱਤੇ, ਉਹਨੂੰ ਕਿਉਂ ਨਹੀਂ ਦਰਸਾਇਆ ਜਾ ਰਿਹਾ? ਹੁਣ ਤੁਸੀਂ ਇਹ ਦੇਖੋ ਕਿ ਜੇ ਗੈਂਗਸਟਰ ਮੁੱਖ ਮੰਤਰੀ ਦੇ ਨਾਲ ਬੈਠਾ ਹੈ ਤਾਂ ਉਹਦਾ ਆਮ ਲੋਕਾਂ ਦੇ ਉੱਤੇ ਪ੍ਰਭਾਵ ਕੀ ਜਾਊਗਾ? ਆਮ ਲੋਕਾਂ ਦੇ ਉੱਤੇ ਉਹਦਾ ਪ੍ਰਭਾਵ ਇਹ ਜਾਊਗਾ ਕਿ ਇਹ ਬਹੁਤ ਵੱਡਾ ਮਸਲਾ ਹੈ। ਇਹਦੇ ਨਾਲ ਹੀ ਚੰਦੀ ਸਾਹਿਬ, ਜਦੋਂ ਆਪਾਂ ਯੂਪੀ ਦੀ ਗੱਲ ਕਰਦੇ ਹਾਂ, ਤੁਹਾਡੇ ਯਾਦ ਹੋਣਾ ਕਿ ਅਖਲਾਕ ਨਾਂ ਦਾ ਇੱਕ ਵਿਅਕਤੀ ਜਿਹੜਾ ਉਹਨੂੰ ਯੂਪੀ ਦੇ ਵਿੱਚ ਕਤਲ ਕਰਤਾ ਸੀ ਇਸ ਦੋਸ਼ ਦੇ ਤਹਿਤ ਕਿ ਉਹਦੇ ਇੱਕ ਫਰਿੱਜ ਦੇ ਵਿੱਚ ਜਿਹੜਾ ਹੈਗਾ ਬੀਫ ਪਿਆ। ਇਹ ਇਲਜ਼ਾਮ ਲਾਇਆ ਗਿਆ ਸੀ ਕਿ ਉਹਦੇ ਘਰੇ ਜਿਹੜਾ ਹੈਗਾ ਬੀਫ ਰੱਖਿਆ ਹੋਇਆ ਹੈ। ਪਿੰਡ ਦੇ ਮੰਦਿਰ ਦੇ ਵਿੱਚੋਂ ਉਹਦੇ ਤੇ ਮਤਲਬ ਅਨਾਉਂਸਮੈਂਟ ਕੀਤੀ ਗਈ। ਮੰਦਿਰ ਤੋਂ ਅਨਾਉਂਸਮੈਂਟ ਕਰਨ ਤੋਂ ਬਾਅਦ ਇੱਕ ਮੌਬ
ਉਹਦੇ ਘਰ ਜਾਂਦਾ ਹੈ। ਘਰ ਜਾ ਕੇ ਉਹਨੂੰ ਕੁੱਟ ਕੇ ਇੰਨਾ ਜ਼ਿਆਦਾ ਉਹਨੂੰ ਕੁੱਟਿਆ ਜਾਂਦਾ, ਉਹ ਬੰਦਾ ਮਰ ਜਾਂਦਾ ਹੈ। ਉਹਦਾ ਪੁੱਤ ਇੱਕ ਜ਼ਖਮੀ ਹੋ ਜਾਂਦਾ ਹੈ। ਉਹਦਾ ਦੂਜਾ ਪੁੱਤ 에ਅਰ ਫੋਰਸ ਦੇ ਵਿੱਚ ਸੀ, ਤੇ ਫਿਰ ਜਿਹੜਾ ਬਾਕੀ ਪੀੜਤ ਪਰਿਵਾਰ ਸੀ ਉਹਨੂੰ ਬਚਾਉਣ ਵਾਸਤੇ 에ਅਰ ਫੋਰਸ ਵਾਲਿਆਂ ਨੇ ਅਕੋਮੋਡੇਸ਼ਨ ਮੁਹੱਈਆ ਕੀਤੀ ਤੇ ਉਹ ਉੱਥੇ ਚਲੇ ਗਏ ਸੀ। ਬਾਅਦ ਦੇ ਵਿੱਚ ਜਦੋਂ ਲੈਬਾਰਟਰੀ ਦੇ ਵਿੱਚ ਉਹ ਭੇਜਿਆ, ਉਹ ਮਾਸ ਭੇਜਿਆ, ਤਾਂ ਪਤਾ ਲੱਗਿਆ ਕਿ ਉਹ ਮਾਸ ਗਊ ਦਾ ਨਹੀਂ ਬਲਕਿ ਉਹ ਮੱਝ ਦਾ ਮਾਸ ਸੀ। ਇਸ ਦੋਸ਼ ਦੇ ਤਹਿਤ ਬਗੈਰ ਕੋਈ ਸਬੂਤ, ਠੋਸ ਸਬੂਤ ਹੋਇਆ ਬੰਦੇ ਨੂੰ ਕੁੱਟ ਕੇ ਮਾਰ ਦਿੱਤਾ ਜਾਵੇ। ਚਲੋ ਜਿਹੜੇ ਬੰਦਿਆਂ ਨੇ ਮਾਰਿਆ ਸੀ ਕੁੱਟ ਕੇ, ਉਹਨਾਂ ਬੰਦਿਆਂ ਦੇ ਖਿਲਾਫ ਕੇਸ ਚੱਲਿਆ, ਉਹ ਜੇਲ੍ਹ ਚਲੇ ਗਏ। ਜੇਲ੍ਹ ਦੇ ਵਿੱਚੋਂ ਫਿਰ ਉਹਨਾਂ ਦੀ ਜ਼ਮਾਨਤ ਹੁੰਦੀ ਹੈ। ਜ਼ਮਾਨਤ ਤੋਂ ਬਾਅਦ ਉਹਨਾਂ ਦੇ ਘਰੇ ਜੈਂਤ ਸਿਨਹਾ ਨਾਂ ਦਾ ਇੱਕ ਮੰਤਰੀ ਜਾਂਦਾ ਹੈ, ਔਰ ਉਹ ਮੰਤਰੀ ਜਿਹੜਾ ਹੈਗਾ ਉਹਨਾਂ ਦਾ ਸਵਾਗਤ ਕਰਦਾ ਹੈ। ਇੱਕ ਹੋਰ ਮਾਮਲੇ ਦੇ ਵਿੱਚ ਜਿਹੜੀ ਹੈਗੀ ਇੱਕ ਸਭਾ ਹੁੰਦੀ ਹੈ ਬੀਜੇਪੀ ਦੀ, ਜਿਹੜੀ ਚੋਣ ਸਭਾ ਹੁੰਦੀ ਹੈ, ਚੋਣ ਸਭਾ ਦੇ ਵਿੱਚ ਵੀ ਉਹਨਾਂ ਨੂੰ ਜਿਹੜਾ ਹੈਗਾ ਮੌਕੇ ਤੇ ਬਿਠਾਇਆ ਜਾਂਦਾ ਹੈ। ਇੱਥੋਂ ਤੱਕ ਕਿ ਜੈਂਤ ਸਿਨਹਾ ਮੰਤਰੀ ਨੇ ਉਹਨਾਂ ਦੇ ਗਲਾਂ ਦੇ ਵਿੱਚ ਹਾਰ ਪਾਈ। ਇੱਕ ਪਾਸੇ ਅਸੀਂ ਮੁਖਤਾਰ ਅਨਸਾਰੀ ਵਰਗੇ ਗੈਂਗਸਟਰਾਂ ਨੂੰ ਪੰਜਾਬ ਤੋਂ ਸ਼ਿਫਟ ਕਰਵਾਉਣ ਵਾਸਤੇ ਸੁਪਰੀਮ ਕੋਰਟ ਤੱਕ ਜਾਂਦੇ ਹਾਂ। ਸੁਪਰੀਮ ਕੋਰਟ ਦੇ ਤੇ ਯੂਪੀ ਸਰਕਾਰ ਵੀ ਪੈਸਾ ਖਰਚ ਕਰਦੀ ਹੈ। ਮੁਖਤਾਰ ਅਨਸਾਰੀ ਯੂਪੀ ਟ੍ਰਾਂਸਫਰ ਨਾ ਹੋਵੇ ਇਹਦੇ ਵਾਸਤੇ ਪੰਜਾਬ ਸਰਕਾਰ ਪੈਸਾ ਖਰਚ ਕਰਦੀ ਹੈ। ਪੰਜਾਬ ਸਰਕਾਰ ਨੇ ਵੀ ਬਹੁਤ ਵੱਡੇ ਵਕੀਲ ਕੀਤੇ। ਉਹ ਲੋਕਾਂ ਦਾ ਪੈਸਾ, ਪੰਜਾਬ ਦੇ ਲੋਕਾਂ ਦਾ ਪੈਸਾ ਜਿਹੜਾ ਉਹ ਗੈਂਗਸਟਰਾਂ ਤੇ ਲੱਗੇ। ਰਾਜਨੀਤੀ ਦੇ ਵਿੱਚ ਗੈਂਗਸਟਰਾਂ ਦਾ ਆਉਣਾ, ਗੈਂਗਸਟਰਾਂ ਦੀ ਪ੍ਰਮੋਸ਼ਨ, ਰਾਜਨੀਤਿਕ ਬੰਦੇ ਚਾਹੇ ਉਹ ਯੂਪੀ ਦਾ ਆਦਿੱਤਿਆਨਾਥ ਯੋਗੀ ਹੋਵੇ, ਚਾਹੇ ਉਹ ਜੈਂਤ ਸਿਨਹਾ ਹੋਵੇ ਜਿਹੜੇ ਅਖਲਾਕ ਦੇ ਕਾਤਲਾਂ ਨੂੰ ਬਚਾਉਂਦੇ ਹੈ, ਚਾਹੇ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਵੇ ਜਿਹੜਾ ਮੁਖਤਾਰ ਅਨਸਾਰੀ ਨੂੰ ਬਚਾਉਣ ਵਾਸਤੇ ਪੰਜਾਬ ਦੀ ਸਟੇਟ ਦਾ ਪੈਸਾ ਉਹਦੇ ਤੇ ਲਾ ਰਿਹਾ ਹੈ। ਇਹ ਕਾਹਦੇ ਵਾਸਤੇ, ਕਿਉਂ? ਔਰ ਜਦੋਂ ਇਹਨਾਂ ਲੋਕਾਂ ਦੀ ਮਹਿਮਾ ਮੰਡਲ ਪੋਲੀਟੀਕਲ ਬੰਦੇ ਕਰਦੇ ਹੈ ਤਾਂ ਉਸ ਮਹਿਮਾ ਮੰਡਲ ਦਾ ਫਿਰ ਫਾਇਦਾ ਕਿਹਨੂੰ ਹੁੰਦਾ? ਇਹਨਾਂ ਲੋਕਾਂ ਨੂੰ ਫਾਇਦਾ ਹੁੰਦਾ। ਇਹਨਾਂ ਦੀ ਦਹਿਸ਼ਤ ਹੋਰ ਫੈਲਦੀ ਹੈ। ਜਿਹੜਾ ਪ੍ਰਸ਼ਾਸਨ ਹੈ, ਜਿਹੜੀ ਪੁਲਿਸ ਹੈ, ਜਿਸ ਪੁਲਿਸ ਨੇ ਇਹਨਾਂ ਤੋਂ ਲੋਕਾਂ ਨੂੰ ਨਜਾਤ ਦਵਾਉਣੀ ਹੈ, ਉਹ ਪੁਲਿਸ ਤਾਂ ਫਿਰ ਇਹਨਾਂ ਦੀ ਤਾਬੇਦਾਰ ਬਣ ਜਾਂਦੀ ਹੈ। ਦਵਿੰਦਰ ਗੱਬਰ ਜਦੋਂ ਮੁੱਖ ਮੰਤਰੀ ਦੇ ਨਾਲ ਇੱਕ ਮੰਚ ਦੇ ਉੱਤੇ ਬੈਠਾ ਹੈ ਤਾਂ ਫਿਰ ਇਹ ਦੱਸੋ ਕੱਲ ਨੂੰ ਕਿ ਦਵਿੰਦਰ ਗੱਬਰ ਉੱਥੇ ਕੋਈ ਵਾਰਦਾਤ ਕਰ ਦਿੰਦਾ ਹੈ ਤੇ ਮੁੱਖ ਮੰਤਰੀ ਦੇ ਨਾਲ ਜਿਹੜਾ ਬੰਦਾ ਬੈਠਾ ਹੈ ਉਹਨੂੰ ਕਿਸੇ ਦਰੋਗੇ ਦੀ, ਕਿਸੇ ਥਾਣੇਦਾਰ ਦੀ ਪਹੁੰਚ ਹੈ ਗ੍ਰਿਫਤਾਰ ਕਰ ਲਵੇ? ਇਹ ਇੱਕ ਬਹੁਤ ਵੱਡਾ ਸਵਾਲ ਹੈ। ਅਸੀਂ ਇਹ ਗੱਲ ਤਾਂ ਕਹਿ ਦਿੰਦੇ ਹਾਂ ਕਿ ਹਾਂਜੀ ਠੀਕ ਹੈ, ਸਾਡੀ ਰਾਜਨੀਤੀ ਹੈ ਜਿਹੜੀ ਉਹ ਸਾਫ਼ ਸੁਥਰੀ ਹੋਣੀ ਚਾਹੀਦੀ ਹੈ, ਲੇਕਿਨ ਇੱਥੇ ਜੁਡੀਸ਼ਰੀ ਨੂੰ ਵੀ ਦੇਖਣਾ ਪੈਣਾ। ਇਸ ਵੇਲੇ ਦੀ ਹਾਲਤ ਇਹ ਹੈ ਕਿ ਸਾਡੀਆਂ ਜਿਹੜੀਆਂ ਵਿਧਾਨ ਸਭਾਵਾਂ ਹੈ ਔਰ ਸਾਡੀ ਜਿਹੜੀ ਲੋਕ ਸਭਾ, ਰਾਜ ਸਭਾ ਹੈ, ਇਹਦੇ ਵਿੱਚ ਅਪਰਾਧੀਆਂ ਦੀ ਗਿਣਤੀ ਕਾਫੀ ਜ਼ਿਆਦਾ ਹੈ। 33-34% ਲੋਕ ਉਹ ਹੈ ਕਹਿੰਦੇ ਜਿਨ੍ਹਾਂ ਦੇ ਉੱਤੇ ਮੁਕੱਦਮੇ ਚੱਲ ਰਹੇ। ਸੁਪਰੀਮ ਕੋਰਟ ਨੇ ਇਸੇ ਕਰਕੇ ਕਿਹਾ ਸੀ ਕਿ ਜਿਹੜੇ ਰਾਜਨੀਤਿਕ ਬੰਦੇ MP ਤੇ MLA ਦੇ ਖਿਲਾਫ ਮੁਕੱਦਮੇ ਚੱਲਦੇ ਹੈ, ਇਹਨਾਂ ਦਾ ਨਿਪਟਾਰਾ ਛੇਤੀ ਹੋਣਾ ਚਾਹੀਦਾ ਔਰ ਇਹਨਾਂ ਦੀ ਖਾਤਰ ਸਪੈਸ਼ਲ ਅਦਾਲਤਾਂ ਬਣਨੀਆਂ ਚਾਹੀਦੀਆਂ। ਸਪੈਸ਼ਲ ਅਦਾਲਤਾਂ ਬਣ ਗਈਆਂ। ਸਪੈਸ਼ਲ ਜਿਹੜੀਆਂ ਹੈਗੀਆਂ ਅਦਾਲਤਾਂ ਦੇ ਉੱਤੇ ਸਰਕਾਰ ਖਰਚਾ ਵੀ ਕਰ ਰਹੀ ਹੈ, ਲੇਕਿਨ ਕੇਸ ਜਿਹੜੇ ਹੈ ਉਹਨਾਂ ਦਾ ਨਿਪਟਾਰਾ ਨਹੀਂ ਹੁੰਦਾ। ਉਹ ਕੀੜੀ ਦੀ ਚਾਲ ਕਿਉਂ ਤੁਰਦੇ? ਉਹ ਇਸ ਕਰਕੇ ਤੁਰਦੇ ਆ ਕਿਉਂਕਿ ਪੋਲੀਟੀਕਲ ਬੰਦਿਆਂ ਵੱਲੋਂ ਉਹਨਾਂ ਨੂੰ ਪ੍ਰੋਟੈਕਸ਼ਨ ਦਿੱਤੀ ਜਾਂਦੀ ਹੈ। ਉਹ ਚਾਹੇ ਪੰਜਾਬ ਦੀ ਸਰਕਾਰ ਹੈ ਤੇ ਚਾਹੇ ਉਹ ਯੂਪੀ ਦੀ ਸਰਕਾਰ ਹੈ, ਚਾਹੇ ਉਹ ਬਿਹਾਰ ਦੀ ਸਰਕਾਰ ਹੋਵੇ। ਇਹੀ ਕਾਰਨ ਹੈ ਕਿ ਜਿਹੜਾ ਸਿਆਸਤ ਦਾ ਅਪਰਾਧੀਕਰਨ ਜਿਹੜਾ ਹੋ ਰਿਹਾ ਤੇਜ਼ੀ ਨਾਲ ਹੋ ਰਿਹਾ ਹੈ। ਜਿੰਨੇ ਵੀ ਤੁਸੀਂ ਪੰਜਾਬ ਦੀ ਸਥਿਤੀ ਦੇਖੋ, ਪੰਜਾਬ ਦੇ ਵਿੱਚ ਕਿੰਨੇ ਗੈਂਗਸਟਰ ਹੈ ਜਿਹੜੇ ਪੰਜਾਬ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰਦੇ। ਅੱਜ ਦੇ ਜ਼ਮਾਨੇ ਦੇ ਵਿੱਚ ਵੀ ਤੁਸੀਂ ਦੇਖੋ ਕਿ ਮੈਂ ਬਹੁਤ ਸਾਰੇ ਗੈਂਗਸਟਰਾਂ ਨੂੰ ਉਹਨਾਂ ਨੂੰ ਜਾਣਦਾ ਜਿਹੜੇ ਕਦੇ ਉਹ ਕਾਂਗਰਸ ਦੇ ਨਾਲ ਹੁੰਦੇ ਤੇ ਕਦੇ ਉਹ ਅਕਾਲੀ ਦਲ ਨਾਲ ਹੁੰਦੇ। ਜਿਹੜੀ ਪਾਰਟੀ ਦੀ ਸਰਕਾਰ ਆਉਣੀ ਹੁੰਦੀ ਹੈ ਪਤਾ ਲੱਗ ਜਾਂਦਾ ਪਹਿਲਾਂ ਕਿ ਮਾਹੌਲ ਕਿਹਦੇ ਹੱਕ ਵਿੱਚ ਹੈ, ਉਹ ਨਾਲ ਦੀ ਨਾਲ ਪਾਰਟੀ ਬਦਲ ਲੈਂਦੇ ਤੇ ਪਾਰਟੀ ਫਿਰ ਉਹਨਾਂ ਨੂੰ ਟਿਕਟਾਂ ਵੀ ਦਿੰਦੀ ਹੈ। ਕਈਆਂ ਨੂੰ ਟਿਕਟਾਂ ਨਾਲ ਨਿਵਾਜਦੀ ਹੈ ਤੇ ਕਈਆਂ ਨੂੰ ਇਸ ਨਾਲ ਨਿਵਾਜਦੀ ਹੈ ਕਿ ਤੁਸੀਂ ਆਪਣਾ ਕੰਮ ਕਰੀ ਚਲੋ, ਅਸੀਂ ਤੁਹਾਨੂੰ ਪ੍ਰੋਟੈਕਸ਼ਨ ਦੇਵਾਂਗੇ, ਤੁਸੀਂ ਆਪਦੀ ਕਮਾਈ ਕਰੀ ਚਲੋ ਤੇ ਸਾਡੇ ਲਈ ਤੁਸੀਂ ਜਿਹੜਾ ਹੈਗਾ ਵੋਟਾਂ ਦਾ ਪ੍ਰਬੰਧ ਕਰੋ, ਲੋਕਾਂ ਨੂੰ ਟੈਰਰਾਈਜ਼ ਕਰੋ, ਸਾਨੂੰ ਵੋਟਾਂ ਪਾਓ। ਇਸੇ ਕਰਕੇ ਜਿਹੜਾ ਹੋ ਰਿਹਾ ਜੀ ਇਹ ਬੜਾ ਭੈੜਾ ਚੱਲਣਾ ਇੱਕ ਬਹੁਤ ਨਿਸ਼ਾਨ ਹੈ ਦੇਸ਼ ਦੇ ਸਿਸਟਮ ਦੇ ਸਾਹਮਣੇ ਵੀ ਕਿ ਜਿਹੜੇ ਭਲੇ ਮਾਨਸ ਲੋਕ ਆ ਉਹ ਜੇਲ੍ਹਾਂ ਦੇ ਵਿੱਚ ਹੋਣ ਤੇ ਰਾਜ ਭਾਗ ਦੇ ਉੱਤੇ ਸੱਚਮੁੱਚ ਹੀ ਗੈਂਗਸਟਰ ਹੋਣ। ਇਹ ਹੁਣ ਉਹ ਦੌਰ ਆਉਣ ਵਾਲਾ ਹੈ, ਉਸ ਪਾਸੇ ਨੂੰ ਅਸੀਂ ਤੇਜ਼ੀ ਨਾਲ ਵਧ ਰਹੇ ਹਾਂ ਜੀ। ਹਾਂ ਬਿਲਕੁਲ ਜੀ, ਆਈ ਗਿਆ ਢਿੱਲੋਂ ਸਾਹਿਬ ਜਿਹੜੇ ਹੁਣ ਲੀਡਰ ਆ ਤੁਹਾਨੂੰ ਪਤਾ ਹੈ ਉਹ ਸਾਰੇ ਇਦਾਂ ਦੇ ਹੀ ਜੀ। ਆਪਾਂ ਮਾੜੀ ਜੀ ਗੱਲ ਕਰਦੇ ਜੀ ਕਿਸਾਨੀ ਦੀ। ਕਿਸਾਨੀ ਵੀ ਜਿਹੜੀ ਸੰਘਰਸ਼ ਆ ਬੜੀ ਚਰਮ ਸੀਮਾ ਤੇ ਆ। ਕਿਸਾਨ ਵੀ ਕਹਿੰਦੇ ਅਸੀਂ ਜਲਦੀ ਫੈਸਲਾ ਲਵਾਂਗੇ, ਕਹਿੰਦੇ ਮਈ ਦੇ ਵਿੱਚ ਸੰਸਦ ਵੱਲ ਕੂਚ ਕਰਨਗੇ ਕਿਸਾਨ। ਬਿਲਕੁਲ ਜੀ, ਇਹ ਕਿਸਾਨਾਂ ਨੇ ਫੈਸਲੇ ਕੀਤੇ ਆ। ਕੱਲ ਲੇਟ ਸ਼ਾਮ ਨੂੰ ਫੈਸਲੇ ਆਏ ਹੈ। ਮਈ ਦੇ ਮਹੀਨੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਸੰਸਦ ਵੱਲ ਕੂਚ ਕਰਾਂਗੇ ਜੀ। ਔਰ ਇਹਦੇ ਵਾਸਤੇ ਉਹਨਾਂ ਨੇ ਜੋ ਮੇਰਾ ਖਿਆਲ ਡੇਟ ਤਾਂ ਹਾਲੇ ਕੋਈ ਪੱਕੀ ਦਿੱਤੀ ਨਹੀਂ। ਡੇਟ ਦਾ ਉਹਨਾਂ ਨੇ ਫੈਸਲਾ ਕਰਨਾ ਹੈ, ਲੇਕਿਨ ਕਿਉਂਕਿ ਬੜੇ ਲੰਬੇ ਸਮੇਂ ਤੋਂ ਖੜੋਤ ਆਈ ਵੀ ਹੈ। ਲਾਸਟ ਜਿਹੜੀ ਮੀਟਿੰਗ ਹੋਈ ਸੀ ਸਰਕਾਰ ਦੇ ਨਾਲ
उस मीटिंग का कोई सिट्टा सामने नहीं आया। उस तो बाद जिहड़ी हैगी है एक किस्म की खड़ोत है। और हुण पता लगता है कि असल दे विच जो कुछ पिछले दिनों दे विच होया वापरिया सी, जिवें 26 जनवरी नूं जिहड़ी सीगी किसान परेड कढ़नी सी, उस किसान परेड नूं साबोताज करने वास्ते की कुछ किया गया। मैं पिछले दिनों दे विच बलवीर सिंह राजेवाल दी एक अपनी भाषण सुनिया सी। उस भाषण दे विच ओह कहंदा कि सानू समझ नहीं आई कि खेतीबाड़ी मंत्री नरेंद्र तोमर की कह रहा सी, क्योंकि 22 जनवरी नूं लास्ट मीटिंग हुई ते 22 जनवरी नूं ही उन्होंने एक प्रपोजल दित्ती सी कि 1.5 साल दे लई असीं इन्हां कानूनां नूं मुलतवी कर दिंदे आ ते तुसीं इन्हां ते विचार करके सानू दस्सिओ। नाल ही उन्हें कहता सी कि क्योंकि हुण तुहाडा एक्शन आ गया 26 जनवरी वाला, तुसीं भी अपना जिहड़ा हैगा एक्शन नूं सफल करने वास्ते काम करना, उसदी तैयारी करनी है ते असीं भी 26 जनवरी लई तैयारी करनी है। हुण आपां नूं दोनां तर੍ਹਾਂ नूं टाइम चाहीदा है। ਉਹ फिर जिहड़ी इन्हां दी तैयारी तां आपां नूं पता भी किसानां दी तैयारी विचारिਆਂ दी की होनी सी, क्योंकि ਇਹ ਤਾਂ ਆਪ ਹੀ ਪਾਟੋ ਧਾੜ ਹੋ ਗਏ ਤੇ ਬਾਅਦ ਦੇ ਵਿੱਚ ਫਿਰ ਜੋ ਕੁਝ ਘਟਨਾਕ੍ਰਮ ਹੋਇਆ ਉਹ ਹੁਣ ਪਤਾ ਲੱਗਦਾ ਕਿ ਨਰਿੰਦਰ ਤੋਂ ਉਹ ਜੋ ਘਟਨਾਕ੍ਰਮ ਸਾਰਾ ਵਾਪਰਿਆ, ਜੋ ਹਿੰਸਾ ਦੀਆਂ ਵਾਰਦਾਤਾਂ ਹੋਈਆਂ, ਜਿਵੇਂ ਰਾਹ ਮੋੜੇ ਗਏ ਟਰੈਕਟਰਾਂ ਦੇ, ਲੋਕਾਂ ਨੂੰ ਭੰਬਲ ਭੂਸੇ ਦੇ ਵਿੱਚ ਪਾਇਆ ਗਿਆ, ਕਿਵੇਂ ਲਾਲ ਕਿਲੇ ਵਾਲੇ ਪਾਸੇ ਗਾਜੀਪੁਰ ਤੋਂ ਵੀ ਲਿਜਾਏ ਗਏ, ਟਿੱਕਰੀ ਬਾਰਡਰ ਤੋਂ ਵੀ ਟਰੈਕਟਰਾਂ ਨੂੰ ਲਿਜਾਣ ਵਾਲੀ ਗੱਲ ਕੀਤੀ ਤੇ ਜਿਹੜੇ ਉਹਨਾਂ ਦਾ ਪਰੇਡ ਵਾਲਾ ਰਾਹ ਸੀ, ਜਿਹੜਾ ਉਹਨੂੰ ਰੂਟ ਦਿੱਤਾ ਸੀ, ਉਸ ਰੂਟ ਦੇ ਉੱਤੇ ਬੈਰੀਕੇਡ ਲਾ ਕੇ ਰੋਕਿਆ ਗਿਆ ਤੇ ਦੂਜੇ ਪਾਸੇ ਨੂੰ ਤੋਰਿਆ ਗਿਆ। ਉਹ ਸਾਰਾ ਕੁਛ ਅਸਲ ਦੇ ਵਿੱਚ ਜਿਹੜੀ ਉਹਨਾਂ ਨੇ ਉਹ ਕਹਿੰਦੇ ਸੀ ਅਸੀਂ ਤਿਆਰੀ ਕਰਨੀ, ਉਹਦੀ ਤਿਆਰੀ ਹੈ ਉਦੋਂ ਤੋਂ ਲੈ ਕੇ, ਕਿਉਂਕਿ ਇਹ ਜਮੂਦ ਚ ਆਇਆ ਹੋਇਆ, ਖੜੋਤ ਵਿੱਚ ਆਇਆ ਹੋਇਆ, ਗੱਲ ਇਹ ਗਾਹ ਨਹੀਂ ਸੀ ਤੁਰਦੀ। ਹੁਣ ਮਜਬੂਰੀ ਬਣ ਗਈ ਹੈ ਕਿਸਾਨਾਂ ਦੀ ਕਿ ਉਹਨਾਂ ਲਈ ਕਰੋ ਜਾਂ ਮਰੋ ਦਾ ਸਮਾਂ ਆ ਗਿਆ। ਪਿਛਲੇ ਸਮੇਂ ਦੇ ਵਿੱਚ ਉਹਨਾਂ ਨੇ ਬੜੀਆਂ ਮਹਾਪੰਚਾਇਤਾਂ ਕੀਤੀਆਂ, ਵੱਖ-ਵੱਖ ਥਾਵਾਂ ਦੇ ਵਿੱਚ ਗਏ ਹੈ। ਕੱਲ ਤਾਮਿਲਨਾਡੂ ਦੇ ਵਿੱਚ ਵੀ ਇੱਕ ਮਹਾਪੰਚਾਇਤ ਹੋਈ ਹੈ, ਔਰ ਜਿਹੜੀ ਤਾਮਿਲਨਾਡੂ ਦੀ ਮਹਾਪੰਚਾਇਤ ਹੋਈ ਹੈ, ਉਸ ਮਹਾਪੰਚਾਇਤ ਦੇ ਵਿੱਚ ਕਿਸਾਨਾਂ ਦੇ ਨਾਲ ਮਛੇਰੇ ਵੀ ਆਏ ਹੈ। और मैं खबर देख रहा सी 300 ਜਿਹੜੀਆਂ ਹੈਗੀਆਂ ਕਿਸ਼ਤੀਆਂ, ਉਹਨਾਂ ਕਿਸ਼ਤੀਆਂ ਦੇ ਉੱਤੇ ਕਾਲੇ ਝੰਡੇ ਲਾਏ ਗਏ ਸੀ। ਔਰ ਉਸ ਮਹਾਪੰਚਾਇਤ ਨੇ ਵੀ ਇਹ ਫੈਸਲਾ ਕੀਤਾ ਕਿ ਤਾਮਿਲਨਾਡੂ ਦੇ ਵਿੱਚ ਜਿਹੜੀ ਆ ਇਲੈਕਸ਼ਨ ਆ ਗਈ, ਇਸ ਇਲੈਕਸ਼ਨ ਦੇ ਵਿੱਚ ਐਨਡੀਏ ਖਾਸ ਕਰਕੇ ਜਿਹੜੀ ਬੀਜੇਪੀ ਤੇ ਬੀਜੇਪੀ ਦੀਆਂ ਜਿਹੜੀਆਂ ਸਹਾਇਕ ਪਾਰਟੀਆਂ ਅੰਨਾ ਡੀਐਮਕੇ ਵਗੈਰਾ, ਉਹਨਾਂ ਨੂੰ ਵੋਟਾਂ ਨਾ ਪਾਈਆਂ ਜਾਣ। ਉਹ ਪਹਿਲਾਂ ਉਹਨਾਂ ਨੇ ਉਧਰ ਆਪਦਾ ਪੂਰਾ ਜ਼ੋਰ ਲਾਇਆ, ਹੁਣ ਉਹਨਾਂ ਨੇ ਆਪਣੀ ਤਾਕਤ ਅਸੈਸ ਕਰ ਲਈ ਹੈ ਕਿਸਾਨਾਂ ਨੇ ਕਿ ਸਾਡੀ ਤਾਕਤ ਕਿੰਨੀ ਕੁ ਬਣ ਗਈ और इस ताकत नूं असीं किवें इस्तेमाल करना है। सो ये जिहड़ी हैगी जी हुण मई के पहले हफ्ते उन्होंने पार्लीमेंट वाल नूं मूव करना है, कूच करना है। ते अगली गल नाल इहनूं जोड़ के देखो तुसीं कि 2 मई नूं रिजल्ट भी आउणे, बिल्कुल जिहड़ियां विधान सभा वालियां चोणां हो रहीआं 5 सूबिਆਂ ਦੀਆਂ, केरला, तुहाडी तमिलनाडु, पौंडीचेरी और बंगाल ते असम, हाँ जी बंगाल ते असम, ये 5 सूबिਆਂ ਦੀਆਂ ਜਿਹੜੀਆਂ ਚੋਣਾਂ ਹੋਣਗੀਆਂ, ਇਹਨਾਂ ਚੋਣਾਂ ਦੇ ਰਿਜ਼ਲਟ ਕੀ ਆਉਂਦੇ, ਕਿਉਂਕਿ ਸਭ ਤੋਂ ਜ਼ਿਆਦਾ ਨਜ਼ਰਾਂ ਜਿਹੜੀਆਂ ਹੈਗੀਆਂ ਲੋਕਾਂ ਦੀਆਂ ਲੱਗੀਆਂ ਹੋਈਆਂ ਤਾਮਿਲਨਾਡੂ ਆਏ ਤੇ ਤੁਹਾਡੇ ਅਸਾਮ ਤੇ ਬੰਗਾਲ ਤੇ ਲੱਗੀਆਂ ਹੋਈਆਂ। ਬੰਗਾਲ ਬਾਰੇ ਭਾਵੇਂ ਬੀਜੇਪੀ ਇਹ ਦਾਅਵਾ ਕਰਦੀ ਹੈ ਕਿ ਅਸੀਂ ਉੱਥੇ ਜਿੱਤ ਲਵਾਂਗੇ, ਲੇਕਿਨ ਜਿਹੜੇ ਸਰਵੇਖਣ ਆ ਰਹੇ ਹੈ ਉੱਥੇ ਹੁਣ ਵੀ ਇਹ ਦਰਸਾਇਆ ਜਾ ਰਿਹਾ ਕਿ ਮਮਤਾ ਬੈਨਰਜੀ ਦਾ ਹੱਥ ਉੱਪਰ ਹੈ। ममता बनर्जी आप भावें बुरी तरह फसी हुई है नंदीग्राम दे विच, उत्थे रिजल्ट कुछ भी आ सकता है, बड़ा जोर लग्या होया उहनूं हराउण वास्ते, बहुत सारी बीजेपी उत्थे बैठी है, लेकिन बाकी बंगाल दे विच उहनूं हुंगारा चंगा मिल रहा है। आसाम दे विच भी जो गिनतियां मिनतियां भारतीय जनता पार्टी ने कीतियां सी, वो सारियां उल्टदियां जापदियां। यही कारण है कि हुण वो जिहड़ा हैगा कदे महाराष्ट्र वाले पासे जांदे कि महाराष्ट्र दी सरकार नूं डिस्टेबलाइज कर दईए कि ਜਿਹੜਾ ਨੁਕਸਾਨ ਹੈ ਜਿਹੜਾ ਸਾਡੇ ਸਾਹਮਣੇ ਹੋਣਾ ਤੇ ਉਸ ਨੁਕਸਾਨ ਦੀ ਭਰਪਾਈ ਵਾਸਤੇ ਅਸੀਂ ਕੁਛ ਨਾ ਕੁਛ ਕਿਤੇ ਨਾ ਕਿਤੇ ਹੋਰ ਕਰੀਏ। ਕਿਸਾਨ ਅੰਦੋਲਨ ਨੂੰ ਵੀ ਇੱਕ ਬਹਾਨਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਸੋ ਮਈ ਦਾ ਜਿਹੜਾ ਐਕਸ਼ਨ ਪਲਾਨ ਆ ਰਿਹਾ ਜੀ, ਐਕਸ਼ਨ ਪਲਾਨ ਜਿਹੜਾ ਹੈਗਾ ਸਰਕਾਰ ਨੂੰ ਹਲੂਣਨ ਵਾਸਤੇ, ਇਹਦੇ ਤੇ ਸਰਕਾਰ ਕੀ ਕਰਦੀ ਹੈ, ਸਰਕਾਰ ਕਿਸ ਰੂਪ ਦੇ ਵਿੱਚ ਆਉਂਦੀ ਹੈ। ਪਰ ਇੱਕ ਗੱਲ ਮੈਂ ਕਹਿਣੀ ਚਾਹੂੰਗਾ ਕਿ ਜੇ ਖੁਦਾ ਨਾ ਖਾਸਤਾ ਬੰਗਾਲ ਤੇ ਅਸਾਮ ਦੇ ਵਿੱਚ ਜਿੱਤ ਪ੍ਰਾਪਤ ਹੋਗੀ ਇਹਨਾਂ ਨੂੰ, ਤਾਂ ਇਹਨਾਂ ਨੇ ਫਿਰ ਇਹ ਕਹਿ ਦੇਣਾ ਦੇਖੋ ਜੀ ਜ਼ੋਰ ਲਾ ਲਿਆ ਸਾਰਾ, ਇਹਨਾਂ ਖੇਤੀ ਕਾਨੂੰਨਾਂ ਦੇ ਉੱਤੇ ਲੋਕਾਂ ਨੇ ਮੋਹਰ ਲਾ ਦਿੱਤੀ ਹੈ ਤੇ ਸਾਡੀ ਜਿਹੜੀ ਹੈ ਪੁਸ਼ਟੀ ਕੀਤੀ ਹੈ। ਫਿਰ ਇਹ ਉਹ ਤੋਂ ਬਾਅਦ ਜਿਹੜਾ ਹੈਗਾ ਕਿਸੇ ਵੀ ਭਿਆਨਕ ਰੂਪ ਦੇ ਵਿੱਚ ਕਿਸਾਨ ਅੰਦੋਲਨ ਦੇ ਖਿਲਾਫ ਭਿਆਨਕ ਰੂਪ ਦੇ ਵਿੱਚ ਵੀ ਆ ਸਕਦੇ ਹੈ। ਸੋ ਆਪਾਂ ਤਾਂ ਦੁਆ ਇਹੀ ਕਰਦੇ ਹਾਂ ਕਿ ਝਟਕੇ ਤੇ ਝਟਕਾ ਲੱਗੇ ਬੀਜੇਪੀ ਨੂੰ, ਤਾਂ ਕਿ ਕਿਸਾਨ ਜਿਹੜੇ ਪਿਛਲੇ 4-5 ਮਹੀਨਿਆਂ ਤੋਂ ਵਿਚਾਰੇ ਮਤਲਬ ਆਪਦੇ ਘਰ-ਬਾਰ ਛੱਡ ਕੇ ਬਾਰਡਰਾਂ ਤੇ ਬੈਠੇ ਹੈ, ਉਹ ਜਿਹੜੀ ਹੈਗੀ ਹੈ ਉਹਨਾਂ ਦਾ ਜਿਹੜਾ ਸੰਘਰਸ਼ ਹੈ ਉਹ ਸਫਲ ਹੋਵੇ। ਦੇਖਦੇ ਹੁਣ ਅਗਲੇ ਦਿਨਾਂ 'ਚ ਕੀ ਹੁੰਦਾ ਹੈ ਜੀ। हाँ बिल्कुल वाकई गल सही है ढिल्लों साहब, कुछ ना कुछ मसला हल होना चाहिए जी। तो आप बंगाल की गल की है तो उत्थे ही चलते हैं जी।
ਕਹਿੰਦੇ ਲੋਕਤੰਤਰ ਨੂੰ ਬਚਾਉਣ ਲਈ ਮਿਲ ਕੇ ਲੜਨ ਦਾ ਵਕਤ ਆ ਗਿਆ, ਮਮਤਾ ਬੈਨਰਜੀ ਨੇ ਵੀ ਕਹਿ ਦਿੱਤਾ ਜੀ। ਬਿਲਕੁਲ ਜੀ, ਮਮਤਾ ਬੈਨਰਜੀ ਜਿਹੜੀ ਹੈਗੀ ਹੈ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਸਾਰੀਆਂ ਧਿਰਾਂ ਨੂੰ ਇਕਮੁੱਠ ਕਰਨ ਦੇ ਉੱਤੇ ਕੱਲ ਉਹਨੇ ਪਹਿਲ ਕਦਮੀ ਕੀਤੀ ਹੈ ਜੀ। ਤੇ ਸਮਾਂ ਦੇਖੋ ਤੁਸੀਂ ਕਿ ਜਦੋਂ ਉਹਦੇ ਆਪਣੇ ਸਾਹਮਣੇ ਇੱਕ ਬਹੁਤ ਵੱਡਾ ਇਮਤਿਹਾਨ ਆ, ਇੱਕ ਬੜੀ ਵੱਡੀ ਜੰਗ ਦੇ ਵਿੱਚ ਉਲਝੀ ਹੋਈ ਹੈ ਔਰ ਅੱਜ ਦੂਜੇ ਗੇੜ ਦੀਆਂ ਵੋਟਾਂ ਪੈਣੀਆਂ। ਦੂਜੇ ਗੇੜ ਦੀਆਂ ਵੋਟਾਂ ਪੈਣ ਤੋਂ ਪਹਿਲਾਂ ਉਹਨੇ ਇੱਕ ਚਿੱਠੀ ਲਿਖੀ ਹੈ 10 ਰਾਜਨੀਤਿਕ ਪਾਰਟੀਆਂ ਨੂੰ। ਇਹਨਾਂ ਦੇ ਵਿੱਚ ਜਿਹੜੀਆਂ ਰਾਜਨੀਤਿਕ ਪਾਰਟੀਆਂ ਦੇ ਵਿੱਚ ਸੋਨੀਆ ਗਾਂਧੀ ਦੀ ਕਾਂਗਰਸ ਵੀ ਆਉਂਦੀ ਹੈ, ਸ਼ਰਦ ਪਵਾਰ ਦੀ ਕਾਂਗਰਸ ਵੀ ਆਉਂਦੀ ਹੈ, ਨੈਸ਼ਨਲਿਸਟ ਕਾਂਗਰਸ ਪਾਰਟੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਇਹਦੇ ਵਿੱਚ ਰਾਸ਼ਟਰੀ ਜਨਤਾ ਦਲ ਜਿਹੜਾ ਹੈਗਾ ਤੇਜਸਵੀ ਯਾਦਵ ਦਾ ਉਹ ਵੀ ਆਉਂਦਾ ਹੈ, ਅਖਿਲੇਸ਼ ਸਿੰਘ ਯਾਦਵ ਦੀ ਸਮਾਜਵਾਦੀ ਪਾਰਟੀ ਵੀ ਆਉਂਦੀ ਹੈ, ਛੋਟੀਆਂ ਛੋਟੀਆਂ ਪਾਰਟੀਆਂ ਹੋਰ ਵੀ ਹੈ। ਉਹਨਾਂ ਸਾਰੀਆਂ ਜਿਵੇਂ ਤੁਸੀਂ ਦੇਖੋ ਵੀ ਉਹ ਆਪਣੀ YSR ਕਾਂਗਰਸ ਆਂਧਰਾ ਪ੍ਰਦੇਸ਼ ਦੀ, ਬਿੱਜੂ ਜਨਤਾ ਦਲ ਹੈ ਨਵੀਨ ਪਟਨਾਇਕ ਦਾ ਜਿਹੜਾ ਉਹਦੇ 'ਚ, ਇਹਨਾਂ ਸਾਰੀਆਂ ਪਾਰਟੀਆਂ ਨੂੰ ਇਹਨੇ ਚਿੱਠੀ ਲਿਖੀ ਹੈ ਕਿ ਤੁਸੀਂ ਹੁਣ ਸੋਚੋ ਕਿ ਭਾਰਤੀ ਜਨਤਾ ਪਾਰਟੀ ਕੀ ਕਰ ਰਹੀ ਹੈ। ਤੇ ਮਿਸਾਲ ਦਿੱਤੀ ਹੈ ਉਹਨੇ ਕਿ ਭਾਰਤੀ ਜਨਤਾ ਪਾਰਟੀ ਸੰਵਿਧਾਨ ਦੇ ਜ਼ਰੀਏ ਜਿਹੜੀਆਂ ਚੁਣੀਆਂ ਹੋਈਆਂ ਸਰਕਾਰਾਂ ਉਹਨਾਂ ਸਰਕਾਰਾਂ ਨੂੰ ਖਤਮ ਕਰਨ ਤੇ ਲੱਗੀ ਹੋਈ ਹੈ ਤੇ ਸਾਰੀਆਂ ਪਾਰਟੀਆਂ ਨੂੰ ਹੀ ਇਹ ਖਤਮ ਕਰਨ ਦੇ ਉੱਤੇ ਲੱਗੀ ਹੋਈ ਹੈ। ਦਿੱਲੀ ਦੀ ਮਿਸਾਲ ਦਿੱਤੀ ਹੈ ਕਿ ਦਿੱਲੀ ਦੇ ਵਿੱਚ ਜਿਹੜਾ ਕਾਨੂੰਨ ਬਣਾਇਆ ਹੈ ਉਸ ਕਾਨੂੰਨ ਦੇ ਜ਼ਰੀਏ ਜਿਹੜਾ ਲੈਫਟੀਨੈਂਟ ਗਵਰਨਰ ਹੈ ਸਾਰੀਆਂ ਪਾਵਰਾਂ ਲੈਫਟੀਨੈਂਟ ਗਵਰਨਰ ਦੇ ਸਪੁਰਦ ਕਰ ਦਿੱਤੀਆਂ ਤੇ ਉੱਥੇ ਦੀ ਸਰਕਾਰ ਤਾਂ ਫਿਰ ਕੁਛ ਰਹਿਣੀ ਨਹੀਂ। ਅਗਲੀ ਗੱਲ ਉਹਨੇ ਇਹ ਗੱਲ ਕਹੀ ਹੈ ਕਿ ਇਹ ਇਉਂ ਲੱਗਦਾ ਜਿਵੇਂ ਭਾਰਤੀ ਜਨਤਾ ਪਾਰਟੀ ਇੱਕ ਪਾਰਟੀ ਸਿਸਟਮ ਵਾਲੇ ਪਾਸੇ ਵੱਧ ਰਹੀ ਹੈ। ਤੁਸੀਂ ਦੇਖਿਆ ਹੋਣਾ ਕਿ ਜਿੱਥੇ ਕੁਝ ਦੇਸ਼ ਇਹੋ ਜਿਹੇ ਹੈ ਜਿਨ੍ਹਾਂ ਦੇਸ਼ਾਂ ਦੇ ਵਿੱਚ ਦੂਜੀ ਪਾਰਟੀ ਨਹੀਂ ਹੈ, ਸਿਰਫ ਇੱਕੋ ਹੀ ਪਾਰਟੀ ਹੈ। ਜਿਵੇਂ ਚੀਨ ਦੇ ਵਿੱਚ ਇੱਕੋ ਪਾਰਟੀ ਹੈ, ਜਾਂ ਜਿਵੇਂ ਤੁਸੀਂ ਦੇਖਿਆ ਹੋਣਾ ਪਿਛਲੇ ਦਿਨਾਂ ਦੇ ਵਿੱਚ ਰੂਸ ਦਾ ਜਿਹੜਾ ਹੈਗਾ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਵਲਾਦੀਮੀਰ ਪੁਤਨ ਉਹਨੇ ਸੰਵਿਧਾਨ ਦੇ ਵਿੱਚ ਅਮੈਂਡਮੈਂਟ ਕਰਕੇ ਤੇ ਆਪਣੀ ਮਿਆਦ ਵਧਾ ਲਈ ਕਿ ਮੈਂ ਹੀ ਇੱਥੋਂ ਦਾ ਰਾਸ਼ਟਰਪਤੀ ਜਾਂ ਰਾਜ ਪ੍ਰਮੁੱਖ ਰਹੂੰਗਾ। ਉਸ ਕਿਸਮ ਦੀ ਜਿਹੜੀ ਸਥਿਤੀ ਹੈ ਉਹਨੇ ਕਿਹਾ ਕਿ BJP ਵੀ ਇੱਥੇ ਅਜਿਹਾ ਕੁਝ ਕਰ ਸਕਦੀ ਹੈ। ਸੋ ਲੋਕਤੰਤਰ ਨੂੰ ਬਚਾਉਣ ਲਈ ਉਹਨੇ ਕਿਹਾ ਕਿ ਆਪਾਂ ਨੂੰ ਹੁਣ ਸਾਰਿਆਂ ਨੂੰ ਇਕੱਠੇ ਹੋ ਕੇ ਬਾਕੀ ਸਭ ਕੁਝ ਛੱਡ ਦਿਓ, ਸਾਰੇ ਜਿਹੜੇ ਹੈਗੇ ਤੁਹਾਡੇ ਮਤਭੇਦ ਦਾ ਉਹਨਾਂ ਨੂੰ ਪਾਸੇ ਰੱਖ ਦਿਓ ਤੇ BJP ਦਾ ਮੁਕਾਬਲਾ ਕਰਨ ਦੇ ਲਈ ਸਾਨੂੰ ਸਾਰਿਆਂ ਨੂੰ ਇਕੱਠਾ ਹੋਣਾ ਪੈਣਾ। ਜੇ ਅਸੀਂ ਇਕੱਠੇ ਨਾ ਹੋਏ ਤਾਂ ਅਸੀਂ ਤਬਾਹ ਹੋ ਜਾਾਂਗੇ, ਇਸ ਦੇਸ਼ ਦਾ ਲੋਕਤੰਤਰ ਤਬਾਹ ਹੋ ਜਾਊ। ਇਹਦੇ ਵਿੱਚ ਭਾਵੇਂ ਮਮਤਾ ਬੈਨਰਜੀ ਨੇ ਚਿੱਠੀ ਲਿਖ ਦਿੱਤੀ ਹੈ ਲੇਕਿਨ ਮਮਤਾ ਬੈਨਰਜੀ ਨੇ ਜਿਹੜੀ ਆਪਣੀ ਕੁੜੱਤਣ ਵਾਲੀ ਗੱਲ ਹੈ ਅਜੇ ਉਹਦੀ ਉਹ ਖਤਮ ਨਹੀਂ ਹੋਈ, ਕਿਉਂਕਿ ਬੰਗਾਲ ਦੇ ਵਿੱਚ ਮੁੱਖ ਤੌਰ ਦੇ ਉੱਤੇ ਆਪਾਂ ਦੇਖੀਏ ਤਾਂ ਉਹਦਾ ਮੁਕਾਬਲਾ, ਉਹਦਾ ਟੱਕਰਾ ਜਾਂ ਜਿਹੜਾ ਉਹਦਾ ਵਿਰੋਧ ਆ ਪਿਛਲੇ ਲੰਬੇ ਸਮੇਂ ਤੋਂ ਉਹ ਖੱਬੇ ਪੱਖੀ ਪਾਰਟੀਆਂ ਨਾਲ CPM ਤੇ CPI ਨਾਲ ਚੱਲਦਾ ਆ ਰਿਹਾ ਹੈ। ਬਾਕੀ ਪਾਰਟੀਆਂ ਨੇ ਚਿੱਠੀਆਂ ਲਿਖੀਆਂ ਲੇਕਿਨ ਇਹਨਾਂ ਨੂੰ ਉਹਨੇ ਕੋਈ ਚਿੱਠੀਆਂ ਨਹੀਂ ਲਿਖੀਆਂ ਇਹਦੇ ਤੇ ਕਿ ਇਹਨਾਂ ਨਾਲੋਂ ਆਪਣੇ ਆਪ ਨੂੰ ਉਹਨੇ ਵਖਰੇਵਾ ਕਰਕੇ ਰੱਖਿਆ। ਜੇ ਹੁਣ ਅਸੀਂ ਇਹ ਦੇਖੀਏ ਇਸ ਲਿਹਾਜ਼ ਦੇ ਨਾਲ ਕਿ ਜਦੋਂ ਤੁਸੀਂ ਮੁਕਾਬਲਾ ਕਰਨਾ ਤਾਂ ਫਿਰ ਤੁਹਾਨੂੰ ਹਰ ਨਿੱਕੀ ਵੱਡੀ ਪਾਰਟੀ ਨੂੰ ਵੀ ਨਾਲ ਲੈਣਾ ਪੈਣਾ। ਇੱਥੋਂ ਤੱਕ ਕਿ ਜਿਹੜੀਆਂ ਛੋਟੀਆਂ ਰੀਜਨਲ ਪਾਰਟੀਆਂ ਉਹਨਾਂ ਰੀਜਨਲ ਪਾਰਟੀਆਂ ਨੂੰ ਵੀ ਨਾਲ ਲੈਣਾ ਪੈਣਾ। ਪੰਜਾਬ ਦੇ ਵਿੱਚ ਵੀ ਰੀਜਨਲ ਪਾਰਟੀਆਂ ਹੈਗੀਆਂ ਜਿਵੇਂ ਬਹੁਜਨ ਸਮਾਜ ਪਾਰਟੀ ਵੀ ਹੈ। ਬਹੁਜਨ ਸਮਾਜ ਪਾਰਟੀ ਨੂੰ ਜੇ ਆਪਾਂ ਦੇਖੀਏ ਬਹੁਜਨ ਸਮਾਜ ਪਾਰਟੀ ਭਾਵੇਂ ਅੱਜ ਦੀ ਘੜੀ ਉਹ ਕਿਸੇ ਵੀ ਸੂਬੇ ਦੇ ਵਿੱਚ ਸਰਕਾਰ ਬਣਾਉਣ ਦੇ ਸਮਰੱਥ ਨਹੀਂ, ਲੇਕਿਨ ਇਸ ਗੱਲ ਤੋਂ ਅਸੀਂ ਇਨਕਾਰ ਨਹੀਂ ਕਰ ਸਕਦੇ ਕਿ ਉਹਨਾਂ ਦੇ ਫਾਲੋਅਰ ਬਹੁਤ ਜ਼ਿਆਦਾ ਹੈਗੇ। ਉਹਨਾਂ ਦੇ ਫਾਲੋਅਰ ਵੱਖ-ਵੱਖ ਥਾਵਾਂ ਤੇ ਬੈਠੇ ਤੀਲਾ ਕਰਕੇ ਹੀ ਤੁਸੀਂ ਇੱਕ ਬੇੜਾ ਬਣਾ ਸਕਦੇ ਹੋ। ਸਾਰੇ ਲੋਕਾਂ ਨੂੰ ਇਕੱਠਾ ਕਰੋਗੇ ਤਾਂ ਹੀ ਠੀਕ ਹੈ। ਸ਼ੁਰੂਆਤ ਬੀਬੀ ਨੇ ਚੰਗੀ ਕੀਤੀ ਹੈ ਲੇਕਿਨ ਇਹ ਸ਼ੁਰੂਆਤ ਕਿੰਨੀ ਕੁ ਚੰਗੀ ਹੁੰਦੀ ਹੈ ਡਿਪੈਂਡ ਇਸ ਗੱਲ ਤੇ ਕਰਦਾ ਕਿ ਇਹ ਕੀਤਾ ਹੈ। ਇਹਦੇ ਚ ਹੁਣ ਦੋ ਗੱਲਾਂ ਨਿਕਲਦੀਆਂ, ਇੱਕ ਤਾਂ ਇਹ ਹੈ ਕਿ ਉਹਨੇ ਸਾਰੀਆਂ ਪਾਰਟੀਆਂ ਨੂੰ ਇਕੱਠੇ ਕਰਨ ਦਾ ਯਤਨ ਕੀਤਾ ਹੈ ਤੇ ਨਾਲ ਉਹਨੇ ਇੱਕ ਬਦਲ ਵੀ ਮੁਹੱਈਆ ਕੀਤਾ ਹੈ। ਉਹ ਬਦਲ ਉਹਦਾ ਮੁਹੱਈਆ ਇਹ ਕਰਨਾ ਉਹਨੇ ਕਿਹਾ ਕਿ ਭਾਵੇਂ ਹੁਣ ਕਾਂਗਰਸ ਪਾਰਟੀ ਹੈ ਜਿਹੜੀ ਉਹ ਲੀਡ ਰੋਲ ਨਹੀਂ ਨਿਭਾ ਰਹੀ, ਦੇਸ਼ ਦੇ ਵਿੱਚ ਲੀਡ ਰੋਲ ਨਿਭਾਉਣ ਦੇ ਸਮਰੱਥ ਨਹੀਂ ਰਹੀ। ਇਹਨਾਂ ਹਾਲਤਾਂ ਦੇ ਵਿੱਚ ਉਹਨੇ ਆਪਣੇ ਆਪ ਨੂੰ ਇੱਕ ਪ੍ਰੋਜੈਕਟ ਕੀਤਾ ਕਿ ਆਓ ਤੁਹਾਨੂੰ ਸਾਰਿਆਂ ਨੂੰ ਮੈਂ ਇਕੱਠੇ ਕਰਦੀ ਹਾਂ। ਪਰ ਜਿਹੜੀ ਸਮੱਸਿਆ ਇਹ ਹੈ ਕਿ ਮਮਤਾ ਬੈਨਰਜੀ ਬੰਗਾਲ ਦੇ ਵਿੱਚ ਕਾਮਯਾਬ ਹੋ ਸਕਦੀ ਹੈ, ਜਿਹੜੇ ਦੱਖਣੀ ਸੂਬੇ ਉੱਥੇ ਕਾਮਯਾਬ ਹੋ ਸਕਦੀ ਹੈ, ਉਹਦੀ ਅੰਗਰੇਜ਼ੀ ਦੇ ਉੱਤੇ ਤਾਂ ਕਮਾਂਡ ਹੈ ਲੇਕਿਨ ਉੱਤਰੀ ਰਾਜਾਂ ਦੇ ਵਿੱਚ ਉਹਦੀ ਲੀਡਰਸ਼ਿਪ ਦੇ ਸਾਹਮਣੇ ਇੱਕ ਚੁਣੌਤੀ ਹੈ ਉਹਦੀ ਜ਼ੁਬਾਨ, ਉਹਦੀ ਬੋਲੀ। ਕਿਉਂਕਿ ਉੱਤਰੀ ਰਾਜਾਂ ਦੇ ਵਿੱਚ ਜਿਹੜੇ ਵੱਡੇ ਰਾਜ ਹੈ ਜਿਵੇਂ ਮੱਧ ਪ੍ਰਦੇਸ਼ ਆ ਗਿਆ, ਉੱਤਰ ਪ੍ਰਦੇਸ਼ ਆ ਗਿਆ, ਬਿਹਾਰ ਆ ਗਿਆ, ਰਾਜਸਥਾਨ ਆ ਗਿਆ, ਇਹ ਉਹ ਰਾਜ ਹੈ ਜਿਨ੍ਹਾਂ ਰਾਜਾਂ ਦੇ ਵਿੱਚ ਲੋਕ ਹਿੰਦੀ ਸਪੀਕਿੰਗ ਹੈ। ਇੱਥੇ ਜੇ ਚੰਗੀ ਹਿੰਦੀ ਨਹੀਂ ਬੋਲਦਾ ਤੇ ਬੰਦੇ ਦੇ ਫਿਰ ਉਹ ਪੈਰ ਨਹੀਂ ਲੱਗਦੇ। ਇਹ ਇੱਕ ਉਹਦੇ ਸਾਹਮਣੇ ਕਾਫੀ ਵੱਡੀ ਚੁਣੌਤੀ ਹੈ ਲੇਕਿਨ ਬੀਬੀ ਨੇ ਜਿਹੜਾ ਮਤਲਬ ਉਦਮ ਕੀਤਾ ਹੈ, ਉਦਮ ਉਹਦਾ ਸ਼ਲਾਘਾਯੋਗ ਹੈ ਤੇ ਚਾਹੀਦਾ ਇਹ ਹੈ ਕਿ ਜਿਹੜਾ ਇਹ ਪਲੇਟਫਾਰਮ ਹੈ ਇਹਨੂੰ ਪਲੇਟਫਾਰਮ ਨੂੰ ਹੋਰ ਵੱਡਾ ਕੀਤਾ ਜਾਵੇ, ਇਹਦੇ ਉੱਤੇ ਹੋਰ ਲੋਕ ਸਮਾਉਣ, ਉਹਨਾਂ ਨੂੰ ਬੁਲਾਇਆ ਜਾਵੇ ਕਿਉਂਕਿ ਇਹ ਮੈਂ ਸਹਿਮਤ ਹਾਂ ਇਸ ਗੱਲ ਨਾਲ 100% ਕਿ ਜੇ BJP ਦੇ ਰਥ ਨੂੰ ਹੁਣ ਨਾ ਰੋਕਿਆ ਗਿਆ
ਤਾਂ ਇਹਨੇ ਇਸ ਦੇਸ਼ ਨੂੰ ਤਬਾਹ ਕਰਕੇ ਰੱਖ ਦੇਣਾ, ਜਿਹੜਾ ਸਾਡਾ ਦੇਸ਼ ਵੱਖ-ਵੱਖ ਧਰਮਾਂ ਵੱਖ-ਵੱਖ ਸੱਭਿਆਚਾਰਾਂ ਦਾ ਦੇਸ਼ ਹੈ, ਜਿਹਨੂੰ ਅਸੀਂ ਇੱਕ ਅਜੀਬ ਗੁਲਦਸਤਾ ਕਹਿੰਦੇ ਹਾਂ ਦੁਨੀਆ ਦੇ ਵਿੱਚ। ਇਹ ਗੁਲਦਸਤਾ ਜਿਹੜਾ ਹੈਗਾ ਇਹਦੀ ਦਿੱਖ ਖਰਾਬ ਹੋ ਜਾਣੀ ਹੈ ਔਰ ਇਹਨੂੰ ਹਿੰਦੂ ਰਾਸ਼ਟਰ ਦੇ ਵਿੱਚ ਤਬਦੀਲ ਕਰਕੇ ਰੱਖ ਦੇਣਾ RSS ਤੇ BJP ਨੇ। ਕਿਉਂਕਿ ਦੇਖਣ ਨੂੰ ਸਾਨੂੰ BJP ਲੱਗਦੀ ਹੈ, ਅਸਲ ਦੇ ਵਿੱਚ RSS ਹੈ ਜਿਹੜੀ ਪਿਛਲੇ 100 ਵਰੇ ਤੋਂ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਵਾਸਤੇ ਯਤਨਸ਼ੀਲ ਹੈ। ਹੁਣ ਉਹਦੇ ਵਾਸਤੇ ਵਧੀਆ ਮੌਕਾ ਆਇਆ ਹੈ ਕਿਉਂਕਿ ਪਾਰਲੀਮੈਂਟ ਦੇ ਵਿੱਚ ਉਹਨਾਂ ਦੀ ਜਿਹੜੀ ਹੈਗੀ ਹੈ, ਉਹਨਾਂ ਦੀ ਆਪਣੀ ਰਾਜਨੀਤਿਕ ਜਿਹੜੀ ਬ੍ਰਾਂਚ ਹੈ ਭਾਰਤੀ ਜਨਤਾ ਪਾਰਟੀ, ਉਹਦੇ ਕੋਲ 303 ਸੀਟਾਂ ਲੋਕ ਸਭਾ ਦੇ ਵਿੱਚ ਤੇ ਰਾਜ ਸਭਾ ਦੇ ਵਿੱਚ ਉਹਦੇ ਕੋਲ ਸਾਰੀ ਮਸ਼ੀਨਰੀ ਹੈਗੀ ਹੈ। ਉੱਥੇ ਭਾਵੇਂ ਉਹ ਕਦੇ ਘੱਟ ਗਿਣਤੀ 'ਚ ਵੀ ਚਲੀ ਜਾਵੇ ਪਰ ਫਿਰ ਵੀ ਜਿਹੜੀ ਹੈਗੀ ਆ ਆਪਣੀ ਸਰਕਾਰੀ ਮਸ਼ੀਨਰੀ ਦੀ ਵਰਤੋਂ ਰਾਹੀਂ ਉਹ ਆਪਣੇ ਕਾਇਦੇ ਕਾਨੂੰਨ ਪਾਸ ਕਰਵਾਉਣ ਵਿੱਚ ਕਾਮਯਾਬ ਹੋ ਜਾਂਦੀ ਹੈ। ਜਿਵੇਂ ਆ ਖੇਤੀ ਕਾਨੂੰਨਾਂ ਬਾਰੇ ਆਪਾਂ ਦੇਖਿਆ ਕਿ ਖੇਤੀ ਕਾਨੂੰਨਾਂ ਦੇ ਵਿੱਚ ਰਾਜ ਸਭਾ ਦੇ ਵਿੱਚ ਵਿਰੋਧ, ਚੰਗਾ ਤਕੜਾ ਵਿਰੋਧ ਹੋ ਸਕਦਾ ਸੀ ਜੇ ਵੋਟਾਂ ਦੀ ਗਿਣਤੀ ਹੋ ਜਾਂਦੀ ਜਿਵੇਂ ਕਿ ਮੰਗ ਕੀਤੀ ਸੀ। ਉਸ ਲਿਹਾਜ਼ ਦੇ ਨਾਲ ਤਾਂ ਉਹਦੀ ਗੱਲ ਬਣੀ, ਉਹ ਕੇਸ ਆਪਣਾ ਥੋੜਾ ਪਾਸ ਨਹੀਂ ਹੁੰਦਾ ਸੀ ਕਾਨੂੰਨ, ਪਰ ਉਹਨਾਂ ਨੇ ਧੱਕੇ ਦੇ ਨਾਲ ਆਪਣਾ ਉਹ ਕਾਨੂੰਨ ਹੈ ਜਿਹੜਾ ਉਹ ਪਾਸ ਕਰਵਾ ਲਿਆ। ਇਸ ਕਰਕੇ ਉਹਨਾਂ ਨੂੰ ਇਹ ਕਿ ਇਦੋਂ ਵਧੀਆ ਮੌਕਾ ਹੁਣ ਹੋਰ ਕੋਈ ਨਹੀਂ ਮਿਲਣਾ। ਜਿਹੇ ਜੀ ਪੋਜੀਸ਼ਨ ਇਸ ਵੇਲੇ ਉਹਨਾਂ ਦੀ ਹੈ ਤੂੰ ਵਧੀਆ ਹੋ ਨਹੀਂ ਸਕਦੀ। ਔਰ ਜਿਸ ਢੰਗ ਦੇ ਨਾਲ ਉਹ ਧਰੂਵੀਕਰਨ ਕਰ ਰਹੇ ਹੈ, ਜਿਹੜਾ ਫਿਰਕੂ ਧਰੂਵੀਕਰਨ ਕਰ ਰਹੇ ਹੈ, ਘੱਟ ਗਿਣਤੀਆਂ ਦੇ ਖਿਲਾਫ ਜ਼ਹਿਰ ਉਗਲ ਕੇ, ਘੱਟ ਗਿਣਤੀਆਂ ਨੂੰ ਟਾਰਗੇਟ ਕਰਕੇ, ਉਹਨੂੰ ਟਾਰਗੇਟ ਕਰਕੇ ਜਿਹੜੀ ਹੈ ਬਹੁ ਗਿਣਤੀ ਹੈ ਹਿੰਦੂ ਭਾਈਚਾਰਾ ਉਹਨੂੰ ਆਪਣੇ ਪਿੱਛੇ ਲਾਮਬੰਦ ਕਰਨਾ ਚਾਹੁੰਦੇ ਹੈ। ਔਰ ਮੈਂ ਕਈ ਬੰਦਿਆਂ ਨੂੰ ਗੱਲ ਕਹਿੰਦੇ ਸੁਣਿਆ ਵੀ ਹੈ, ਜਿਹੜੇ ਬੜੇ ਵਿਦਵਾਨ ਆਪਣੇ ਆਪ ਨੂੰ ਕਹਾਉਂਦੇ ਆ ਹਿੰਦੂ ਭਾਈਚਾਰੇ ਦੇ, ਵਿਦਵਤਾ ਉਹ ਹੁੰਦੀ ਹੈ ਜਿਹੜੀ ਮਨੁੱਖਤਾ ਦੀ ਗੱਲ ਕਰੇ। ਪਰ ਮੈਂ ਉਹਨਾਂ ਸੱਜਣਾਂ ਨੂੰ ਇਹ ਕਹਿੰਦਾ ਸੁਣਿਆ ਕਿ ਜੀ 800 ਸਾਲਾਂ ਦਾ ਮੁਗਲ ਰਾਜ, 200 ਸਾਲਾਂ ਦਾ ਅੰਗਰੇਜ਼ ਰਾਜ ਤੋਂ ਬਾਅਦ ਸਾਨੂੰ ਜੇ ਕੋਈ ਸਾਡੀ ਪ੍ਰਤੀਨਿਧਤਾ ਕਰਨ ਵਾਲਾ ਪ੍ਰਧਾਨ ਮੰਤਰੀ ਮਿਲਿਆ ਤਾਂ ਹੁਣ ਮਿਲਿਆ। ਉਹ ਨਰਿੰਦਰ ਮੋਦੀ ਦੇ ਸੋਲੇ ਗਾਉਂਦੇ ਆ, ਸਾਰੀਆਂ ਚੀਜ਼ਾਂ ਨੂੰ ਪਾਸੇ ਰੱਖ ਕੇ, ਲਾਭੇ ਰੱਖ ਕੇ ਜੋ ਕੁਛ ਹੋ ਰਿਹਾ ਜ਼ਿਆਦਾਤਰ ਇਹੋ ਜਿਹੇ ਲੋਕ ਹੈਗੇ ਹਾਲੇ। ਸੋ ਇਹ ਉਸ ਪਾਸੇ ਨੂੰ ਵੱਧ ਰਿਹਾ ਤੇ ਇੱਥੇ ਮਮਤਾ ਬੈਨਰਜੀ ਦਾ ਇਹ ਪੈਂਤੜਾ, ਇਹ ਮੈਂ ਸਮਝਦਾ ਸ਼ਲਾਘਾਯੋਗ ਹੈ। ਪਰ ਨਾਲ ਮਤਲਬ ਬੇਨਤੀ ਇਹ ਵੀ ਹੈ ਕਿ ਉਹ ਆਪਣਾ ਜਿਹੜਾ ਹੈਗਾ ਇਹ ਜਿਹੜਾ ਮੋਕਲਾ ਕਰੇ, ਇਹਨੂੰ ਜਿਹੜਾ ਹੈਗਾ ਨਾ ਪਲੇਟਫਾਰਮ ਇਹਨੂੰ ਹੋਰ ਮੋਕਲਾ ਕਰੇ, ਇਹਨੂੰ ਚੌੜਾ ਕਰੇ, ਸਾਰੀਆਂ ਧਿਰਾਂ ਨੂੰ ਨਾਲ ਲੈ ਕੇ, ਰੀਜਨਲ ਪਾਰਟੀਆਂ ਨੂੰ ਵੀ। ਕੁਝ ਇਹੋ ਜਿਹੀਆਂ ਧਿਰਾਂ ਵੀ ਹੈਗੀਆਂ ਜਿਹੜੀਆਂ ਚੋਣਾਂ ਨਹੀਂ ਲੜਦੀਆਂ। ਚੋਣਾਂ ਲੜਨ ਤੋਂ ਬਗੈਰ ਮਤਲਬ ਜਿਹੜੇ ਹੈਗੇ ਆ ਉਹ ਆਪਣੇ ਮਨੁੱਖੀ ਅਧਿਕਾਰਾਂ ਵਾਸਤੇ ਜਦੋਜਹਿਦ ਕਰਦੇ ਹੈ, ਕੁਛ ਚੋਣ ਸੁਧਾਰਾਂ ਵਾਸਤੇ ਜਦੋਜਹਿਦ ਕਰਦੇ, ਉਹਨਾਂ ਧਿਰਾਂ ਨੂੰ ਵੀ ਨਾਲ ਲੈਣ ਵਾਸਤੇ ਯਤਨ ਕਰਨੀ ਚਾਹੀਦੀ ਹੈ। ਜੀ ਹਾਂ, ਬਿਲਕੁਲ ਵਾਕਿਆ ਗੱਲ ਸਹੀ ਹੈ ਢਿੱਲੋਂ ਸਾਹਿਬ। ਜੇ ਕੱਟੜਪੰਥੀ ਆ ਗਈ ਤੇ ਜੋ ਕੰਮ ਸਾਊਦੀ ਅਰਬ ਦਾ, ਸੀਰੀਆ ਦਾ ਤੇ ਨਾਲ ਅਫਗਾਨਿਸਤਾਨ ਦਾ ਹੋਇਆ ਉਹੀ ਕੰਮ ਹੋਣਾ। ਜਦੋਂ ਕੱਟੜ ਲੋਕ ਆ ਜਾਂਦੇ ਆ ਤੇ ਉੱਥੇ ਆਮ ਬੰਦਿਆਂ ਦਾ ਰਹਿਣਾ, ਜਿਹੜਾ ਆਮ ਦਾ ਕੀ ਉੱਥੇ ਖਾਸ ਦਾ ਰਹਿਣਾ ਮੁਸ਼ਕਲ ਹੋ ਜਾਂਦਾ। ਤੁਹਾਡੇ ਸਾਹਮਣੇ ਇਰਾਕ ਦੇ ਵਿੱਚ ਲਾ ਲਓ, ਸੀਰੀਆ ਦੇ ਵਿੱਚ ਲਾ ਲਓ, ਸਾਊਦੀ ਅਰਬ 'ਚ ਲਾ ਲਓ, ਅਫਗਾਨਿਸਤਾਨ 'ਚ ਲਾ ਲਓ, ਮੁਸਲਮਾਨ ਹੀ ਮੁਸਲਮਾਨਾਂ ਨੂੰ ਮਾਰੀ ਜਾਂਦੇ ਆ। ਮੁੜ ਕੇ ਸਮਾਂ ਇੱਦਾਂ ਦਾ ਹੀ ਆ ਜਾਣਾ ਜੀ, ਕੋਈ ਕਿਸੇ ਤੋਂ ਘੱਟ ਨਹੀਂ ਰਹਿਣਾ। ਲੋਕ ਇੱਕ ਦੂਜੇ ਨੂੰ ਮਾਰਨ ਤੋਂ ਵੀ ਗੁਰੇਜ਼ ਨਹੀਂ ਕਰਦੇ ਤੇ ਇੱਦਾਂ ਦੇ ਬੰਨੇ ਨਾ ਹੀ ਜਾਵੇ ਦੇਸ਼, ਚੰਗੀ ਗੱਲ ਆ। ਇੱਕ ਕੇਂਦਰ ਸਰਕਾਰ ਨਾਲ ਸਿੱਧੀ ਜਿਹੜੀ ਅਦਾਇਗੀ ਲਈ ਵਿਚੇਦਿਆ ਜੀ, ਤੇ ਕਹਿੰਦੇ ਪਿਊਸ਼ ਗੋਇਲ ਵੱਲੋਂ ਵੀ ਚਿੱਠੀ ਲਿਖ ਦਿੱਤੀ ਹੈ ਵੀ ਕਹਿੰਦੇ ਪੈਸੇ ਜਿਹੜੇ ਆ ਉਹ ਕਿਸਾਨਾਂ ਦੇ ਖਾਤੇ ਦੇ ਵਿੱਚ ਹੋਣਗੇ। ਤਾਂ ਜਿਹੜੇ ਕਿਸਾਨ ਠੇਕੇ ਤੇ ਜ਼ਮੀਨਾਂ ਲੈ ਕੇ ਵਾਹੁੰਦੇ ਉਹ ਕੀ ਕਰਨਗੇ ਜੀ? ਨਹੀਂ, ਇਹ ਅਸਲ ਦੇ ਵਿੱਚ ਜਿਹੜਾ ਪਿਊਸ਼ ਗੋਇਲ ਹੈ ਨਾ ਜੀ, ਪਿਊਸ਼ ਗੋਇਲ ਜਿਹੜਾ ਹੈਗਾ ਇਹ ਹੈਗਾ ਤਾਂ ਕਮਰਸ ਮਿਨਿਸਟਰ, ਰੇਲਵੇ ਦਾ ਚਾਰਜ ਵੀ ਹੈ ਇਹਦੇ ਕੋਲੇ। ਇਹ ਬੰਦਾ ਇਸ ਕਿਸਮ ਦਾ ਹੈ ਕਿ ਇਹ ਪੰਜਾਬ ਨੂੰ ਸਜ਼ਾ ਦੇਣ ਵਾਸਤੇ ਤੁਲਿਆ ਹੋਇਆ ਹੈ ਕਿ ਪੰਜਾਬ ਨੂੰ ਸਜ਼ਾ ਦਿੱਤੀ ਜਾਵੇ। ਇਹਨੂੰ ਅਰਥ ਵੀ ਹੈ, ਤੁਸੀਂ ਦੇਖਿਆ ਹੋਣਾ ਕਿ ਪਿਛਲੇ ਦਿਨਾਂ ਦੇ ਵਿੱਚ ਆਪਾਂ ਕਿਸਾਨਾਂ ਦੀਆਂ ਜਿਹੜੀਆਂ ਮੀਟਿੰਗਾਂ ਹੁੰਦੀਆਂ ਰਹੀਆਂ, ਉਹਨਾਂ ਮੀਟਿੰਗਾਂ ਦੇ ਵਿੱਚ ਜਿਹੜੇ ਹੈਗੇ ਆ 3 ਵਜ਼ੀਰ ਆਉਂਦੇ ਰਹੇ ਹੈ। ਇੱਕ ਖੇਤੀਬਾੜੀ ਮੰਤਰੀ ਤੋਮਰ, ਨਰਿੰਦਰ ਸਿੰਘ ਤੋਮਰ, ਦੂਜਾ ਪਿਊਸ਼ ਗੋਇਲ ਤੇ ਤੀਜੇ ਸੋਮ ਪ੍ਰਕਾਸ਼ ਸਾਡੇ ਪੰਜਾਬ ਨਾਲ ਰਿਲੇਟਡ ਆ, ਸਾਊਜਾ ਬੰਦਾ ਹੈ, ਸਾਬਕਾ IAS ਆ। ਉਹ IAS ਦੀ ਨੌਕਰੀ ਛੱਡ ਕੇ ਉਸ ਬੰਦੇ ਨੇ ਰਾਜਨੀਤੀ 'ਚ ਆਪਣਾ ਪੈਰ ਰੱਖਿਆ ਵਾ। ਪਰ ਭਾਵੇਂ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਹੈ, ਉਹ ਬੰਦਾ ਸੁਭਾਅ ਦੇ ਪੱਖੋਂ ਹੈਗੀ ਕੋਈ ਬਹੁਤਾ ਮਤਲਬ ਆਪਾਂ ਨੂੰ ਕੱਬਾ ਨਹੀਂ ਕਹਿ ਸਕਦੇ। ਪਿਊਸ਼ ਗੋਇਲ ਦੀ ਪਿਛਲੇ ਦਿਨਾਂ 'ਚ ਕਿਸਾਨਾਂ ਦੇ ਨਾਲ ਜਦੋਂ ਮੀਟਿੰਗਾਂ ਹੁੰਦੀਆਂ ਰਹੀਆਂ, ਨਰਿੰਦਰ ਤੋਮਰ ਨਾਲੋਂ ਜ਼ਿਆਦਾ ਮੂਹਰੇ ਹੋ ਕੇ ਇਹ ਗੱਲ ਕਰਦਾ ਹੁੰਦਾ ਸੀ। 1-2 ਵਾਰੀ ਤਾਂ ਇਹਦੀ ਤਲਕਲਾਮੀ ਵੀ ਹੋਈ ਹੈ ਕਿਸਾਨਾਂ ਦੇ ਨਾਲ ਤੇ ਕਿਸਾਨ ਸਿੱਧੇ ਵੀ ਹੋ ਗਏ ਸੀ। ਕਿਸਾਨ ਲੀਡਰ ਕਹੇ ਸੀ ਤੈਨੂੰ ਤੇਰੇ ਤੋਂ ਬੇਪਰਵਾਹ। ਹਾਲਾਂਕਿ ਸਾਡੀ ਜਿਹੜੀ ਹੈਗੀ ਹੈ ਪੰਜਾਬ ਦੀ ਸਰਕਾਰ ਨੇ ਪੰਜਾਬ ਦੇ ਹਾਲਾਤਾਂ ਦਾ ਜ਼ਿਕਰ ਕਰਦਿਆਂ ਹੋਇਆ ਇੱਕ ਡਿਟੇਲਡ ਚਿੱਠੀ ਲਿਖ ਦਿੱਤੀ ਸੀ ਕਿ ਇਹ ਸੰਭਵ ਨਹੀਂ, ਇਸ ਵੇਲੇ ਸੰਭਵ ਨਹੀਂ ਕਿ ਜਿਹੜੀ ਡਾਇਰੈਕਟ ਪੇਮੈਂਟ ਹੈ ਉਹ ਕਿਸਾਨਾਂ ਨੂੰ ਦਿੱਤੀ ਜਾਵੇ। ARPS ਸਿਸਟਮ ਰਾਹੀਂ ਹੀ ਅਸੀਂ ਦੇਵਾਂਗੇ। ਬਹੁਤ ਸਾਰੇ ਲੋਕ ਹੈ ਜਿਹੜੇ NRI ਉਹਨਾਂ ਨੇ ਆਪਣੀਆਂ ਜ਼ਮੀਨਾਂ ਜਿਹੜੀਆਂ ਠੇਕੇ ਤੇ ਦਿੱਤੀਆਂ ਹੋਈਆਂ, ਉਹ ਤਾਂ ਵਿਚਾਰੇ ਬੈਠੇ ਆ 7 ਸਮੁੰਦਰੋਂ ਪਾਰ, ਜਿਨ੍ਹਾਂ ਲੋਕਾਂ ਨੇ ਜ਼ਮੀਨਾਂ ਠੇਕੇ ਤੇ ਲੈ ਕੇ ਉੱਥੇ ਉਹ ਕਾਸ਼ਤ ਕਰ ਰਹੇ ਹੈ।
ਉਹ ਲੋਕ ਕੀ ਕਰਨਗੇ? ਉਹ ਲੋਕ ਕਿਵੇਂ ਉਹਨਾਂ ਨੂੰ ਨਾਲ ਕਹਿੰਦੇ ਕਿ ਕੱਲੀ ਡਾਇਰੈਕਟ ਪੇਮੈਂਟ ਨਹੀਂ ਕਰਨੀ, ਡਾਇਰੈਕਟ ਪੇਮੈਂਟ ਲੈਣ ਵਾਸਤੇ ਤੁਹਾਨੂੰ ਆਪਣੀਆਂ ਜਮਾਬੰਦੀਆਂ ਦੇਣੀਆਂ ਪੈਣਗੀਆਂ। ਜਿਹੜੇ ਬੰਦੇ ਜ਼ਮੀਨਾਂ ਦੇ ਮਾਲਕ ਨੇ ਉਹ ਜਮਾਬੰਦੀਆਂ ਦੇਣਗੇ ਕਿੱਥੋਂ? ਪੈਸੇ ਉਹ ਪਹਿਲਾਂ ਦੇ ਚੁੱਕੇ ਆ ਜਾਂ ਉਹਨਾਂ ਤੋਂ ਪੈਸੇ ਲੈ ਲੈਣਗੇ ਜਿਨ੍ਹਾਂ ਦੀ ਉਹਨਾਂ ਨੇ ਜ਼ਮੀਨਾਂ ਲਈਆਂ। ਮੰਡੀ ਦੇ ਵਿੱਚ ਉਹਨਾਂ ਦੀ ਜੇ ਫਸਲ ਆਊਗੀ ਤੇ ਉਹ ਫਸਲ ਘਰਾਂ 'ਚ ਰੱਖ ਨਹੀਂ ਸਕਦੇ, ਮੰਡੀ ਦੇ ਵਿੱਚ ਫਿਰ ਉਹਨਾਂ ਨੂੰ ਫਸਲ ਸਿੱਟਣੀ ਪੈਣੀ ਹੈ। ਉਹ ਫਸਲ ਦਾ ਕਰਨਗੇ ਕਿ? ਸੋ ਬੜੇ ਤਰੀਕੇ ਦੇ ਨਾਲ ਜਿਹੜਾ ਹੈਗਾ ਪੰਜਾਬ ਨੂੰ ਇੱਕ ਸਜ਼ਾ ਦਿੱਤੀ ਜਾ ਰਹੀ ਹੈ, ਪੰਜਾਬ ਦੇ ਕਿਸਾਨਾਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ। ਅੱਜ ਵੀ ਇਹਨਾਂ ਨੂੰ ਇਸ ਗੱਲ ਦੀ ਹੈ ਕਿ ਬਾਕੀ ਸਾਰੇ ਭਾਰਤ ਦੇ ਵਿੱਚ ਲੋਕ ਕੰਨ 'ਚ ਪਾਏ ਜੀ ਇਹਦੀ ਸ਼ੁਰੂਆਤ ਜਿਹੜੀ ਹੈ ਪੰਜਾਬ ਤੋਂ ਸ਼ੁਰੂ ਹੋਈ ਹੈ। ਇਸ ਲਈ ਪੰਜਾਬ ਦੇ ਲੋਕਾਂ ਨੂੰ ਭੁੱਲਦੇ ਹੈ ਜਦੋਂ ਕਿਸਮ ਦੇ ਕਾਰਾਂ ਸਿਖਾਉਣ ਲੱਗ ਜਾਣ ਤਾਂ ਫਿਰ ਕਈ ਵਾਰੀ ਬੇਗਾਨਗੀ ਦੀ ਭਾਵਨਾ ਜਦੋਂ ਪੈਦਾ ਹੁੰਦੀ ਹੈ ਉਸ ਵੇਲੇ ਬਹੁਤ ਵੱਡੀਆਂ ਵੱਡੀਆਂ ਪ੍ਰੋਬਲਮਸ ਖੜੀਆਂ ਹੋ ਜਾਂਦੀਆਂ ਦੇਸ਼ਾਂ ਦੇ ਵਿੱਚੋਂ। ਅਸੀਂ ਉਹ ਪੁਰਾਣਾ ਦੌਰ ਜਿਹੜਾ ਹੈਗਾ ਦੇਖਿਆ, ਉਦੋਂ ਅਸੀਂ ਕਿੰਨਾ ਵੱਡਾ ਨੁਕਸਾਨ ਝੱਲਿਆ ਤੇ ਦੁਬਾਰਾ ਨਾ ਕਿਤੇ ਪੰਜਾਬ ਨੂੰ ਉਸ ਪਾਸੇ ਨੂੰ ਧੱਕਣ ਵਾਲੇ ਪਾਸੇ ਤੁਰ ਪੈਣ। ਬਲਦੀ ਦੇ ਬੁੱਥੇ ਜਿਹੜਾ ਪੰਜਾਬ ਨੂੰ ਨਾ ਸੁੱਟਿਆ ਜਾਵੇ। ਸਾਡੇ ਜਿਹੜੇ ਹੈਗੇ ਆਂਢ ਗੁਆਂਢ ਦੇ ਦੇਸ਼ਾਂ ਦੇ ਨਾਲ ਸਾਡੇ ਰਿਲੇਸ਼ਨ ਜਿਹੜੇ ਹੈਗੇ ਉਹ ਕਿੰਨੇ ਜਿਹੜੇ ਖੱਟੇ ਹੈ, ਮਿੱਠੇ ਤਾਂ ਹੈ ਹੀ ਨਹੀਂ, ਬਿਲਕੁਲ ਨਹੀਂ, ਉਹ ਖੱਟੇ ਹੈ। ਔਰ ਉਹ ਵੀ ਫਿਰ ਇਹਦਾ ਫਾਇਦਾ ਉਠਾਉਣਗੇ। ਜੇ ਅਸੀਂ ਆਪਣੇ ਆਪ ਹੀ ਆਪਣੇ ਲੋਕਾਂ ਦੇ ਨਾਲ ਇਸ ਤਰ੍ਹਾਂ ਦਾ ਵਿਤਕਰੇਬਾਜ਼ੀ ਕਰਾਂਗੇ ਤਾਂ ਫਿਰ ਥਾਲੀ 'ਚ ਪਾ ਕੇ ਕਹਿਣਗੇ ਨਾ ਭਾਈ ਤੁਸੀਂ ਆਪਣਾ ਦੇਸ਼ ਆਦ ਲੈ ਲਓ। ਇਹ ਬੜੀਆਂ ਮਤਲਬ ਜਿਹੜੀਆਂ ਮੁਸ਼ਕਲਾਂ ਆਪਣੇ ਲਈ ਖੜੀਆਂ ਕਰ ਰਹੇ ਆ। ਕਈ ਵਾਰੀ ਸਜ਼ਾ ਦਿੰਦੇ, ਕਿਸੇ ਨੂੰ ਸਜ਼ਾ ਨਹੀਂ ਦਿੰਦੇ, ਆਪਣੇ ਵਾਸਤੇ ਬੰਦੇ ਖੂਹ ਪੱਟ ਲੈਂਦੇ ਹੈ ਜੀ। ਢਿੱਲੋਂ ਸਾਹਿਬ ਤੁਸੀਂ ਇੱਕ ਸ਼ਬਦ ਕਿਹਾ ਜੀ, ਫਸਲ ਮੰਡੀ 'ਚ ਸੁੱਟਣੀ, ਆਪਦੇ ਪੁੱਤਾਂ ਵਾਂਗੂ ਪਾਲੀ ਇੰਨੀ ਮਿਹਨਤ ਕੀਤੀ ਹੈ ਜੀ ਤੇ ਕਿਸਾਨ ਮੁੜ ਕੇ ਫਸਲ ਨੂੰ ਸੁੱਟਦਾ, ਕਿੱਡਾ ਵੱਡਾ ਸ਼ਬਦ ਹੈ ਜੀ। ਨਹੀਂ, ਸੁੱਟਣ ਵਾਲੀ ਗੱਲ ਹੈ ਇਹਦੇ ਵਿੱਚ ਜੇ ਆਪਾਂ ਗੱਲ ਕਹੀਏ ਨਾ, ਮੈਨੂੰ ਬੜੇ ਸਿਆਣੇ ਬੰਦੇ ਨਾਲ ਮੇਰੀ ਗੱਲ ਕੀਤੀ, ਉਹ ਕਹਿੰਦਾ ਵੀ ਸਾਡੀ ਬਦਕਿਸਮਤੀ ਦੇਖੋ ਕੀ ਹੈ। ਜਦੋਂ ਮੰਡੀ ਦੇ ਵਿੱਚ ਕਿਸਾਨ ਫਸਲ ਲੈ ਕੇ ਜਾਂਦਾ ਹੈ ਤੇ ਜਿਹੜੇ ਲੋਕ ਬੈਠੇ ਹੁੰਦੇ, ਆੜਤੀਏ ਬੈਠੇ ਹੁੰਦੇ, ਆੜਤੀਏ ਕਹਿੰਦੇ ਵੀ ਉਹ ਜਿਹੜੀ ਹੈਗੀ ਟਰਾਲੀ ਕਿਹਦੀ ਆ ਰਹੀ ਹੈ? ਉਹ ਇੱਕ ਆੜਤੀਆ ਕਹਿੰਦਾ ਵੀ ਇਹ ਤਾਂ ਮੇਰੀ ਲੱਗਦੀ ਹੈ, ਦੂਜਾ ਕਹਿੰਦਾ ਮੇਰੀ ਤੇਰੀ ਨਹੀਂ ਲੱਗਦੀ, ਤਾਂ ਮੇਰੀ ਹੈ। ਪਾਉਂਦਾ ਕੋਈ ਹੈ, ਬੀਜਦਾ ਕੋਈ ਹੈ, ਫਸਲ ਨੂੰ ਉਗਾਉਂਦਾ, ਉਹਨੂੰ ਝਾੜ ਝੱਬ ਕੇ ਲਿਆ ਕੇ ਮੰਡੀ 'ਚ ਲੈ ਕੇ ਜਾਂਦਾ ਹੈ। ਉਹਦੇ ਤੇ ਜਿਹੜੇ ਬਗਾਨੇ ਬੰਦੇ ਕਹਿੰਦੇ ਆ ਫਸਲ ਮੇਰੀ ਹੈ। ਲੇਕਿਨ ਮੈਨੂੰ ਉਸ ਬੰਦੇ ਨੇ ਕਿਹਾ ਕਿ ਤੁਸੀਂ ਕਿਸੇ ਵੀ ਕਿਸਾਨ ਦੇ ਘਰੇ ਜਾ ਕੇ ਦੇਖੋ, ਉਹਦੇ ਘਰੇ ਉਹਦੇ ਪਰਿਵਾਰਕ ਮੈਂਬਰਾਂ ਨੂੰ ਕਹੋ, ਚਾਹੇ ਲੇਡੀਜ਼ ਹੋਣ ਚਾਹੇ ਬੱਚੇ ਹੋਣ, ਉਹਨੂੰ ਪੁੱਛੋ ਕਿ ਪਾਪਾ ਤੁਹਾਡਾ ਕਿੱਥੇ ਗਿਆ? ਕਹਿੰਦੇ ਮੰਡੀ ਗਿਆ। ਕੀ ਲੈਣ ਗਿਆ? ਕਹਿੰਦੇ ਕਣਕ ਸੁੱਟਣ ਗਿਆ, ਝੋਨਾ ਸੁੱਟਣ ਗਿਆ। ਉਹ ਇਹ ਨਹੀਂ ਕਹਿੰਦੇ ਕਿ ਵੇਚਣ ਵਾਸਤੇ ਗਿਆ। ਇਹ ਸੁੱਟਣ ਵਾਸਤੇ ਜਿਹੜੀ ਸਾਡੀ ਮਾਨਸਿਕਤਾ ਦੇ ਵਿੱਚ ਸੁੱਟਣ ਵਾਲੀ ਗੱਲ ਆਈ ਹੈ। ਕਿਉਂਕਿ ਅਸੀਂ ਸਾਨੂੰ ਮਤਲਬ ਇੰਨੇ ਜਿਹੜੇ ਹੈਗੇ ਬੇਚਾਰੇ ਬਣਾਤਾ ਕਿ ਅਸੀਂ ਰਹੀ ਸੁੱਟਣ ਜੋਗੇ ਗਏ। ਸਾਡੀ ਲੁੱਟ ਖਸੁੱਟ ਹੁੰਦੀ ਹੈ ਤੇ ਜਦੋਂ ਅਸੀਂ ਸੁੱਟੀ ਜਾਂਦੇ ਹਾਂ, ਹੁਣ ਜਿਸ ਢੰਗ ਦੇ ਨਾਲ ਜਿਹੜੀਆਂ ਫਸਲਾਂ ਚੋਂ ਅਸੀਂ ਹੋਈ ਜਾ ਰਹੀ ਹੈ, ਜਿਹਦੇ ਖਿਲਾਫ ਜਿਹੜੇ ਹੈ ਏਡੇ ਵੱਡੇ ਅੰਦੋਲਨ ਸ਼ੁਰੂ ਹੋਏ ਹੈ ਜੀ। ਵਾਕਿਆ ਗੱਲ ਸਹੀ ਹੈ ਜੀ। ਤੁਸੀਂ ਸ਼ਬਦ ਕਿਹਾ ਸੁੱਟਣ ਦਾ, ਤਾਂ ਮੇਰੇ ਦਿਮਾਗ ਦੇ ਵਿੱਚ ਰਾਈਟ ਵੇ ਕਲਿੱਕ ਕਰ ਗਿਆ, ਮੈਂ ਤਾਂ ਹੀ ਇਹ ਗੱਲ ਕੀਤੀ ਆ। ਢਿੱਲੋਂ ਸਾਹਿਬ ਆਪਣਾ ਸਮਾਂ ਪ੍ਰੋਗਰਾਮ ਦਾ ਸਮਾਪਤ ਹੈ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਸ਼ੁਕਰੀਆ ਜੀ। ਬਿਲਕੁਲ ਜੀ ਦੋਸਤੋ, ਆਪਣਾ ਪ੍ਰੋਗਰਾਮ ਇੱਥੇ ਸਮਾਪਤ ਆ। ਸਵੇਰੇ ਫਿਰ 9 ਵਜੇ ਤੋਂ ਲੈ ਕੇ 11 ਵਜੇ ਤੱਕ PTN 24 ਤੇ ਰੇਡੀਓ 1690 AM ਤੇ ਦੁਬਾਰਾ ਜੁੜਾਂਗੇ, ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ। ਮੈਨੂੰ ਵੀ ਇੱਥੇ ਦਿਓ ਇਜਾਜ਼ਤ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਤਿ ਸ਼੍ਰੀ ਅਕਾਲ।